नासिर भट्ट साहब है वो गल सुन लो ना मसला है कि ਤੁਹਾਡੇ ਕਨਸੈਪਟ ਇਤਨੇ ਨੇ ਸ਼ੀਆ ਚ ਵੀ ਇਤਨੇ ਕਨਸੈਪਟ ਨੇ ਗੱਲ ਬੰਦਾ ਕਰ ਹੀ ਨਹੀਂ ਸਕਦਾ ਤਾਂ ਹੀ ਮੈਂ ਕਹਿੰਦਾ ਇਹ ਕਨਸੈਪਟ ਲਾਇਆ ਨਹੀਂ ਇਹ ਵੀ ਨਸਲ ਦਾ ਬਹਾਨਾ ਬਣਾਇਆ ਕਿ ਮੈਨੂੰ ਸਮਝ ਲਓ ਨਾ ਗੱਲ ਸੁਣ ਲਓ ਯਾਰ ਆਪਣਾ ਡਰਾਅਰ ਖੋਲ ਕੇ ਮੈਂ ਵਿਖਾ ਦੇਣਾ ਕੁਰਾਨ ਤੁਸੀਂ ਵੀ ਗੱਲ ਕਰ ਜਿਹੜਾ ਅਹਿਮਦ ਨਜ਼ੀਰ ਸਾਹਿਬ ਨੇ ਗੱਲ ਕਹੀ ਹੈ ਮੈਂ ਹੋ ਜਾਏਗੀ ਨਹੀਂ ਜਨਾਬ ਤੁਸੀਂ ਇੱਕ ਗੱਲ ਕਰੋ ਜਿਹਦੀ ਬੁਨਿਆਦ ਹੋਵੇ ਠੀਕ ਹੈ ਤੁਸੀਂ ਕਹਿੰਦੇ ਅਸੀਂ ਕਿਤਾਬਾਂ ਨਹੀਂ ਪੜ੍ਹੀ ਕੁਰਾਨ ਨਹੀਂ ਸਹੀ ਸਮਝਦੇ ਤੇ ਅਸੀਂ ਕਿਹੜੀ ਬੁਨਿਆਦ ਹੈ ਤੁਹਾਡੀ ਤਾਂ ਮੈਂ ਆਪਣੇ ਦੌਰ ਦੇ ਅੰਦਰ ਰੱਖਿਆ ਹੈ ਮੈਂ ਕਹਿੰਦਾ ਮੈਂ ਤੁਹਾਨੂੰ ਹੁਣੇ ਕਰਕੇ ਦਿਖਾ ਦੇਣਾ ਯਾਰ ਕੁਰਾਨ ਉਹੀ ਹੈ ਜਿਹੜਾ ਮਦੀਨਾ ਸ਼ਰੀਫ ਤੋਂ ਛਪਿਆ ਯਾਰ ਇਹ ਮੇਰੇ ਹੱਥ ਜੁੜੇ ਨੇ ਇਹ ਮੇਰੇ ਹੱਥ ਜੁੜੇ ਨੇ ਬਰੀਨ ਸਾਹਿਬ ਮੈਂ ਤਾਂ ਹੀ ਕਹਿੰਦਾ ਕਿ ਆਪਣੇ ਕੋਈ ਜਿਹੜੀ ਇਮਾਮ ਮਹਿਦੀ ਤੇ ਕਿਸੇ ਡਿਬੇਟ ਕਰਨੀ ਹੈ ਨਾ ਉਸ ਵੀ ਮੈਨੂੰ ਦੇ ਦਿਓ ਯਾਰ ਹਰ ਬੰਦੇ ਦੀ ਤੁਸੀਂ ਇਨਕਾਰ ਕਰੋਗੇ ਅਸਦ ਭਾਈ ਕੁਰਾਨ ਜਿਹੜਾ ਤਹਰੀਰ ਸ਼ੁਦਾ ਵਾਲਾ ਹਵਾਲਾ ਤੇ ਲੈ ਦੇਵੇ ਪਲੀਜ਼ ਅਗਰ ਹਾਂ ਤੇ ਉਹੀ ਕਹਿ ਰਹੇ ਨਾ ਮੈਂ ਤਾਂ ਭਾਈ ਕੁਰਾਨ ਹੁਣੇ ਖੋਲ ਕੇ ਡੋਰ ਦੇ ਅੰਦਰ ਵਿਖਾ ਦੇਣਾ ਟ੍ਰਾਂਸਲੇਸ਼ਨ ਹੈ ਉਹ ਭਾਈ ਇੱਕ ਗੱਲ ਟ੍ਰਾਂਸਲੇਸ਼ਨ ਤੁਸੀਂ ਨਾ ਕੁਰਾਨ ਦੀ ਮੌਲਾਨਾ ਮੌਦੂਦੀ ਸਾਹਿਬ ਵੀ ਮੰਨਦੇ ਹੋ ਨਾ ਡਾਕਟਰ ਇਸਰਾਰ ਸਾਹਿਬ ਵੀ ਮੰਨਦੇ ਹੋ ਨਾ ਜਾਵੇਦ ਅਹਿਮਦ ਗਾਂਧੀ ਸਾਹਿਬ ਵੀ ਮੰਨਦੇ ਹੋ ਤੁਸੀਂ ਮੰਨਦੇ ਹੋ ਨਹੀਂ ਨਹੀਂ ਖਲੋ ਜਾ ਨਜਫ ਤੁਸੀਂ ਮੰਨਦੇ ਹੋ ਜਿਨ੍ਹਾਂ ਬੰਦਿਆਂ ਦਾ ਤੁਸੀਂ ਨਾਲ ਤੁਸੀਂ ਜਾ ਰਹੇ ਯਾਰ ਮੈਂ ਤੁਸੀਂ ਗੱਲ ਹੀ ਨਹੀਂ ਕਰਨ ਦੇ ਰਹੇ ਤੇ ਫਿਰ ਮੈਂ ਖੁਦਾ ਜਨਾਬ ਬੈਸ਼ ਸਾਹਿਬ ਅੱਲਾਹ ਤਾਂ ਬੰਦੇ ਨੂੰ ਹਾਸਲ ਨਹੀਂ ਹੁੰਦਾ ਗੱਲ ਹੀ ਨਹੀਂ ਕਰਨ ਦੇ ਰਹੇ 4 ਦਫਾ ਗੱਲ ਕੀਤੀ ਹੈ 4 ਦਫਾ ਟੁੱਕ ਦਿੱਤਾ ਹੈ ਅੱਲਾਹ ਹਾਫਿਜ਼ ਜੀ ਓਕੇ ਜਨਾਬ ਮੈਂ ਕਹਿੰਦਾ ਠੀਕ ਹੈ ਮੈਂ ਮਾਜ਼ਰਤ ਕਰਨਾ ਲੇਕਿਨ ਹੁਣ ਗੱਲ ਤੇ ਮੁਕੰਮਲ ਕਰੋ ਨਾ ਇਹ ਮਰਜ਼ੀਅਤ ਹੈ पूरी और जिन्ना बंदे तो तुसी नाल है मुफस्सिर है ना जब पलट के दलील मांगी जाए अस्सलाम वालेकुम आमर भाई कोरियोग्राफ हो खड़ा कराओ पूरा तकरीर करके दी मैनू उन्हें कर कल 5 बंदे मैनू पे ने ठीक है ना 5 मरजोटे पे ने ਅਸੀਂ ਤੇ ਨਹੀਂ ਇਹੋ ਜੀ ਗੱਲ ਕੀਤੀ ਪੰਜਾਂ ਨੂੰ ਜਵਾਬ ਦਿੱਤਾ ਇੱਕ ਦਫਾ ਅਗਰ ਕਿਸੇ ਨੇ ਬੰਦੇ ਨੇ ਗੱਲ ਕਹਿ ਛੜੀ ਹੈ ਯਾਰ ਤੁਸੀਂ ਵੀ ਥੋੜਾ ਖਲੋ ਜਿਆ ਕਰੋ ਨਸਨ ਦਾ ਬਹਾਨਾ ਨਾ ਦਿਆ ਕਰੋ ਅਗਲੇ ਨੂੰ ਰੇਸ ਉਹਦੀ ਲੱਗਣੀ ਅਹਿਮਦ ਨਜ਼ੀਰ ਸਾਹਿਬ ਉੱਤੇ ਆ ਗਏ ਮੈਂ ਤੁਹਾਨੂੰ ਪਹਿਲਾਂ ਤਾਂ ਸੀ ਕਹਿਣਾ ਉਹ ਬਹਾਨਾ ਅਗਲਾ ਬਹਾਨਾ ਢੂੰਡ ਰਿਹਾ ਕਿ ਕੋਈ ਨਾ ਕੋਈ ਬਹਾਨਾ ਲੱਭੇ ਦੂਸਰੀ ਬਰਾੜ ਤੇ ਮੇਰੇ ਕੋਲ ਕਰਵਾ ਕੇ ਆਇਆ ਕਹਿ ਰਹੇ ਬੰਦੇ ਕੱਟਨੇ ਤੇ ਮੈਂ ਦੀ ਤੁਸੀਂ ਜ਼ਿਆਦਾ ਬਣਾ ਲੈਣੇ ਉਹ ਕੀ ਆਖੇ ਬੰਦਾ ਯਾਰ ਉਹ ਮੁਸਤਫਾ ਤੇ ਜਿਹਨੂੰ ਤੁਸੀਂ ਬਣਾ ਕੇ ਬੈਠੇ ਹੋ ਕਦੇ ਹਦੀਸ ਦੇ ਜਾਂ ਕੁਰਾਨ ਦੇ ਉੱਤੇ ਉਹਨਾਂ ਨੂੰ ਵੀ ਨਾਪ ਲਵੋ ਠੀਕ ਹੈ ਨਾ ਬੰਦਾ ਆਖੇ ਤੇ ਕੀ ਆਖੇ ਨਾ ਲੋਕਾਂ ਨੂੰ ਕਿਸਨੇ ਬਹਿਰੀਨ ਸਾਹਿਬ ਇਮਾਮ ਮਹਿਦੀ ਅਲੈਹਿਸ ਸਲਾਮ ਦੀ ਜਿੰਨੀਆਂ ਵੀ ਹਦੀਸ ਨੇ ਨਾ ਉਹਨਾਂ ਨੂੰ ਮਖਦੂਸ਼ ਮੰਨਦੇ ਸਨ ਮਿਰਜ਼ਾ ਸਾਹਿਬ ਇਹ ਕਿਸ ਤੇ ਬਣਾਉਂਦੇ ਹਾਂਜੀ ਕਹਿ ਰਹੇ ਨੇ ਬਈ ਅਸੀਂ ਮਿਰਜ਼ਾ ਸਾਹਿਬ ਦੀ ਕਿਤਾਬ ਨਹੀਂ ਪੜ੍ਹੀ ਤੇ ਮੈਂ ਤਾਂ ਪੜ੍ਹ ਕੇ ਸ਼ਹਿਰ ਰੱਖੀ ਹੈ ਨਾ ਹਵਾਲਾ ਰੱਖਿਆ ਹੈ ਆਲਾ कि मेरे इस दावे की हदीस बुनियाद नहीं है बल्कि कुरान और वही है जो मेरे पर नाजिल हुई है। यहाँ तायदी तौर पर हम वो हदीसें भी पेश करते हैं जो कुरान शरीफ के मुताबिक है और जो मेरी वही के मारिज नहीं कि अगर असूल हदीस दे वो हदीस सही भी साबित होती है ठीक है सारे रावी उहदे सही भी ने सिक्का भी ने लेकिन मिर्जा साहब दे वही दे मारज आती है ਉਹਦਾ ਕੀ ਹੋਣਾ ਹੈ और दूसरे हदीसों को हम रद्दी की तरह फेंक देते हैं कि मिर्जा साहब दे राम दे खिलाफ अगर कोई नबी करीम सल्लल्लाहु अलैहि वसल्लम ठीक है खातम अंबिया दी कोई गल आ गई तो उन्होंने चुक कर रद्दी च सुट छड़नी। अगर हदीसों का दुनिया में वजूद भी ना होता तब भी मेरे इस दावे को कुछ हर्ज ना पहुंचता तो तुसी तो हदीस नूं मान ही नहीं रहे जनाब जिस जमात नूं तुसी फॉलो कर रहे हो। ਇਹਨੇ ਲੱਲੂ ਪੰਜੂ ਦਾ ਲਫ਼ਜ਼ ਆਪ ਇਸਤੇਮਾਲ ਕੀਤਾ ਤੇ ਉਹ ਜਦੋਂ ਤੁਹਾਡੇ ਖਬਰੀ से ਇਸਤੇਮਾਲ ਹੋਇਆ ਤੇ ਤੁਹਾਡੀਆਂ ਚੀਕਾਂ ਨਿਕਲ ਗਈਆਂ। ਇਹ ਕੋਈ ਗੱਲ ਕਰਨ ਵਾਲੀ ਬਈ ਇੱਕ ਬੰਦੇ ਨੇ ਬਸ ਕੀ ਕਹਿੰਦਾ ਮਿੱਛੇ ਅੰਦਰ ਇੱਕ ਉਹਨੂੰ ਰੋਗ ਵੀ ਸੜਿਆ ਤੇ ਫਿਰ ਵੀ ਬਾਈ ਜੀ ਖਤਮ ਮੈਂ ਗੱਲ ਹੀ ਨਹੀਂ ਕਰਨੀ ਤੇ ਇਹ ਫਿਰ ਐਸੇ ਇਤਰਾਜ਼ ਨਾਲ ਤੇ ਮੈਂ ਤਾਂ ਮਨ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ। ਅਸੀਂ ਤਾਂ ਘੰਟਾ ਉੱਥੇ ਬੈਠੇ ਰਹੇ ਹਾਂ। ਜੀ 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 ਭਾਈ ਸਾਹਿਬ ਵਾਪਸ ਆ ਗਏ ਤੁਸੀਂ? ਜੀ ਜੀ ਮੈਂ ਯਾਰ ਬੰਦੇ ਬਣੋ ਤੁਸੀਂ ਮਾਸ਼ਾਅੱਲਾ ਅੱਛੇ ਖਾਸੇ ਬੰਦੇ ਹੋ ठीक है। एक बंदे ने अगर एक दो गल कर भी सड़ी तो ਉਹਨੂੰ ਕਹੋ ਬਈ ਠੀਕ ਮੈਂ ਤੇਰੇ ਨਾਲ ਨਹੀਂ ਗੱਲ ਕਰਾਂਗੀ ਤੇ ਮੈਂ ਖਾਤੇ ਮੈਂ ਉਹਨੂੰ ਜਵਾਬ ਦੇਣਾ। ਮੈਂ ਲੱਡੂ ਪੰਜੇ ਤੇ ਮੈਂ ਮਾਈਂਡ ਹੀ ਨਹੀਂ ਕਰ ਰਿਹਾ ਸੀ। ਮੈਂ ਕਹਿ ਰਿਹਾ ਸੀ ਕਿ ਤੁਸੀਂ ਯਾਰ ਇੱਕ ਤੇ ਤੁਸੀਂ ਇੰਟਰਪਟ ਬੜੇ ਕਰ ਰਹੇ ਸੀ ਉਹ ਦੂਜੀ ਗੱਲ ਹੈ ਤੁਹਾਡੇ ਆਪਣੇ ਮਾਮੇ ਦੀ ਨਹੀਂ ਮਿਲਦੇ ਮੈਂ ਉਸ ਰੈਫਰੈਂਸ ਨਾਲ ਗੱਲ ਕਰ ਰਿਹਾ ਸੀ। ਤੁਸੀਂ ਚਾਹੀਦਾ ਐਸਾ ਸਬੂਤ ਇੱਕ ਕਹਿੰਦਾ ਮਾਮੇ ਦੀ ਈਸਾ ਇਬਨ ਮਰੀਮ नबी होंगे दूसरे कहता नहीं होंगे तीसरा कहता है कि वो नबी कोई किसी ने नहीं आना जावेद अहमद गांधी डॉक्टर इसरार और जाकिर नायक इतनी मैं सबूत दे सकता है। छोटे मोटे बंदे ने छोटे मोटे बंदे ने सर नहीं। और दूसरी गल है इमाम महदी दा ਤੁਹਾਡੇ ਆਪਣੇ ਉਲਮਾ ਦੀ ਕਿਤਾਬਾਂ 'ਚ ਮੈਂ ਦੇ ਸਕਦਾ ਰੈਫਰੈਂਸ ਕਿ ਉਹ ਕਹਿੰਦੇ ਨੇ ਅਸਲ ਕੁਰਾਨ ਇਹਨਾਂ ਦੇ ਕੋਲ ਹੈ
ਉਹ ਅਸਲ ਜਿਹੜੀ ਕੁਰਾਨ ਉਹਨਾਂ ਦੇ ਕੋਲ ਹੈ। ਨਹੀਂ ਮੇਰੀ ਗੱਲ ਸੁਣੋ ਨਾ, ਗੱਲ ਸੁਣੋ ਨਾ, ਹੁਣ ਤੁਸੀਂ ਗੱਲ ਸੁਣੋ ਨਾ। ਨਹੀਂ ਮੈਂ ਸਿਰਫ ਡਿਬੇਟ ਨਹੀਂ ਕਰ ਰਿਹਾ, ਮੈਂ ਡਿਬੇਟ ਵੀ ਨਹੀਂ ਕਰ ਰਿਹਾ ਸਰ, ਜਨਾਬ ਅਸੀਂ ਮੌਕਫ ਤੇ ਬਿਆਨ ਕਰਨ ਦੇਣਾ ਮੇਰੀ ਜਾਨ। ਅਸਲ ਕੁਰਾਨ ਉਹਨਾਂ ਦੇ ਕੋਲ ਹੈ, ਉਹ ਕਿਹੜਾ ਉਹ ਕੁਰਾਨ ਅਸਲ ਕੁਰਾਨ, ਹਾਂ ਅਸਲ ਕੁਰਾਨ ਹੈ। ਕਹਿੰਦੇ ਤੁਸੀਂ ਇਸ ਕੁਰਾਨ ਨਾਲ ਸਹੀ ਵੀ ਨਹੀਂ ਸਮਝਦੇ। ਇਹ ਵੀ ਮੇਰੇ ਕੋਲ ਰੈਫਰੈਂਸ ਪਏ ਨੇ। ਇਹ ਕਿੱਥੋਂ ਲਈ ਨਾ ਗੱਲ? ਇਹ ਤੁਹਾਡੇ ਕੋਲ ਮੈਂ ਦੇ ਦੇਣਾ, ਤੁਸੀਂ ਅਗਰ ਹਾਮੀ ਭਰੋਗੇ ਇਸ ਬਹਿਰੀਨ ਭਾਈ, ਅਗਰ ਤੁਸੀਂ ਬਾਹਰ ਕਰਦੇ ਹੋ, ਖੁਦਾ ਦੀ ਕਸਮ ਮੈਂ ਦੇ ਦੇਵਾਂਗਾ। ਚਾਹੀਦੇ ਤੁਹਾਨੂੰ ਤੇ ਦਵੋ ਨਾ, ਮੈਂ ਤਾਂ ਹੁਣ ਤੁਹਾਨੂੰ ਪੁੱਛ ਹਾਂ ਮੈਂ ਦੇ ਦੇਵਾਂਗਾ, ਮੈਂ ਰਵਾਦਾ ਕਰਦਾ ਦੇ ਦੇਵਾਂਗਾ। ਤੁਹਾਡੇ ਕੋਲ ਸ਼ਾਇਦ ਹੋ ਸਕੇ ਇਹੋ ਜਿਹਾ ਕੋਈ ਹਵਾਲਾ ਨਾ ਨਿਕਲੇ, ਠੀਕ ਹੈ? ਮੈਂ ਤੁਹਾਨੂੰ ਨਹੀਂ ਨਿਕਲੇਗਾ, ਮੈਂ ਪਾਇਆ ਨਾ, ਮੈਂ ਵਾਦਾ ਹੈ, ਖਲੋ ਤੇ ਜਾਓ ਯਾਰ, ਵਾਦਾ ਜੀ ਕਹਿ ਰਹੇ ਹਾਂ। ਕਿਤਨੇ ਬੰਦੇ ਸੁਣ ਰਹੇ ਨੇ? ਨਹੀਂ ਠੀਕ ਦੂਜੀ ਗੱਲ ਮੇਰਾ ਸੁਣ ਲਓ ਜ਼ਰਾ, ਇੰਗਾ ਆਖਰੀ ਦੂਜੇ ਮੈਂ ਕਹਿ ਰਿਹਾ ਬੰਦੇ ਕਰਦੇ ਇਮਾਮ ਮਹਿਦੀ ਜ਼ਿਆਦਾ, ਮੈਂ ਕਹਿ ਰਿਹਾ ਹੈ ਹਰ ਬੰਦੇ ਦਾ ਆਪਣਾ ਡਿਫਰੈਂਟ ਹੈ। ਮੈਂ ਤੁਹਾਡੀ और जब मैं ਕਿਹੜੀ ਕਿਤਾਬ ਪੜ੍ਹੀ ਹੈ? ਕਿਹੜੀ ਕਿਤਾਬ? ਮੈਂ ਤੁਹਾਡੀ साहब से यही कहा था, ਇਹ ਮੌਦੂਦੀ ਸਾਹਿਬ ਡਾਕਟਰ ਸਾਹਿਬ ਤੋਂ ਪੁੱਛਿਆ ਇਹ ਕੁਰਾਨ ਦੇ ਬਾਰੇ ਚ ਨਹੀਂ ਲਿਖਿਆ। ਇੱਕ ਮਿੰਟ ਖਲੋ ਜਾ ਯਾਰ, ਨਹੀਂ ਟੈਨਸ਼ਨ ਲਓ, ਸਾਡੇ ਉਲਮਾ ਦੀ ਮੈਂ ਤੇਰਾ ਸਵਾਲ ਪੁੱਛ ਰਿਹਾ। ਹੈਲੋ ਵਨਾਸ ਦੀ ਸੀਨ ਦੇ ਉੱਤੇ ਮੁੱਕੀ ਭਾਈ ਉਹ ਜਿਹੜਾ ਬੇਰੰਡਾ ਜਿਹੜਾ ਸਵਾਲ ਹੈ ਨਾ ਯਾਰ, ਤੁਸੀਂ ਲੋਕ ਤੁਹਾਡੀ ਕਿਤਾਬਾਂ ਚ ਨਹੀਂ ਲਿਖਿਆ। ਤੁਸੀਂ ਤੇ ਕੁਰਾਨ ਨੂੰ ਮੰਨਦੇ ਨਹੀਂ, ਤੁਸੀਂ ਤੇ ਕਹਿੰਦੇ ਬਈ ਕੁਰਾਨ ਜਿਹੜਾ ਹੈ, ਮਿਰਜ਼ਾ ਬਸ਼ੀਰੁੱਦੀਨ ਸਾਹਿਬ ਕਹਿੰਦੇ ਨੇ ਬਈ ਕੁਰਾਨ ਉਹੀ ਹੈ ਜਿਹੜਾ ਸਾਨੂੰ ਮਸੀਹ ਮੌਦ ਦੇ ਗਏ ਨੇ। ਠੀਕ ਹੈ ਨਾ? ਮੈਂ ਨਾ ਇਹਦੇ ਇਲਾਵਾ ਕੁਰਾਨ ਹੈ ਤੇ ਨਾ ਇਹਦੇ ਖਿਲਾਫ ਕੋਈ ਹਦੀਸ ਨਾਲੇ ਤੇ ਦਲਾ ਨਾ ਮਾਰੋ। ਮੈਂ ਤਾਂ ਤੁਹਾਨੂੰ ਖੋਲ ਕੇ ਆਪਣਾ ਕੁਰਾਨ ਦਿਖਾ ਛੜਿਆ, ਤੁਸੀਂ ਹੁਣ ਸਾਨੂੰ ਖੋਲ ਕੇ ਵਿਖਾਓ ਜੀ ਮਸੀਹ ਮੌਦ ਨੇ ਜਿਹੜਾ ਕੁਰਾਨ ਦਿੱਤਾ ਉਹ ਕਿਹੜਾ ਕੁਰਾਨ ਹੈ? ਦੇਖੋ ਮੇਰੀ ਗੱਲ ਹੈ, ਤੁਸੀਂ ਆਪਣੀ ਕਿਤਾਬਾਂ ਕੀ ਨਹੀਂ ਮੰਨ ਰਹੇ। ਉਹੀ ਗੱਲ ਇਹਨੂੰ ਕਹਿੰਦੇ ਜਨਾਬ, ਮੈਂ ਤਾਂ ਕੁਰਾਨ, ਮੇਰੀ ਕਿਤਾਬ ਦੇ ਕੁਰਾਨ ਹੈ। ਨਹੀਂ ਤੁਹਾਡੀ ਕਿਤਾਬਾਂ ਚ ਨਹੀਂ ਲਿਖਿਆ, ਸ਼ੀਆ ਦੀ ਕਿਤਾਬਾਂ ਚ ਨਹੀਂ ਲਿਖਿਆ ਕਿ ਅਸਲੀ ਕੁਰਾਨ ਨਹੀਂ ਹੈ। ਮੈਂ ਇਤਨਾ ਬਸ ਪੁੱਛਣਾ, ਹਾਂ ਨਾ ਇਸ ਪੁੱਛਣਾ। ਉਹ ਜਨਾਬ ਕਿਤਾਬ ਕਿਹੜੀ ਹੈ? ਤੁਸੀਂ ਪੜ੍ਹੀ ਹੈ ਨਾ ਕਿਤਾਬ ਕਿਹੜੀ ਹੈ? ਮੈਂ ਤੁਹਾਨੂੰ ਹਾਂ ਮੈਂ ਕਿਤਾਬ ਹੀ ਦੇ ਦੇਵਾਂਗਾ, ਦੇ ਦਿਆਂਗਾ ਜਦੋਂ ਪਤਾ ਵਾਲਾ ਹੀ ਕੋਈ ਨਹੀਂ, ਕਿਤਾਬ ਦਾ ਨਾਮ ਵੀ ਨਹੀਂ ਆਉਂਦਾ। ਮੈਂ ਵਾਦਾ ਕਰ ਰਿਹਾ, ਮੈਂ ਵਾਦਾ ਕਰ ਰਿਹਾ, ਠੀਕ ਹੈ? ਉਹਦਾ ਰੈਫਰੈਂਸ ਪੂਰਾ ਦੇ ਦੇਵਾਂਗਾ। ਤੁਸੀਂ ਕਹਿੰਦੇ ਬਈ ਤੁਸੀਂ ਪੜ੍ਹਿਆ ਤੇ ਤੁਹਾਨੂੰ ਕਿਤਾਬ ਯਾਦ ਨਹੀਂ, ਰੈਫਰੈਂਸ ਯਾਦ ਨਹੀਂ, ਠੀਕ ਹੈ? ਮੈਂ ਜਿਹੜੀ ਸਹੀ ਕਲਾਮੀ ਕਰਾਂ, ਮੈਂ ਉਹ ਕਿਤਾਬ ਨਹੀਂ ਪੜ੍ਹੀ, ਲੇਕਿਨ ਰੈਫਰੈਂਸ ਮੈਂ ਪੜ੍ਹਿਆ। ਦਾਵਾ ਬੇਕਾਰ ਹੈ ਜਿਹਦੀ ਕੋਈ ਹਾਂ ਮੈਂ ਤਾਂ ਹੀ ਕਹਿ ਰਿਹਾ, ਅਗਰ ਉਹ ਗਲਤ ਨਿਕਲਿਆ ਨਾ ਮੈਂ ਦਿੱਤਾ, ਮੇਰੀ ਸਜ਼ਾ ਉਹ ਜੋ ਤੁਸੀਂ ਕਹੋਗੇ ਮੈਂ ਕਰਾਂਗਾ। ਇਹ ਰਿਕਾਰਡ ਹੋ ਗਿਆ, ਲੇਕਿਨ ਮੈਂ ਤੁਹਾਨੂੰ ਵਾਲੇ ਕੁਰਾਨ ਖੋਲ ਕੇ ਵਿਖਾਇਆ ਨਹੀਂ ਵਿਖਾਇਆ? ਨਹੀਂ ਬਿਸਮਿਲ੍ਲਾ ਦੀ ਬਾਤ ਸ਼ੁਰੂ ਹੁੰਦਾ ਵਰਨਾਸ ਦੀ ਸੀਨ ਕਿਆ ਸ਼ੀਆ ਹਜ਼ਰਤ ਦੇ ਕਿਤਾਬਾਂ 'ਚ ਨਹੀਂ ਲਿਖਿਆ। ਮੈਂ ਇੱਕ ਸਵਾਲ ਪੁੱਛ ਰਿਹਾ ਕਿ ਇਹ ਕੁਰਾਨ ਅਸਲੀ ਕੁਰਾਨ ਹੈ, ਕੋਈ ਇਮਾਮ ਮਹਿਦੀ ਕੋਲ ਕੁਰਾਨ ਨਹੀਂ ਹੈ। ਮੈਂ कहना है रिवायत साढ़े किताबा के अंदर नहीं है कि भाई नहीं लिखिया नहीं किसी अलमा ने नहीं लिखिया, आलम ने नहीं लिखिया। जनाब फिर तुसी अज्जी पिछे दी गल करनी है, मैं कहना नहीं है साडे साडा ईमान ही नहीं है कि कुरान असली कुरान ने नहीं लिखिया। मैं तो साडी गल कर रहे हैं तुसी जनाब, अगर मैं हुन इथे लोरे दी गल शुरू कर लवां मिर्जा बशीरुद्दीन अहमद साहब दी करना, देखे जिस वे गल होएगी ते कर लेना, जिस वे गल होएगी ते कर लेना। और थल्लों उस्ताद मैं तो जवाब पूछ रहा ना उसका जवाब दे दियो। ਤੁਹਾਡਾ ਤੇ ਕੁਰਾਨ ਹੋਏ, ਤੁਹਾਡਾ ਕੁਰਾਨ ਤੇ ਹੋਏ ਕਿ ਤੁਸੀਂ ਫਰਮਾਇਆ ਕਿ ਬਈ ਮਸੀਹ ਜਿਹੜਾ ਕੁਰਾਨ ਸਾਨੂੰ ਮਸੀਹ ਮੌਦ ਨੇ ਦੇ ਛੜਿਆ। ਉਹ ਮੇਰਾ ਕੁਰਾਨ ਦਾ ਛੱਡੋ, ਜਿਹੜਾ ਸਵਾਲ ਹੋ ਰਿਹਾ ਉਹ ਪੁੱਛੋ, ਅਗਰ ਨਹੀਂ ਦੇਣਾ ਤੇ ਜਾਇ ਦਿਓ, ਮੇਰਾ ਟਾਈਮ ਨਾ ਜ਼ਾਇਆ ਬੰਦਾ ਕਰ ਸਕਦਾ। ਤੁਸੀਂ ਕਾਂਚ ਦੇ ਬਣੇ, ਤੁਹਾਨੂੰ ਕੋਈ ਬੰਦਾ ਸਵਾਲ ਨਹੀਂ ਕਰ ਸਕਦਾ। ਮੈਂ ਪਹਿਲੇ ਜਦ ਪੁੱਛ ਰਿਹਾ ਨਾ, ਤੁਸੀਂ ਜ਼ਰਾ ਆਪਣਾ ਮੂੰਹ ਬੰਦ ਕਰੋ। ਕੋਈ ਬੰਦਾ ਸਵਾਲ ਕਰੇ, ਤੁਸੀਂ ਮਤਲਬ ਤੁਹਾਡੇ ਟੁੱਟਣ ਦਾ ਡਰ, ਟੁੱਟ ਨਾ ਜਾਏ, ਕਾਂਚ ਦੀ ਗੁੜੀ ਹੈ। ਮੈਂ ਉਹਨਾਂ ਕੋਲ ਪੁੱਛ ਰਿਹਾ, ਤੁਸੀਂ ਜ਼ਰਾ ਖਾਮੋਸ਼ ਰਹੋ। ਜਦੋਂ ਤੁਹਾਡੇ ਕੋਲ ਹਵਾਲਾ ਹੀ ਹੈ ਨਹੀਂ, ਉਹਨਾਂ ਕੋਲ ਜਵਾਬ ਨਹੀਂ, ਸਵਾਲ ਨਹੀਂ, ਤੁਸੀਂ ਗੱਲ ਪੇ ਕਰਦੇ ਹੋ ਹਵਾਲਾ ਹੈ, ਕਹਿ ਦਿਓ ਹਾਂ ਨਾ ਤੇ ਉਹਦਾ ਸਬੂਤ ਲੈ ਆਵੋ। ਜਿਹੜੀ ਗੱਲ ਪੇ ਕਰਦੇ ਹੋ ਨਾ ਉਹਦਾ ਜਾਂ ਤੇ ਹਵਾਲਾ ਲੈ ਆਵੋ, ਤੇ ਜੇ ਤੁਹਾਡਾ ਹਵਾਲਾ ਚਾਹੀਦਾ ਤੇ ਮੈਂ ਲਾ ਦੇਣਾ ਹੁਣ। ਉਹ ਤੁਸੀਂ ਖਾਮੋਸ਼ ਰਹੋ ਨਾ, ਆਪਣਾ ਪਤਾ ਨਹੀਂ ਜਿਹੜਾ ਤੁਹਾਡਾ ਹਵਾਲਾ ਤੁਹਾਨੂੰ ਅਸਦ ਭਾਈ ਨੂੰ ਪੁੱਛਦੇ ਨੇ, ਉਹਦਾ ਹਵਾਲਾ ਮੈਂ ਹੁਣ ਲਾ ਦੇਣਾ। ਬਸ਼ੀਰੁੱਦੀਨ ਮਹਿਮੂਦ ਅਹਿਮਦ ਕਹਿੰਦਾ ਹੈ ਆਪ ਕੋਈ ਕੁਰਾਨ ਨਹੀਂ ਯਾਰ। ਦੂਸਰੇ ਦਾ ਵੀ ਸੁਣ ਲੈਣਾ, ਆਪਣਾ ਨਹੀਂ ਪਤਾ ਕੌਣ ਹੈ, ਉਹ ਦੂਜੇ ਦਾ ਵੀ ਸੁਣ ਲੈਣਾ। ਤੂੰ ਇੱਕ ਨਹੀਂ ਨਾ ਵੀ ਕੋ ਸਮਾਨ ਤੋਂ ਉਤਰ ਆਇਆ ਹੈ, ਤੂੰ ਸਮਾਨ ਤੋਂ ਉਤਰ ਆਇਆ ਕਿ ਤੂੰ ਦੂਜੇ ਦਾ ਸਵਾਲ ਨਹੀਂ ਲੈਣਾ ਹੈ। ਇੱਥੇ ਆ ਕੇ ਡਿਕਟੇਸ਼ਨ ਦੇਣੀ ਤੇ ਆਪਣਾ ਆਰਡਰ ਚਲਾਣਾ, ਕੋਈ ਤੁਹਾਡਾ ਮੁਤਾਜ ਹੈ ਬੰਦਾ। ਜਿਹੜਾ ਬਸ਼ੀਰੁੱਦੀਨ ਮਹਿਮੂਦ ਅਹਿਮਦ ਨੇ ਕਿਹਾ ਹੈ ਕਿ ਸਾਡਾ ਹੁਣ ਹੋਰ ਕੋਈ ਕੁਰਾਨ ਨਹੀਂ ਸਿਵਾਏ ਉਹਦੇ ਜਿਹੜਾ ਮਿਰਜ਼ਾ ਕਾਦੀਆਨੀ ਨੇ ਸਾਨੂੰ ਕੁਰਾਨ ਦਿੱਤਾ ਹੈ, ਇਹ ਕਬੂਲ ਹੈ ਗੱਲ ਤੁਹਾਨੂੰ? कोई हदीस नहीं सिवाय जिदी ये तस्दीक करें। हाँ मैं नज़ीर साहब आपको अपने बंदे खंजीर कहते हैं, हम इज्जत देते हैं आपको। ओ भाई मैनू अपने बंदे खंजीर कहंदे ने, तेरे दो तकलीफां नु जानी कहंदे ने, तेरे दो तकलीफां नु जानी कहंदे ने, जानी इसमें हमारा कसूर है? तेरे फिर भी ये बात जानी कहंदे ने, मैं उन्हें इज्जत देना बशीरुद्दीन महमूद अहमद पूरा नाम अदा लेना देता हूं आपको। और जिन्हों जानी कहंदे ना शेख अब्दुर्रहमान मिस्री, जिन्हों जानी कहंदा है मैं बशीरुद्दीन महमूद अहमद साहब कह रहा हूं। ओहो मैं तो आपको भाई बशीरुद्दीन महमूद अहमद खंजीर कहते हैं, जानी क्या बात हुई? बैरी साहब ਤੁਸੀਂ ਗੱਲ ਨਹੀਂ ਕਰਨੀ, ਉਹਦੇ ਬਾਰੇ ਬਿਆਨ ਛਪਿਆ ਹੈ ਕਿ ਜਾਨੀ ਇਜ਼ਨਾ ਕਰਦਾ ਸੀ। ਕਰਨੀ ਗੱਲ ਮੈਂ ਪਿਆਨਾ ਵੀ ਜੇ ਤੂੰ ਇੰਜ ਕਰੇਂਗਾ ਨਾ ਤੇ ਮੈਨੂੰ ਤੇਰੇ ਨਾਲ ਬਿਹਤਰ ਜਵਾਬ ਮੇਰੇ ਉੱਤਰ ਦੇਣੇ ਆਉਂਦੇ ਨੇ। ਤੁਹਾਡੇ ਮਰਜ਼ਈਆਂ ਚੋਂ ਇਹ ਐਡਾ ਸ਼ਿਆਰ ਕੋਈ ਜੰਮਿਆ ਆਮਿਰ ਭਾਈ। ਮੈਂ ਪਿਆਨਾ ਕਿ ਜੇ ਮੈਨੂੰ ਕੋਈ ਖੰਜ਼ੀਰ ਕਹਿੰਦਾ ਨਾ ਮੁਸਲਮਾਨ, ਆਮਿਰ भाई ਤੈਨੂੰ ਜ਼ਾਨੀ ਕਹਿੰਦੇ ਨੇ, 2 ਨੰਬਰ ਖਲੀਫਾ ਜ਼ਾਨੀ ਕਹਿੰਦੇ ਨੇ। मैं आपसे बात ही नहीं कर रहा था। ओ भाई आमिर भाई
ਹੁਣ ਤੇਰੇ ਖਲੀਫਾ ਨੂੰ आमिर भाई आपको ਮੈਂ ਉਹਨੂੰ ਇੱਜ਼ਤ ਦਿੰਦਾ, ਮੈਂ ਇਹਨੂੰ ਇੱਥੇ ਬਸ਼ੀਰੁद्दीन महमूद ਕੋਈ ਮਰਜ਼ੀ ਉਹਦਾ ਪੂਰਾ ਨਾਮ ਇਹ ਤੁਸੀਂ ਉਹਨਾਂ ਨੂੰ ਵਾਲਦ ਵੀ ਬਣਾ यार चलें ठीक है ओके फिर बहरीन भाई ਤੁਹਾਡੀ ਆ ਔਕਾਤ ਜਾ ਜਾ ਦੌੜ ਜਾ ਨਹੀਂ ਗੱਲ ਦੌੜ ਕਰਨ ਜਾ। ਦੀ ਹਿੰਮਤ ਨਹੀਂ ਅਗਰ ਇਨਸਾਨ ਦੇ ਬੱਚਿਆਂ ਨਾਲ ਗੱਲ ਕਰਨੀ ਓਕੇ ਹੈ, ਅੱਲਾ ਇਨਸਾਨ ਦੇ ਬੱਚਿਆਂ ਨਾਲ ਗੱਲ ਕਰਨੀ ਹੈ, ਇਹ ਤਰੀਕਾ ਹੁੰਦਾ ਗੱਲ ਕਰਨ ਦਾ। ਸਲਵਾਰ ਤੇ ਲੈ ਸਵਾਲ ਲੈ ਤੇ ਜਵਾਬ ਦੇ, ਸਲਵਾਰ ਉੱਤਰ ਕੇ ਸਵਾਲ ਕਰ ਤੇ ਆਮਿਰ ਸਵਾਲ ਲੈ ਭਾਈ ਅਗਲੇ ਦਾ। ਹੁਣ ਆਮਿਰ ਭਾਈ ਹੁਣ ਆਮਿਰ ਅੱਬੂ ਜੀ। ਕਹੋ ਨੱਬੂ ਜੀ ਕਹੋ ਉਹ ਸਲਵਾਰ ਤੇ ਲੈ ਜਦੋਂ ਤੁਸੀਂ ਇਹਨਾਂ ਨਾਲ ਲਿਖ ਕੇ ਗੱਲ ਕਰੋਗੇ ਤੇ ਠੂਏ ਇਹ ਸੱਪ ਨੇ, ਇਨਸਾਨ ਦੇ ਬੱਚੇ ਨਹੀਂ ਹਨ। ਇਹਨਾਂ ਨਾਲ ਤੁਸੀਂ ਲਿਖ ਕੇ ਗੱਲ ਕਰੋਗੇ ਉੱਤੇ ਚੜ੍ਹਦੇ ਲੱਗੇ ਜਾਣਗੇ। ਨਹੀਂ ਇਹਨੇ ਇhtਰਾਮ ਦੇ ਨਾਲ ਗੱਲ ਹੋ ਰਹੀ ਹੈ, ਠੀਕ ਹੈ ਨਾ, ਕੱਚ ਦਾ ਬਣਿਆ ਕਿ ਟੁੱਟ ਜਾਏਗਾ, ਇਹ ਮੈਨੂੰ ਇੰਨੇ ਬੰਦੇ ਨੇ ਮੈਂ ਤਾਂ ਫਿਰ ਮੈਂ ਕਹਿੰਦਾ ਮੇਰੇ ਤਾਂ ਕੱਲ ਜਨਾਜ਼ਾ ਨਿਕਲ ਜਾਣਾ ਚਾਹੀਦਾ ਸੀ, ਜੇ ਪੰਜ ਮਰਜ਼ੋਟੇ ਮੈਨੂੰ ਪਏ ਨੇ, ਠੀਕ ਹੈ ਨਾ, ਉਹ ਘੁਮਾ ਕੇ ਕੰਧਾਂ 'ਚ ਠੀਕ ਹੈ ਚੀਕਾਂ ਨਿਕਲ ਗਈਆਂ ਨੇ ਮਰਜ਼ੋਟਿਆਂ ਦੀਆਂ, ਤੇ ਉੱਥੇ ਤੇ ਮੈਂ ਇਹਨੂੰ ਕਹਿਣਾ ਚਾਹੀਦਾ ਸੀ ਓਏ ਮੈਂ ਤੇ ਮੈਨੂੰ ਤੇ ਜਿਹੜਾ ਉਹ ਲੱਗ ਗਈ ਹੈ, ਮੈਂ ਕੱਚ ਦਾ ਸਾਂ ਮੈਂ ਬਣਿਆ ਸਾਂ। ਸਵਾਲ ਕਹਿ ਰਹੇ ਮੇਰੇ ਉੱਤੇ ਇਤਰਾਜ਼ ਕੀਤਾ ਭਾਈ, ਕੁਰਾਨ ਤੁਸੀਂ ਤਹਿਰੀਰ ਕੁਰਾਨ ਦੇ ਮੈਂ ਤੇ ਕੁਰਾਨ ਖੋਲ ਕੇ ਵਿਖਾ ਛੜਿਆ ਭਾਈ, ਬਿਸਮਿਲ੍ਲਾ ਦੀ ਬਾਤ ਵਨਾਸ ਦੀ ਸੀਨ ਤਾਂ ਕੋਈ ਕੁਰਾਨ ਹੈ ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਦਿੱਤਾ, ਤੇ ਤੁਸੀਂ ਅੱਛਾ ਅੱਗੋਂ ਸਵਾਲ ਅਸੀਂ ਰੱਖ ਰਹੇ ਭਾਈ, ਮਿਰਜ਼ਾ ਬਸ਼ੀਰੁद्दीन ਅਹਿਮਦ ਸਾਹਿਬ ਨੇ ਕਿਹਾ ਕਿ ਹੁਣ ਕੋਈ ਕੁਰਾਨ ਨਹੀਂ ਜਿਹੜਾ ਮਸੀਹ ਮਊਦ ਨੇ ਦਿੱਤਾ ਉਹੀ ਕੁਰਾਨ ਹੈ, ਠੀਕ ਹੈ, ਔਰ ਉਹੀ ਹਦੀਸ ਹੈ ਜਿਹੜਾ ਮਸੀਹ ਮਊਦ ਨੇ ਸਾਨੂੰ ਦਿੱਤੀ ਹੈ, ਤੁਸੀਂ ਮੰਨਦੇ ਹੋ? ਕਦੀ ਸੱਜੇ ਕਦੀ ਖੱਬੇ ਤੇ ਅੱਗੋਂ ਉਹ ਗਾਲਾਂ ਤੇ ਆ ਗਏ, ਇਹ ਰੱਡੇ ਕੋ ਬੇਸ਼ਰਮੀ ਹੈ। ਹਰ ਅਮਲ ਦਾ ਰੱਦੇ ਅਮਲ ਹੁੰਦਾ ਹੈ, ਇਹ ਤੁਹਾਡਾ ਰੱਦੇ ਅਮਲ ਹੈ ਮਰਜ਼ਾਈਓ, ਜਿਹੜਾ ਤੁਸੀਂ ਹਰਕਤ ਰਾਤੀ ਕੀਤੀ ਹੈ ਨਾ, ਇਹ ਉਹਦਾ ਰੱਦੇ ਅਮਲ ਹੈ। ਅਗਰ ਇਨਸਾਨ ਦੇ ਬੱਚਿਆਂ ਨਾਲ ਤੁਸੀਂ ਗੱਲ ਕਰਨੀ ਹੈ ਫਿਰ ਤੇ ਬਹੁਤ ਖੂਬ, ਅਸੀਂ ਪੋਸਟਰ ਪਿੱਛੇ ਕਰ ਦਿਆਂਗੇ। ਅਗਰ ਤੁਹਾਡੇ 'ਚ ਕੋਈ ਇਨਸਾਨ ਦਾ ਬੱਚਾ ਇੱਕ ਵੀ ਨਹੀਂ, ਸਾਰੇ ਜ਼ੁਰੀਅਤੁਲ ਬਗਾਇਆ ਹੋ, ਤੇ ਕੋਈ ਸਾਨੂੰ ਮੁਹਤਾਜਗੀ ਨਹੀਂ ਹੈ ਤੁਹਾਡੇ ਨਾਲ ਗੱਲ ਕਰਨ ਦੀ। ਅਸੀਂ ਲੋਕਾਂ ਨੂੰ ਦੱਸਾਂਗੇ ਜੋ ਤੁਹਾਡੇ ਅੰਦਰ ਗੰਦ ਹੈ, ਜੋ ਤੁਹਾਡੀ ਗਲਾਜ਼ਤ ਹੈ ਨਾ, ਅਸੀਂ ਇੱਥੇ ਬਹਿ ਕੇ ਲੋਕਾਂ ਨੂੰ ਦੱਸੀ ਆਵਾਜ਼ ਜਾ ਰਹੀ ਹੈ। ਜਿਉਂ ਹੀ ਮੈਂ ਬਰਾੜ ਤੇ ਆਵਣਾ ਤੇ ਬਨੇਰਿਆਂ ਤੇ ਬਹਿ ਕੇ ਕਾਵਾਂ ਹਾਰ ਤੇ ਟੁੱਕਰ ਚੁੱਕਣ ਦੀ ਕੋਸ਼ਿਸ਼ ਕਰਦੇ ਵੀ ਹੋਣੇ, ਕੋਈ ਇਹਦੇ ਮੂੰਹ 'ਚ ਕੋਈ ਡਿੱਗੇਗੀ ਥੱਲੇ, ਕੋਈ ਭੋਰਾ ਡਿੱਗੇਗਾ ਤਾਂ ਅਸੀਂ ਚੁੱਕ ਲਾਂਗੇ। ਦਰੇਕਾਂ ਤੇ ਕੰਢਿਆਂ ਤੇ ਬਹਿ ਕੇ ਸੁਣਦੇ ਪਏ ਹੋ, ਆਮਦਿਆਂ ਜੁੰ ਫਲਾਣੇ ਨੇ ਆਖਿਆ, ਉਹ ਮੌਲਾਨਾ ਮਦੂਦੀ ਨੇ ਆਖਿਆ, ਸ਼ੀਆ ਨੇ ਆਖਿਆ, ਜਮਾਤ ਇਸਲਾਮੀ ਨੇ ਆਖਿਆ। ਉਹ ਮਾਮਾ ਜਦੋਂ ਤੁਹਾਡਾ ਮੁਸਲਮਾਨਾਂ ਨਾਲ ਬਿਲ ਇਜਮਾ ਇਖਤਲਾਫ ਹੈ, ਪੂਰੀ ਉਮਤ ਨਾਲ ਤੁਹਾਡਾ ਇਖਤਲਾਫ ਹੈ, ਤੇ ਫਿਰ ਤੁਹਾਡਾ ਤਲਕ ਕਿਵੇਂ ਕਿ ਤੁਸੀਂ ਕਿਸੇ ਬਰੇਲਵੀ, ਕਿਸੇ ਦਿਓਬੰਦੀ, ਕਿਸੇ ਸ਼ੀਆ, ਕਿਸੇ ਸੁੰਨੀ ਦਾ ਨਾਂ ਲੈ ਕੇ ਸਵਾਲ ਕਰੋ? ਤੁਸੀਂ ਆਖੋ ਤੁਹਾਡੇ ਮੁਸਲਮਾਨਾਂ ਦਾ ਇਹ ਕੀ ਬੇਸ਼ਰਮ ਕੌਮ। ਇਸ ਗਲੀਜ਼ ਕੌਮ ਨਾਲ ਗੱਲ ਕਰਨ ਦੀ ਕੋਈ, ਜਦੋਂ ਤੁਸੀਂ, ਮੈਂ ਅਰਜ਼ ਕਰਨਾ ਕਿ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਨਾ ਲਿਖ ਕੇ ਗੱਲ ਕਰਨ ਦੀ, ਇਹਨਾਂ ਨਾਲ ਆਪਣੀ ਕੋਈ ਸ਼ੋਅ ਕਰੋਗੇ, ਕਮਜ਼ੋਰੀ ਜ਼ਾਹਿਰ ਕਰੋਗੇ, ਬਈ ਉਹ ਯਾਰ ਗੱਲ ਕਰ ਲੈਣੀ ਚਾਹੀਦੀ, ਗੱਲ ਵੀ ਕਰਨੀ ਨਹੀਂ, ਇਹ ਤੁਹਾਡੇ ਉੱਤੇ ਚੜ ਜਾਣਗੇ। ਇਹ ਜੋ ਕੁਝ ਹੋਇਆ ਹੈ ਨਾ ਪਿਛਲੇ ਇੱਕ ਅਰਸਾ ਦਰਾਜ਼ ਵਿੱਚ, ਕਿ ਅਸੀਂ ਮਿਰਜ਼ਾ ਸਾਹਿਬ ਕਹਿੰਦੇ ਰਹੇ, ਇਹ ਹਰਾਮਜ਼ਾਦੇ ਸਾਡੇ ਨਬੀ ਦੇ ਉੱਤੇ ਭੌਂਕਦੇ ਰਹੇ ਪਿਛਲੇ ਕਈ ਮਹੀਨਿਆਂ ਤੋਂ, ਇਹ ਉਹਦਾ ਰਿਜ਼ਲਟ ਹੈ। ਜੇ ਪਹਿਲੇ ਦਿਨ ਹੀ ਇਹਨਾਂ ਨੂੰ ਉਸੇ ਸਿੰਘਾਂ ਦੇ ਉੱਤੇ ਚੁੱਕ ਕੇ ਰੱਖਿਆ ਹੁੰਦਾ ਨਾ, ਜਿਹੜੇ ਸਿੰਘਾਂ ਦੇ ਪਹਿਲੇ ਇੱਥੇ ਲੋਕਾਂ ਨੇ ਆਉਂਦਿਆਂ ਚੁੱਕਿਆ ਸੀ ਇਹਨਾਂ ਨੂੰ, ਤੇ ਇਹਨਾਂ ਨੇ ਆਪਣੀ ਔਕਾਤ 'ਚ ਰਹਿਣਾ ਸੀ। ਅਸੀਂ ਕਿਹਾ ਸਾਡੇ ਕਈ ਬੇਵਕੂਫ ਮੁਸਲਮਾਨ ਟੁਰ ਜਾਂਦੇ ਨੇ ਇਹਨਾਂ ਦੀਆਂ ਬਰਾਡਾਂ ਤੇ ਚਲੋ ਅਸੀਂ ਉਹਨਾਂ ਨੂੰ ਦਲੀਲ ਨਾਲ ਗੱਲ ਕਰਾਂ ਦੇ, ਸਮਝਾਉਣ ਦੇ, ਗੱਲ ਕਰਾਂ ਦੇ, ਤੇ ਉਹ ਵੀ ਸੁਣਨ ਦੇ, ਸਾਡੇ ਕੋਲੋਂ ਕੋਈ ਸਵਾਲ ਲੈਣਗੇ, ਆਪਣੇ ਕੋਲੋਂ ਕੋਈ ਸਵਾਲ ਕਰਨਗੇ। ਲੇਕਿਨ ਉਹਦਾ ਨਤੀਜਾ ਕੀ ਨਿਕਲਿਆ? ਅਸੀਂ ਉਹਨਾਂ ਦੇ ਸਾਹਿਬ ਕਹਿੰਦੇ ਰਹੇ, ਮਿਰਜ਼ੇ ਨੂੰ ਸਾਹਿਬ ਕਹਿ ਕੇ ਸਾਡੇ ਮੂੰਹ 'ਚ ਛਾਲੇ ਆ ਗਏ। ਇਹਨਾਂ ਸਾਡੇ ਮਹਿਬੂਬ ਨਬੀ ਦੇ ਉੱਤੇ ਬਕਵਾਸਾਂ ਕੀਤੀਆਂ, ਇਹਨਾਂ ਸਹਾਬਾ ਦੇ ਉੱਤੇ ਬਕਵਾਸਾਂ ਕੀਤੀਆਂ, ਇਹਨਾਂ ਉਮਹਾਤੁਲ ਮੋਮਿਨੀਨ ਦੇ ਉੱਤੇ ਭੌਂਕੇ। ਇਹਨਾਂ ਨੇ ਕਿਹੜੀ ਗੁਸਤਾਖੀ ਇੱਥੇ ਨਹੀਂ ਕੀਤੀ ਹੈ? ਰਾਜਪਾਲ ਦੀ ਇਹਨਾਂ ਕਿਤਾਬ ਤੱਕ ਪੜ੍ਹੀ, ਕਿਹੜੀ ਅਸੀਂ ਗੱਲਾਂ ਇਹਨਾਂ ਦੀ ਬਰਦਾਸ਼ਤ ਨਹੀਂ ਕਰਦੇ ਰਹੇ। ਕੋਈ ਹੁਣ ਕਿਸੇ ਕਿਸਮ ਦੀ ਇਹਨਾਂ ਨਾਲ ਨਰਮੀ ਤੇ ਲਚਕ ਦਾ ਮੁਜ਼ਾਹਰਾ ਨਾ ਕਰੋ। ਇਹਨਾਂ ਨੂੰ ਉੱਥੇ ਪੁਰ ਰਹਿਣ ਦਿਓ, ਲੋਕਾਂ ਨੂੰ ਦੱਸੋ ਕਿ ਇਹ ਦੁਨੀਆ ਦੀ ਹਰਾਮਜ਼ਾਦੀ ਕੌਮ ਇੱਕ ਜਿਹੜੀ ਮੁਸਲਮਾਨਾਂ 'ਚੋਂ ਨਿਕਲੀ ਹੈ, ਤੇ ਉਹ ਮੁਸਲਮਾਨਾਂ ਦੇ ਪੈਗੰਬਰ ਦੇ ਉੱਤੇ ਭੌਂਕਦੇ ਨੇ। ਇਹਨਾਂ ਦੇ ਨਾਲ ਦੇ ਗੰਦੇ ਤੇ ਗਲੀਜ਼ ਲੋਕ ਅੱਲਾ ਦੀ ਇਸ ਧਰਤੀ ਦੇ ਉੱਤੇ ਕੋਈ ਪਾਏ ਨਹੀਂ ਜਾਂਦੇ, ਕਿ ਜਿਹਨੂੰ ਆਪਣਾ ਨਬੀ ਮੰਨਣ, ਰਸੂਲ ਮੰਨਣ, ਪੈਗੰਬਰ ਮੰਨਣ, ਉਹਨਾਂ ਉੱਤੇ ਹੀ ਭੌਂਕਣ। ਇਸ ਤਰ੍ਹਾਂ ਦੀ ਕੋਈ ਦੁਨੀਆ ਦੇ ਉੱਤੇ ਕੌਮ ਨਹੀਂ ਪਾਈ ਜਾਂਦੀ ਹੈ। ਹਾਂ, ਮੁਖਾਲਫ ਲੋਕ ਕਰਦੇ ਨੇ, ਜਿਹੜੇ ਮੁਖਾਲਫ ਨੇ। ਸਵੀਡਨ ਦੇ ਵਿੱਚ ਉਹਨੇ ਕੁਰਾਨ ਨੂੰ ਅੱਗ ਵੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਕਾਰਟੂਨ ਵੀ ਉਹਨਾਂ ਬਣਾਏ ਨੇ ਨਬੀ ਪਾਕ ਦੇ, ਮੁਖਾਲਫ ਸਨ ਨਾ। ਇਹੋ ਜਿਹਾ ਹਰਾਮਜ਼ਾਦਾ ਤਾਂ ਕੋਈ ਨਹੀਂ ਨਾ ਜਿਹੜਾ ਆਖੇ ਵੀ ਮੈਂ ਇਸੇ ਘਰ ਦਾ ਵਾਂ ਤੇ ਆਪਣੇ ਪਿਓ ਦਾ ਤਹਿਮਤ ਚੁੱਕਣ ਦੀ ਕੋਸ਼ਿਸ਼ ਕਰੇ, ਪਿਓ ਨੂੰ ਨੰਗੀਆਂ ਕਰਨ ਦੀ ਕੋਸ਼ਿਸ਼ ਕਰੇ। ਐਡਾ ਵੀ ਕੋਈ ਹਰਾਮਜ਼ਾਦਾ ਹੁੰਦਾ ਹੈ? ਉਹ ਸਮਝੋ ਉਸ ਪਿਓ ਦਾ ਪੁੱਤਰ ਹੀ ਨਹੀਂ ਹੈ, ਉਹ ਕਿਸੇ ਰਾਹੀ ਦੀ ਸੱਟ ਹੈ, ਉਹ ਹਲਾਲਜ਼ਾਦਾ ਨਹੀਂ ਹੈ। ਜਿਹੜਾ ਆਪਣੇ ਪਿਓ ਨੂੰ, ਜਿਹਨੂੰ ਪਿਓ ਆਖਦਾ ਹੈ,
ਉਹਨੂੰ ਉਹ ਗੰਦਾ ਕਰਨ ਦੀ ਤੇ ਨੰਗਾ ਕਰਨ ਦੀ ਕੋਸ਼ਿਸ਼ ਕਰੇ ਨਾ, ਤੇ ਸਮਝੋ ਕਿ ਉਹ ਹਲਾਲ ਜ਼ਾਦਾ ਨਹੀਂ ਹੈ, ਹਰਾਮ ਜ਼ਾਦਾ ਹੈ। ਇਹ ਹਰਾਮ ਜ਼ਾਦੇ ਨੇ, ਮੈਂ ਤੁਹਾਨੂੰ ਦੱਸਿਆ, ਇਹਨਾਂ 'ਚ ਇੱਕ ਵੀ ਹਲਾਲ ਜ਼ਾਦਾ ਨਹੀਂ ਹੈ। ਜੀ ਅਸੀਂ ਸਾਹਿਬ ਕਹਿੰਦੇ ਰਹੇ ਉਹਨੂੰ ਕਜ਼ਾਬ ਨੂੰ, ਇਹ ਸਾਡੇ ਨਬੀ ਤੇ ਭੌਂਕਦੇ ਰਹੇ। ਜਦੋਂ ਵੀ ਤੁਸੀਂ ਇਹਨਾਂ ਨਾਲ ਨਰਮੀ ਨਾਲ ਗੱਲ ਕਰੋ ਤਾਂ ਉਹਦਾ ਇਹੋ ਹੀ ਨਤੀਜਾ ਆਵੇਗਾ। ਜਿੰਨੀ ਵਾਰੀ ਕਰਕੇ ਮੇਰੀ ਉਮਰ ਸਾਰੀ ਗੁਜ਼ਰ ਗਈ ਹੈ, ਜਿੰਨੀ ਵਾਰੀ ਜੀ ਕਰਕੇ ਗੱਲ ਕੀਤੀ, ਅਗਵਾ ਹੀ ਨਤੀਜਾ ਹੈ। ਕੱਲ ਬੈਠੇ ਸੀ ਆਪਣੀ ਬਰਾੜ ਤੇ, ਇਹ ਇੱਕ ਉਹ ਹੈ, ਕੀ ਨਾਂ ਹੈ ਉਹਦਾ, ਜਵਾਦ, ਤੇ ਦੂਸਰਾ ਉਹ ਇੱਕ ਹੋਰ ਹੈ ਜਿਹਨੇ ਉਹ ਮਿਰਜ਼ਾ ਤਾਹਿਰ ਦੀ ਫੋਟੋ ਲਗਾਈ ਹੈ, ਕੀ ਨਾਮ ਉਹਦਾ ਯਾਰ, ਬੜਾ ਅਜੀਬ ਜਿਹਾ ਨਾਮ ਰੱਖਿਆ ਆਪਣਾ, ਮਿਰਜ਼ਾ ਤਾਹਿਰ ਦੀ ਫੋਟੋ ਲਾਈ ਹੈ ਉਹਨੇ। ਮੀਆਂ ਉਹਨਾਂ ਦੇ ਕੋਲ ਵੀ ਬੈਠਾ ਹੁੰਦਾ ਸੀ ਅਕਸਰ, ਨਾ ਹੀ ਓਪਲ ਕਹਿੰਦਾ ਦੇਖੋ ਕਿੰਨੀ ਤਬਦੀਲੀ ਆ ਗਈ ਹੈ ਟਿਕਟਾਕ ਤੇ, ਕਿ ਜਦੋਂ ਸ਼ੁਰੂ 'ਚ ਅਸੀਂ ਆਏ ਸੀ ਤੇ ਮਿਰਜ਼ਾ ਸਾਹਿਬ ਨੂੰ ਕਜ਼ਾਬ ਤੇ ਦਜਾਲ ਤੋਂ ਥੱਲੇ ਗੱਲ ਨਹੀਂ ਸੀ ਕਰਦੇ, ਲੇਕਿਨ ਅੱਲਾਹ ਤਾਲਾ ਨੇ ਕੈਸਾ ਇਹਨਾਂ ਦਾ ਦਿਲ ਫੇਰਿਆ, ਇਹ ਦਿਲੋਂ ਮੰਨ ਗਏ ਨਾ ਮਿਰਜ਼ਾ ਸਾਹਿਬ ਨੂੰ, ਕਿ ਉਹਨਾਂ ਨੂੰ ਹੁਣ ਕਜ਼ਾਬ ਦਜਾਲ ਨਹੀਂ ਕਹਿੰਦੇ, ਸਾਡੇ ਸਾਹਮਣੇ ਆ ਕੇ ਮਿਰਜ਼ਾ ਸਾਹਿਬ ਕਹਿੰਦੇ ਨੇ, ਤੇ ਇਹ ਸਾਡੀ ਜਿੱਤ ਹੈ। ਮੈਂ ਕਿਹਾ ਲਾਂਤੀਓ, ਅਸੀਂ ਤਾਂ ਮਿਰਜ਼ਾ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਤੁਸੀਂ ਅੱਲਾ ਦੇ ਸੱਚੇ ਅੰਬੀਆ ਤੇ ਭੌਂਕਣਾ ਸ਼ੁਰੂ ਕਰ ਦਿੱਤਾ ਹੈ, ਕਿ ਤੁਸੀਂ ਤੋਹੀਨ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ, ਤੇ ਤੁਸੀਂ ਇਹਨੂੰ ਆਪਣੀ ਜਿੱਤ ਸਮਝਦੇ ਹੋ। ਲਾਨਤ ਹੈ ਤੁਹਾਡੀ। ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ। ਵਾਲੇਕੁਮ ਸਲਾਮ। ਅੱਛਾ ਬਿਲਕੁਲ ਸਾਰੇ ਸਾਥੀਓ ਨੂੰ ਲਾਈਕ ਵੀ ਕਰੋ, ਰੀਪੋਸਟ ਵੀ ਕਰੋ, ਸ਼ੇਅਰ ਕਰੋ, ਉਹਦੇ ਤੇ ਕਮੈਂਟ ਵੀ ਕਰੋ, ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਹੋਵੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ, ਕਿ ਇਹਨਾਂ ਨੂੰ ਜਿਉਂ ਹੀ ਇਹ ਬਾਹਰ ਆਏ ਨੇ, 4 ਕੋਡੀਆਂ ਕਿ ਲੱਭ ਗਈਆਂ ਨੇ, ਇਸਲਾਮੀ ਮੁਕੱਦਸਾਤ ਦੇ ਉੱਤੇ ਭੌਂਕਣ ਸ਼ੁਰੂ ਹੋ ਗਏ ਨੇ, ਲੋਕਾਂ ਨੂੰ ਧਮਕੀਆਂ ਦੇਣ ਸ਼ੁਰੂ ਹੋ ਗਏ ਨੇ, ਲੋਕਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਹੋ ਗਏ ਨੇ। ਇਹ ਕੋਈ ਹਯਾ ਸ਼ਰਮ ਵਾਲੀ ਆਂਦੇ ਨੇ, ਕੁੱਤੇ ਨੂੰ ਘਿਓ ਕਦੇ ਨਹੀਂ ਹਜ਼ਮ ਹੁੰਦਾ ਹੈ। ਇਹਨਾਂ ਨੂੰ ਉਹ ਇਹਨਾਂ ਦਾ ਹਿਸਾਬ ਹੈ ਕਿ ਇਹਨਾਂ ਨੂੰ ਜਿਹੜੀ ਨਰਮੀ ਨਾਲ ਗੱਲ ਕੀਤੀ, ਉਹ ਅਸੀਂ ਘਿਓ ਦੇਣ ਦੀ ਕੋਸ਼ਿਸ਼ ਕੀਤੀ, ਤੇ ਕੁੱਤੇ ਨੂੰ ਘਿਓ ਹਜ਼ਮ ਨਹੀਂ ਹੁੰਦਾ। ਇਹ ਸਵਾਏ ਜੋ ਇਹ ਨਹੀਂ, ਅਸੀਂ ਨਿੱਕੇ ਆਏ ਨਾ, ਤੇ ਬਜ਼ੁਰਗਾਂ ਕੋਲੋਂ ਸੁਣੀਦੀ, ਇਹ ਬਾਨੋ ਕਦੋਂ ਹੀ ਛੱਲਿਆਂ ਜੋਈ, ਇਹ ਇਸ ਕਾਬਲ ਨਹੀਂ ਹਨ। ਅਗਰ ਇਸ ਕਾਬਲ ਹੁੰਦੇ, ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਦਲੀਲ ਨਾਲ ਗੱਲ ਕਰਕੇ, ਸਮਝਾ ਕੇ, ਪੁੱਛ ਕੇ ਆਖਿਆ ਵੀ ਇਹ ਸਾਰਾ ਅਕੀਦਾ ਕੁਫਰੀਆ ਹੈ। ਉਲਮਾ ਇਸਲਾਮ ਨੇ ਮੁਨਾਜ਼ਰੇ ਕਰਕੇ ਬੈਠ ਕੇ ਆਮਣੇ ਸਾਹਮਣੇ ਬਿਠਾ ਕੇ ਦੱਸਿਆ ਕਿ ਇਹ ਸਾਰਾ ਕੁਫਰ, ਇਹਨੂੰ ਛੱਡ ਦੇ। ਲੇਕਿਨ ਜ਼ਿੱਦ ਕੀਤੀ ਹੈ, ਨਾ ਸਿਰਫ ਜ਼ਿੱਦ ਕੀਤੀ ਬਲਕਿ ਉੱਤੋਂ ਬਦਮਾਸ਼ੀ ਕੀਤੀ ਹੈ। ਇਹਨਾਂ ਨੇ ਬਦਮਾਸ਼ੀ ਕੀਤੀ ਹੈ, ਤੇ ਇਹਨਾਂ ਨੇ ਆਖਿਆ ਜੇ ਅਸੀਂ ਝੂਠੇ ਹਾਂ ਤੇ ਫਿਰ ਸਾਰੇ ਨਬੀ ਮਾਜ਼ ਅੱਲਾ ਝੂਠੇ, ਜੇ ਦਜਾਲ ਝੂਠਾ ਫਿਰ ਕੋਈ ਨਬੀ ਵੀ ਸੱਚਾ ਨਹੀਂ ਹੈ। ਇਹ ਨਤੀਜਾ ਨਿਕਲਿਆ ਉਹਦਾ। ਜਿਹੜੀ ਕੌਮ ਐਸੀ ਘਟੀਆ ਤੇ ਗੰਦੀ ਕੌਮ ਹੋਵੇ, ਜਿਹਦੀ ਇਹ ਸੋਚ ਹੋਵੇ, ਜਿਹਦਾ ਇਹ ਨਜ਼ਰੀਆ ਹੋਵੇ, ਉਹਨਾਂ ਨਾਲ ਪਿਆਰ ਮੁਹੱਬਤ ਕਾਂ ਦਾ, ਅਦਬ ਤਰਾਮ ਕਾਂ ਦਾ। ਦਿਲ ਕਰਦਾ ਨੇ ਗੱਲ ਕਰ ਲੈਣ, ਨਹੀਂ ਦਿਲ ਕਰਦਾ ਦੌੜ ਜਾਣ, ਕੋਈ ਮਜਬੂਰੀ ਨਹੀਂ ਹੈ ਗੱਲ ਕਰਨ ਦੀ। ਸਾਨੂੰ ਕੋਈ ਸਾਡੇ ਲੋਕਾਂ ਨੂੰ ਥੋੜੇ ਪਿਆਰ ਮੁਹੱਬਤ ਸੇ ਬਾਤ ਕरें ਪਿਆ ਇਨਕੇ ਸਾਥ, ਕੋਈ ਪਿਆਰ ਮੁਹੱਬਤ ਵਾਲੇ ਹੈ ਨਹੀਂ। ਕੌਮ ਹੀ ਪਿਆਰ ਮੁਹੱਬਤ ਵਾਲੀ ਨਹੀਂ, ਛਿੱਤਰਾਂ ਜਾਏ ਨੇ ਭਾਈ ਸਾਹਿਬ, ਛਿੱਤਰਾਂ ਜਾਏ। ਜੇ ਦੇਖ ਲਓ ਤੁਸੀਂ, ਛਿੱਤਰ ਮਾਰ ਕੇ 74 ਵਿੱਚ ਛਿੱਤਰ ਮਾਰੇ ਨੇ, 84 'ਚ ਛਿੱਤਰ ਮਾਰੇ ਨੇ, ਅੱਖ 'ਚ ਪਾਏ ਨਹੀਂ ਰੜਕਦੇ। ਅੱਲਾ ਦੀ ਕਸਮ ਹੈ, ਪਾਕਿਸਤਾਨ ਅੱਖ 'ਚ ਪਾਏ ਨਹੀਂ ਰੜਕਦੇ ਹਨ। ਗਲੀ 'ਚ ਲੰਘਦੇ ਕਿਸੇ ਨੂੰ ਸਲਾਮ ਅਲੈਕੁਮ ਡਰਦੇ ਨਹੀਂ, ਆਖਦੇ 295 ਨਾ ਲੱਗ ਜਾਏ। ਤੇ ਇੱਥੇ ਬਾਹਰ ਆ ਕੇ ਆਪਣਾ ਉਹ ਜਿਹੜੀ ਕੰਡ ਤੇ ਧਰ ਲਈ ਪੁਛਲ ਠੂੰਹੇਆਰ, ਤੇ ਡੰਗ ਮਾਰਨਾ ਸ਼ੁਰੂ ਕਰ ਦਿੱਤਾ ਹੈ। ਰਾਜਪਾਲ ਦੀ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ, ਇਮਾਮੁਲ ਅੰਬੀਆ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਉੱਥੇ ਛਿੱਤਰਾਂ ਦੇ ਥੱਲੇ ਠੀਕ ਸਨ। ਇਸ ਲਈ ਉਹ ਕਹਿੰਦੇ ਨੇ ਬਈ ਇੱਕ ਐਸੀ ਉਹ ਖਾਕ ਰੋਬ, ਉਹ ਸਫਾਈ ਕਰਦਾ ਕਿ ਬਾਦਸ਼ਾਹ ਦੇ ਉਸ ਕਮਰੇ 'ਚ ਚਲਾ ਗਿਆ, ਜਿਹੜੇ ਕਮਰੇ 'ਚ ਬਾਦਸ਼ਾਹ ਮੇਕਅਪ ਕਰਦਾ ਸੀ, ਜਾਂ ਉੱਥੇ ਪਰਫਿਊਮਾਂ ਵਗੈਰਾ ਪਈਆਂ ਸਨ, ਖੁਸ਼ਬੂਆਂ ਪਈਆਂ ਸਨ। ਤੇ ਉਹ ਜਿਉਂ ਹੀ ਕਿ ਅੰਦਰ ਐਂਟਰ ਹੋਇਆ, ਉਹ ਤਾਂ ਸਫਾਈ ਦੀ ਨਜ਼ਰ ਨਾਲ ਐਂਟਰ ਹੋਇਆ, ਤੇ ਇੱਧਰੋਂ ਖੁਸ਼ਬੂਆਂ ਦਾ ਹੁੱਲਾ ਪਿਆ, ਤੇ ਉਹ ਗਸ਼ ਖਾ ਕੇ ਟਹਿ ਪਿਆ। ਉਹਨੂੰ ਸਰਕਾਰ ਉਹ ਸਾਰੇ ਬੰਦੇ, ਕੋਈ ਤਲੀਆਂ ਮਲੇ, ਕੋਈ ਉਹਦੇ ਮੂੰਹ ਤੇ ਛੱਟੇ ਮਾਰੇ, ਤੇ ਕੋਈ ਉਹਦੀ ਨਬਜ਼ ਚੈੱਕ ਕਰੇ, ਤੇ ਸਿਰ ਚੱਸੇ, ਤੇ ਉਹ ਕੋਈ ਨਾ ਹੋਸ਼ ਜਾਵੇ। ਇੱਕ ਬੰਦਾ ਸਿਆਣਾ ਆਇਆ, ਉਹਨੇ ਆਖਿਆ ਇਹਨੂੰ ਕੱਖ ਵੀ ਨਹੀਂ ਹੋਇਆ, ਇਹਨੂੰ ਚੁੱਕ ਕੇ ਉੱਥੇ ਲੈ ਜਾਓ ਜਿੱਥੇ ਦਾ ਜੰਮ ਪਾ ਲੈ।
ਇਸ ਕਮਰੇ 'ਚ ਉਹਨੂੰ ਬਾਹਰ ਕੱਢੋ। ਇੱਥੇ ਜਿਹੜਾ ਖੁਸ਼ਬੂਆਂ ਦੇ ਛੱਟੇ ਪੇ ਪੈਂਦੇ ਨੇ ਨਾ, ਇਹ ਉਹਦੇ ਨਾਲ ਬੇਹੋਸ਼ ਹੋਇਆ, ਇਹਨੂੰ ਚੁੱਕੋ ਤੇ ਬਾਹਰ। ਉਹ ਜਿਉਂ ਹੀ ਬਾਹਰ ਕੱਢਿਆ ਹੋਸ਼ 'ਚ ਆ ਗਿਆ। ਜਿਹੜਾ ਬੰਦਾ ਗਟਰ ਵਿੱਚ ਜੰਮਿਆ ਪਲਿਆ, ਮਿਰਜ਼ਾ ਕਾਦੀਆਨੀ ਦੇ ਆਪਣੇ ਅਲਫਾਜ਼ ਨੇ ਕਿ ਨਜਾਸਤ ਦਾ ਕੀੜਾ ਨਜਾਸਤ ਵਿੱਚ ਹੀ ਪੈਦਾ ਹੁੰਦਾ, ਨਜਾਸਤ 'ਚ ਹੀ ਮਰ ਜਾਂਦਾ। ਉਹਨੂੰ ਚੁੱਕ ਕੇ ਤੁਸੀਂ ਬਾਦਸ਼ਾਹ ਦੇ ਸ਼ੀਸ਼ ਮਹਿਲ 'ਚ ਲੈ ਜਾਓ ਜਾਂ ਡਰੈਸਿੰਗ ਰੂਮ 'ਚ ਲੈ ਜਾਓ, ਉਹ ਜਿਹੜਾ ਚਮੂਣਾ ਹੈ, ਜਿਹੜਾ ਉਹ ਨਜਾਸਤ ਵਿੱਚ ਪੈਦਾ ਹੋਇਆ, ਉਹ ਤਾਂ ਮਰ ਜਾਏਗਾ ਉੱਥੇ ਖੁਸ਼ਬੂ ਨਾਲ, ਕਿਉਂਕਿ ਉਸ ਖੁਸ਼ਬੂ ਦਾ ਆਦੀ ਨਹੀਂ ਹੈ, ਉਹ ਬਦਬੂ ਔਰ ਸਮੈਲ ਦਾ ਆਦੀ ਹੈ। ਇਹ ਇੱਕ ਬਦਬੂਦਾਰ ਕੌਮ ਹੈ, ਸਮੈਲ ਵਾਲੀ ਕੌਮ ਹੈ। ਇਹਨਾਂ ਨੂੰ ਖੁਸ਼ਬੂ ਵਾਲੇ ਭਾਂਡੇ 'ਚ ਖੜਨਾ, ਖੁਸ਼ਬੂ ਵਾਲੇ ਕਮਰੇ 'ਚ ਖੜਨਾ ਸਾਡੀ ਹਮਾਕਤ। ਜੋ ਕੁਝ ਇਹਨਾਂ ਰਾਤੀ ਅਸਦ ਦੇ ਉੱਤੋਂ ਬਰਾੜ ਦੇ ਉਤਰਨ ਤੋਂ ਬਾਅਦ ਮਗਰੋਂ ਬਕਵਾਸ ਕੀਤੀ, ਕਿਹੜਾ ਲਿਹਾਜ਼ ਇਹਨਾਂ ਦਾ, ਕਿਹੜਾ ਹਿਆ ਇਹਨਾਂ ਦਾ? ਜਾਓ ਟੰਗਣੀਆਂ ਨੇ ਤਸਵੀਰਾਂ ਟੰਗੋ, ਆਪਣੀਆਂ ਬਰਾਡਾਂ ਤੇ ਜਾ ਕੇ ਬਹਿ ਕੇ ਭੌਂਕਣਾ, ਭੌਂਕੋ, ਗਾਲਾਂ ਕੱਢਣੀਆਂ ਨੇ ਕੱਢੋ। 365 ਦਿਨ ਟੰਗੋ। ਜੇ ਇਨਸਾਨ ਦੇ ਬੱਚੇ ਹੋ ਨਾ, ਪੂਰੇ 365 ਦਿਨ ਮੇਰੀ ਤਸਵੀਰ ਐਡਿਟ ਕਰਕੇ ਲਾਓ, ਤੇ ਮੇਰੀ ਤਸਵੀਰ ਦਾ ਤਾਂ ਫਰਕ ਹੀ ਕੋਈ ਨਹੀਂ ਪੈਂਦਾ। ਜਦੋਂ ਤੁਸੀਂ ਨਬੀਆਂ ਨੂੰ ਭੌਂਕ ਪਏ, ਤੇ ਅਮਰ ਨਜ਼ੀਰ ਤੇ ਨਬੀਆਂ ਦੇ ਪੈਰਾਂ ਦੀ ਜੁੱਤੀ ਵੀ ਨਹੀਂ ਹੈ, ਜੁੱਤੀ ਨਾਲ ਲੱਗੀ ਮਿੱਟੀ ਵੀ ਨਹੀਂ ਹੈ, ਅਮਰ ਨਜ਼ੀਰ ਦੀ ਕੇਸੀਅਤ। ਜਦੋਂ ਤੁਸੀਂ ਨਬੀਆਂ ਦਾ ਹਿਆ ਨਹੀਂ ਕੀਤਾ, ਇਹ ਹੁਣੇ ਮੈਂ ਸੁਣੀ ਹੈ ਤੁਹਾਡੀ ਸ਼ੇਬ ਰਾਜਾ ਭਾਈ, ਮੈਂ ਸੁਣ ਕੇ ਆਇਆ ਤੁਹਾਡੀ ਗੱਲ। ਮੈਂ ਤੁਹਾਡੇ ਨਾਲ ਉਹ ਜਿਹੜਾ ਪਿਆ ਉਹ ਰਾਜਪਾਲ ਦਾ ਨਿੱਕਾ ਨੁਤਫਾ ਜੋ ਕੋਈ ਬਕਵਾਸ ਪਿਆ ਕਰਦਾ ਸੀ, ਜਿਸ ਤਰ੍ਹਾਂ ਨਬੀ ਪਾਕ ਦੇ ਉੱਤੇ ਭੌਂਕਦਾ ਸੀ ਪਿਆ, ਕਦੇ ਹਜ਼ਰਤ ਅਯੂਬ ਦੀ ਮਿਸਾਲ ਦਿੰਦਾ ਸੀ, ਕਦੇ ਨਬੀ ਪਾਕ ਦੀ ਮਿਸਾਲ, ਤੁਸੀਂ ਅੱਗੋਂ ਠੀਕ ਠੋਕੀ ਮੰਜੀ। ਲੇਕਿਨ ਇਹਨਾਂ ਹਰਾਮਜ਼ਾਦਿਆਂ ਦਾ ਇਹ ਅਸੂਲ ਹੈ ਕਿ ਜੇ ਤੁਸੀਂ ਮਿਰਜ਼ਾ ਕਾਦੀਆਨੀ ਦੇ ਬਾਰੇ ਕੋਈ ਗੱਲ ਕਰੋ ਤੇ ਉਹਦੇ ਨੂੰ ਵਧਾ ਚੜਾ ਕੇ ਨਬੀਆਂ ਤੇ ਗੱਲ ਕਰਨਗੇ, ਇਹ ਅਸੂਲ ਹੈ। ਤੇ ਜੇ ਤੁਸੀਂ ਨਬੀਆਂ ਨੂੰ ਪੈ ਗਏ ਹੋ ਤੇ ਮੇਰੀ ਫੋਟੋ ਲਾਉਣ ਨਾਲ ਕੀ ਫਰਕ ਪੈਂਦਾ ਹੈ? ਮੇਰੀ ਛੱਡ ਕੇ ਨਾ ਸਾਰਿਆਂ ਦੀਆਂ ਫੋਟੋਆਂ ਟੰਗੋ, ਸਾਰੇ ਮੁਸਲਮਾਨਾਂ ਦੀਆਂ ਫੋਟੋਆਂ ਟੰਗੋ, ਉਲਮਾ ਦੀਆਂ ਫੋਟੋਆਂ ਟੰਗੋ, ਲੋਕਾਂ ਨੂੰ ਪਤਾ ਲੱਗੇ ਕਿ ਇਹ ਉਹ ਗੱਲ ਕਰ ਰਹੇ ਨੇ। ਫੋਟੋਆਂ ਟੰਗਣ ਤੋਂ ਮਿਰਜ਼ਾ ਸਾਹਿਬ ਦੀ ਸਦਾਕਤ ਸਾਬਿਤ ਹੋ ਜਾਏਗੀ। ਮਿਰਜ਼ਾ ਸਾਹਿਬ ਜਿਹੜਾ ਸੱਚਾ ਸਾਬਿਤ ਹੋ ਜਾਂਦੇ ਨੇ। ਕੀ ਬੰਦਾ ਗੱਲ ਅਮਰ ਭਾਈ ਇਸ ਤੋਂ ਉੱਤੇ ਵੱਧ ਗਈ ਏ। ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ, ਪਰਸੋਂ ਵੀ ਦੱਸਿਆ ਸੀ ਕਿ ਜਿਹਨੇ ਮੁਹੰਮਦ ਨਾਂ ਦੀ ਆਈਡੀ ਬਣਾਈ ਏ, ਪਹਿਲਾਂ ਅਬੂ ਤਾਲਬ ਦੇ ਨਾਂ ਤੇ ਆਈਡੀ ਸੀ, ਉਹ ਸਿਬਨੁਲ ਬਗਾ ਨੇ ਬਕਾਇਦਾ ਹਾਕਾ ਬਣਾਇਆ। ਮੈਂ ਤੁਹਾਨੂੰ ਪਰਸੋਂ ਦੱਸਿਆ ਤੇ ਤੁਹਾਡੀ ਸਾਡੀ ਸਾਥ ਤੇ ਬਿਲਕੁਲ ਨਜਫ ਇਹ ਹੁਣ ਇਸ ਤੋਂ ਜ਼ਿਆਦਾ ਹਰਾਮਜ਼ਦਗੀ ਤੇ ਉਤਰਨ ਲੱਗੇ ਨੇ। ਠੀਕ ਹੈ ਨਾ, ਕੱਲ ਤੇ ਉਹਨੇ ਨਾਂ ਲੈ ਕੇ, ਠੀਕ ਹੈ, ਕਹਿੰਦਾ ਜੀ ਯਜ਼ੀਦ ਨੂੰ ਉਹ ਅੱਬਾ ਮੰਨਦਾ, ਯਜ਼ੀਦ ਨੂੰ ਰਜ਼ੀ ਅੱਲਾਹ ਮੰਨਦਾ, ਅਲੇ ਪੁੱਛ ਲਓ। ਉਹ ਕਹਿੰਦੇ ਉਸ ਦਿਨ ਉਸਤਾਦ ਨੇ ਕਿਹਾ ਕਿ ਬਈ ਇਹ ਮੈਨੂੰ ਗਾਲ ਦੇਣ ਦੇ ਮੁਤਰਾਦਿਫ ਹੈ। ਠੀਕ ਹੈ, ਆਪਣੀ ਬਰਾੜ ਤੇ ਉਹ ਕੀ ਕਹਿੰਦਾ ਬਾਟੇ, ਉਹ ਆਪਣੀ ਖੁੱਡ ਦੇ ਅੰਦਰ ਉਹਨੇ ਤਾਲਾ ਮਾਰ ਲਿਆ, ਖਿੜਕੀਆਂ ਬੰਦ ਕੀਤੀਆਂ ਨੇ, ਖੁੱਡੂ ਬਾਹਰ ਨਹੀਂ ਆਉਂਦਾ ਤੇ ਖੁੱਡ ਦੇ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦਾ। ਡੇਲੀ ਸਵਾਲ ਕਰਾਂਗੇ ਤਾਂ ਸਵਾਲ ਕਿਉਂ ਕਰਨ ਲੱਗਾ? WhatsApp ਤੋਂ ਘੁੰਡ ਕਰ ਗਿਆ, ਉੱਥੋਂ ਘੁੰਡ ਕਰ ਗਿਆ, ਬੇਸ਼ਰਮ ਆਦਮੀ। ਗੱਲ ਤੇਰੇ ਨਾਲ ਹੋ ਲੱਗੀ ਹੈ, ਨਾਲ ਜਨਾਨੀ ਪਾਉਣ ਲੱਗਾ ਤੇ ਜਨਾਨੀਆਂ ਆ ਕੇ ਤੈਨੂੰ ਸ਼ਰਮ ਨਹੀਂ ਆਉਂਦੀ? ਫਿਰ ਇਸ ਦਰਜੇ ਤੇ ਜਿਹੜੀ ਹਰਾਮਜ਼ਦਗੀ ਤੁਸੀਂ ਪਹੁੰਚੇ ਹੋ, ਜਦੋਂ ਜਾਂ ਈਸਾਈਆਂ ਪਿੱਛੇ ਛੁਪਣਾ ਹੈ ਜਾਂ ਮੁਲਹਿਦੀਨ ਦੇ ਪਿੱਛੇ ਛੁਪਣਾ ਹੈ। ਕਹਿ ਰਹੇ ਨੇ ਹੁਣ ਉਹਨਾਂ ਦਾ ਪੂਰਾ ਜੀ ਯਜ਼ੀਦੀ ਤੇ ਹੁਸੈਨੀ ਨਾਲ, ਉਹ ਲਾਨਤ ਤੁਹਾਡੀ ਸ਼ਕਲਾਂ ਤੇ। ਤੁਹਾਨੂੰ ਮੈਂ ਹੁਣੇ ਵਿਖਾਣਾ ਯਜ਼ੀਦੀ ਕੌਣ ਹੈ। ਉਹ ਜਿਹੜਾ ਕੱਲ ਉਹ ਰਾਤੀ ਲਾਂਤੀ ਭੌਂਕਣ ਲੱਗਾ ਸੀ ਜੀ, ਵਲਦੀਅਤ ਦੇ ਅੰਦਰ ਨਾ ਲਿਖਾਓ, ਫਿਰ ਮੈਂ ਹਲੇ ਸਾਬਿਤ ਕਰਨਾ ਬਈ ਯਜ਼ੀਦ ਦਾ ਮਜ਼ਾਕ ਕੌਣ। ਤੇ ਕਹਿ ਬਈ ਜਿਹੜਾ ਤੂੰ ਇਮਾਮ ਗਾਇਬ ਦੇ ਉੱਤੇ, ਇਮਾਮ ਮਹਿਦੀ ਦੇ ਉੱਤੇ ਬਕਵਾਸ ਕੀਤੀ ਹੈ, ਤੇ ਸਾਨੂੰ ਕਹਿ ਬਈ ਮੇਰੇ ਸਾਹਿਬ ਦੀ ਵਲਦੀਅਤ ਦੇ ਉੱਤੇ ਯਜ਼ੀਦ ਦਾ ਨਾ ਲਿਖੋ, ਹਲੇ ਅਸੀਂ ਪੇਸ਼ ਕਰਨੇ ਆ। ਠੀਕ ਹੈ, ਹਵਾਲਾ ਮੈਂ ਖੋਲ ਕੇ ਰੱਖਿਆ। ਤੇ ਨਾਲ ਇਹ ਜਿਹੜਾ ਬੱਟ ਹੈ, ਬੱਟ ਕਹਿੰਦਾ ਬਈ ਅਸੀਂ ਯਜ਼ੀਦ ਨੂੰ ਪਲੀਤ ਮੰਨਦੇ ਹਾਂ, ਪਨਵਈਆ ਕਹਿੰਦਾ ਬਈ ਅਸੀਂ ਯਜ਼ੀਦ ਨੂੰ ਪਲੀਤ ਮੰਨਦੇ ਹਾਂ, ਤੇ ਸਾਲਾ ਕਹਿੰਦਾ ਬਈ ਅਸੀਂ ਕੋਈ ਫਰਕ ਨਹੀਂ ਕਰਦੇ। ਤਾਂ ਬਸ ਤਖਰ ਇਮਾਮ ਅਲੀ ਤੇ ਕੀ ਕਹਿੰਦਾ ਯਜ਼ੀਦ ਦੇ ਅੰਦਰ। ਹੁਣ ਦੱਸੋ ਤੁਹਾਡੇ ਪਨਵਈਏ ਤੇ ਸਾਲੇ ਦੇ ਅੰਦਰੋਂ, ਬਿਲਕੁਲ ਰਿਕਾਰਡਿੰਗ ਮੌਜੂਦ ਤੇ ਤੁਹਾਡੇ ਪਨਵਈਏ ਤੇ ਸਾਲੇ ਦੇ ਅੰਦਰੋਂ ਵੱਡਾ ਇਬਨ ਬਗਾ ਕਿਹੜਾ ਹੈ? ਤੁਹਾਡੇ ਤੇ ਆਪਣੇ ਬਿਆਨਾਤ ਨਹੀਂ ਮਿਲਦੇ। ਤੁਸੀਂ ਤੇ ਉਹ ਲਾਂਤੀ ਕੌਮ ਹੋ ਕਿ ਇੱਕ ਕਹਿੰਦਾ ਬਈ ਅਸੀਂ ਯਜ਼ੀਦ ਨੂੰ ਪਲੀਤ ਮੰਨਿਆ, ਤੇ ਉਹ ਦੂਸਰਾ ਹਰਾਮਜ਼ਾਦਾ ਯਜ਼ੀਦ ਨੂੰ ਇਮਾਮ ਅਲੀ ਦੇ ਨਾਲ ਲੱਗਿਆ। ਮੈਂ ਕਹਿੰਦਾ ਬੱਟ ਕੋ ਗੈਰਤ ਖਾ ਦੇ ਹਾਂ ਫਤਵਾ ਕਿਆ ਹੈ। ਇਬਨ ਬਗਾ ਨੇ ਜਿਹੜੇ ਇਮਾਮ ਅਲੀ ਦੀ ਤੋਹੀਨ ਕੀਤੀ, ਤੰਬਾ ਚੁੱਕ ਕੇ ਆ ਗਏ ਨੇ। ਉਹ ਨਾਸਰ ਅਮਰ ਨਜ਼ੀਰ ਨੇ ਜੀ ਇਮਾਮ ਅਲੀ ਦੇ ਉੱਤੇ ਜਿਹੜਾ ਜਨਾਨੀਆਂ ਉੱਤੇ ਜਿਹੜਾ ਲਾਸ ਦੇ, ਉਹ ਗੱਲ ਲਿਖੀ ਉੱਤੇ। ਇਹੋ ਜਿਹੀ ਜਿਹੜੀ ਮੁਖਬਰ ਲੁੱਕੇ ਪਛਾਣ ਵਾਲੀ ਔਰਤ ਹੈ, ਉਹਦੀ ਤੇ ਜ਼ਿਆਦਾ ਸਜ਼ਾ ਹੋਣੀ ਚਾਹੀਦੀ ਹੈ। ਠੀਕ है, पहले तो मैं इफ्तार बना 15 जनवरी 1898 का। मिर्ज़ा साहब फरमाते हैं कि शिया मज़हब इस्लाम का सख्त मुखालिफ है। अव्वल शिया इत्क़ाद है कि जिब्राईल वही लाने में गलती खा गए। दोम सहाबा रसूलुल्लाह सल्लल्लाहु अलैहि वसल्लम की दुआओं के बाद हासिल हुए, उनके नज़दीक माज़अल्लाह मुसलमान न थे। सोम कुरान शरीफ जो अल्लाह ताला की पाक किताब है और हिफाजत का वादा अल्लाह ताला कर चुका है, शियों के मुताबिक
ਮੁਆਫਿਕ ਕੁਰਾਨ ਸ਼ਰੀਫ ਅਸਲੀ ਨਹੀਂ, ਹੁਣੇ ਖੋਲ ਕੇ ਵਿਖਾਇਆ ਕੁਰਾਨ ਤੇ ਉਹ ਜਿਹੜਾ ਆਇਆ ਇਬਨ ਬਗਾਦਾ ਪੈਰੋਕਾਰ ਇਮਾਮ महदी असल कुरान गार में जाकर छुप रहे हैं। 12वां तक विलायत ख़त्म हो चुकी है, बाकी क़यामत तक आदमी दखेशों की नज़र रहेंगे और खुदा ताला को इनसे मोहब्बत नहीं। पंजम, खुदा ताला की हबीब आल हज़रत सल्लल्लाहु अलैहि वसल्लम के सहाबा को गालियाँ देना सारी बकवास की थी, एक भी अकीदा सादा नहीं है। गालियाँ देना दुरूद शरीफ के पढ़ने से भी ज़्यादा सवाब समझते हैं। शिशम, किसी काबिर और अहले अल्लाह को नेक नहीं समझते। मैंने अपने उस्ताद हज़रत सैयद अब्दुल कादिर जिलानी की निस्बत सुना है कि वो गालियाँ देते थे। असल बात यह है कि सबसे ज़्यादा बदनाम यजीद है। मनो यजीद नू अब्बा लिखवाओ, यजीद दे अपनी वल्दियत के अंदर यजीद का ना इमरान कालू भौंकन लगा सा ना कल, वल्दियत के अंदर ना लिखो जरूरत है ऐसी हूँ यजीद का मुद्दा पेश करने लग गया। असल बात यह है कि सबसे ज़्यादा बदनाम यजीद है। अगर उसकी शिरकत से इमाम हुसैन की शहादत हुई तो बुरा हुआ। इत्थे साबित करो जिन्हें इब्न बगा बैठे ने कि यजीद नू मंदे ने कातला ने हुसैन के अंदर या नहीं, या तो फिर लानत पाओ जिन्हें इख्तबास लिखे। लेकिन आज कल के शिया मिलकर भी वो दीनी काम नहीं कर सकते जो उसने किया। और दसो इमरान कदों अपनी वल्दियत के अंदर यजीद का नाम लिखवा रहे हैं। और लांती हो केड़ा काम यजीद तुहानू करके दे के गए जेड़ा असीं सारे शिया सारे राजी मिल के भी नहीं कर सकते। एहो जी तुसीं लोग इब्न बगा दे बच्चे हो कि और तुहानू कख नहीं मिलिया तो शिया सुन्नी फसादात दी तरफ आ गए। यजीद ने वही काम कीता जेड़ा मिर्जा कादियानी ने कीता है, सेम टू सेम। हाँ, यजीदी फेल जेड़ा है ना, यजीदी फेल जेड़ा ना मिर्जा कादियानी ने बहुत अच्छी तरह अदा कीता है। मेरा साहब कह रहे हैं, मैं पहले भी कहा, मैं कह रहा हूं ऐसे को बेशरम दे बच्चे यार असद दो को दिन दे सिर्फ इन्नी को गुजारिश है। नहीं मुकम्मल करन दे, तू जिस मौजू नाल लेके चल रहे हैं वो खराब ना कर के इत्थे आमिर नज़ीर ने क्या कही मैनू गाल देने का मतलब देखा अगर मैं यजीद नूं रज़ी अल्लाह ख्याल है ते अज बट किलन लग गया कि दस्से सानू कातल ने हुसैन नूं की समझदा ऑफ द माइक जेडी मैनू पक के आमिर नज़ीर साहब ने गल की है वो ना माइक करन दी उन्हें क्या सी लानत पाने कातल ने हुसैन। ठीक है, लेकिन तुसी लोग दसो हुण इब्न बगा दे बच्चिओ कि ए बेशर्मी जेडी तुसी साडी तरफ मंसूब कीती है ते जेड़ा यजीद दा दिफा तुहाडे मसीह मौद ने करन दी कोशिश कीती है, फिर इस असूल के मुताबिक तुहाडे मसीह मौद दी वल्दियत दे अंदर नाम लिखना चाहिए यजीद दा या नहीं। या इमरान कालू जड़ा कल भौंकिया इमाम महदी नूं इस असूल के मुताबिक ते इमरान कालू दी वल्दियत दे अंदर यजीद दा नाम आना चाहिए। हुण असीं मिर्ज़ा साहब वाला तरीका अपनाने हमने बहुत सब्र करके पादरियों को जवाब दिया। इसके बाद भी कोई मरजोटा अगर एहतराम से बात करेगा तो हम एहतराम से जवाब देने के कायल हैं। बेशरम लोग शर्म यानी कि इन्ना नहीं उन्होंने खाली पच सकिया कि मैं क्या यार अगर एक बंदे को लेना है वे ऐसी बरात सानू कौन सुनना है। मैं ऐसा सवेरे नजफ सा या दूसरे भाई यूसुफ भाई ऐसे दो तरह बंदे ऐसी बरात बैठे दुनिया सुनना चाहती है अमन नज़ीर। ठीक है, उतों तुहाडी चूहा सड़ गई ने बस तत्ते तवे ते बह गए सीख कबाब बन गया तुहाडा। ऐसे को बेशरम लोग ने गाना देन ते ने कि ओ तुसी कहंदे मनो अज दसो तुसी यजीद नूं रज़ी अल्लाह कहंदे अल्लाह दी कसम खा के ना कदे जिंदगी च लफ्ज मेरी जुबान ते मेरी जुबान ही सड़ जाए कदे मैं उन्होंने रज़ी अल्लाह किया। वही मैं कह रहा ना, मैं यही कह रहा ते मनन के इब्न बगा दे बच्चे ने हरामजादे ने जेड़े दूसरे ते झूठा इल्जाम लान लगे इन्ना इन्होंने शर्म नहीं आती। मैं कहना इत्थे हुण 365 दिन आमन नज़ीर बैठेगा ਉਹ ਭਾਵੇਂ ਸਿੱਧੂ ਮੂਸਾ ਲਗਾਣੇ ਸੋਨੇ ਭਾਵੇਂ ਅਸੀਂ ਦੋ ਬੰਦੇ ਬੈਠੀ ਇਹ ਉਹਨਾਂ ਦੀ ਬਰਾੜ ਹੈ। ਉਹ ਜੋ ਮਰਜ਼ੀ ਆ ਕੇ ਤੁਹਾਡੇ ਇਕਤਬਾਸਾਤ ਖੋਲਣ ਤੁਹਾਡੇ ਤੇ ਇਤਰਾਜ਼ਾਤ ਕਰਨ ਤੁਸੀਂ ਕੰਨਾਂ ਤੇ ਬਨੇਰਿਆਂ ਤੇ ਬਹਿ ਕੇ ਸੁਣਨਾ ਹੈ ਸੁਣੋ ਨਹੀਂ ਸੁਣਨਾ ਖਸਮਾਂ ਨੂੰ ਖਾਓ ਸਾਨੂੰ ਤੁਹਾਡੀ ਲੋੜ ਹੀ ਕੋਈ ਨਹੀਂ ਹੈ। ਠੀਕ ਹੈ, ਅਸੀਂ ਆਪਣੀ ਹਿਦਾਇਤ ਸੇ ਲੱਗਿਆ ਆਪਣੀ ਆਖਰਤ ਸੇ ਲੱਗਿਆ ਖਤਮ ਨਬੂਵਤ ਦੇ ਮਿਸ਼ਨ ਦੇ ਉੱਤੇ ਮੁਤਹਿਮ ਤੁਹਾਨੂੰ ਪਸੰਦ ਹੈ ਸੋ ਬਿਸਮਿਲ੍ਲਾ ਨਹੀਂ ਪਸੰਦ ਠੀਕ ਹੈ। ਜਿਹੜੀਆਂ ਤੁਸੀਂ ਬਰਾੜ ਦੇ ਉੱਤੇ ਰਾਮਜ਼ਦਗੀ ਕਰਨ ਲੱਗੇ ਹੋ ਕਿਸੇ ਦੀ ਮਾਂ ਨੂੰ ਭੈਣ ਨੂੰ ਟੰਗਣ ਲੱਗੇ ਹੋ ਕਿਸੇ ਦੀ ਫੋਟੋ ਬਣਾ ਕੇ गलत हरकतां करन लगे हो करो और कहो कि जी साडी मोदी यही तालीम है और असी ऐसी तालीम दे पैरोकार हां या ते कहो कि तुसी अपनी जमात दी तालीम दे बरक्स चलन लगे हो। कल फाइटर आके कहंदे जी मैं नासर बट ने मनु नहीं किया सारी शैतानी ओदी बट ली
ਸਾਰੀ ਆਰਾਮ ਜ਼ਿੰਦਗੀ ਉਹ ਵੱਢਦੀ ਹੈ। ਉਹ ਵੇਖੋ ਸਫਾਈਆਂ ਦਿੰਦਾ ਫਿਰਦਾ ਉਹ ਬਾਲ ਉਹ ਅਲੀ ਦੀ ਬਿਲਕੁਲ ਤੁਸੀਂ ਮਿਸਾਲ ਸਹੀ ਦਿੱਤੀ ਹੈ ਬਈ ਅਲੀ ਜਿਹੜਾ ਹੈ ਮੈਂ ਉਹਨੂੰ ਮਨਾ ਕਰਾਂ ਤੇ ਅਲੀ ਦੀ ਕੀ ਜਾਣ ਕੋਈ ਫੈਸਲਾ ਕਰੇ। ਐਸੇ ਤਰ੍ਹਾਂ ਹੀ ਉਹਨੂੰ ਬੱਟ ਅਗਰ ਮਨਾ ਕਰੇ ਤੇ ਉਹਦੀ ਫਾਈਟਰ ਦੀ ਕੀ ਅਸੀਅਤ ਕਿ ਉਹ ਲਾਏ ਫੋਟੋਆਂ ਇਹੀ ਲਵਾਉਂਦਾ ਪਿਆ ਬੱਟ ਨੇ ਉਹ ਮੈਂ ਕਿਹਾ ਫੋਟੋ ਲਾ ਰਿਹਾ ਹੈ ਤੇ ਨਾਸਰ ਬੱਟ ਦੀ ਮਜ਼ਮਤ ਕਰਦਾ ਹੈ ਤੇ ਖੋਲ ਕੇ ਕਹੇ ਬਈ ਅਸੀਂ ਮਜ਼ਮਤ ਕਰਨੇ ਆ। ਨਾਸਰ ਬੱਟ ਨੇ ਉਹ ਚਮੀਟ ਮਾਰੀ ਕਿ ਬੁਲਬੁਲਾ ਨਹੀਂ ਛੱਡਿਆ ਉਹਨੇ ਨਾਲ ਬੈਠਾ ਨਾ ਉੱਥੇ ਉਹਨੂੰ ਕਹੇ ਬਈ ਅਸੀਂ ਗਲਤ ਸਮਝਦੇ ਆ ਫੋਟੋਆਂ ਲਾਉਣ ਦਾ। अच्छा एडा को खोचल है क्लोज ना जो यार मोमेंटम टूट जाएगा क्लोज एडा को खोचल इंसान है ਉੱਥੇ ਫੋਟੋ ਲੱਗ ਜਾਂਦਾ ਕਿ ਅਮਨ ਨੂੰ ਤਕਲੀਫ ਬੜੀ ਹਰ ਕਿਸੇ ਨੂੰ ਤਕਲੀਫ ਹੋਏਗੀ ਜੇ ਤੁਸੀਂ ਉਹ ਕੁੱਤਾ ਤੇ ਸੂਰ ਬਣਾ ਕੇ ਲਾਣਾ ਹੈ ਤੇ ਤਕਲੀਫ ਤੇ ਉਹਨੂੰ ਹੋਏਗੀ ਤੇ ਕਹਿੰਦਾ ਉਹਨੂੰ ਤਕਲੀਫ ਹੁੰਦੀ ਲੇਕਿਨ ਇਜ਼ਹਾਰ ਨਹੀਂ ਕਰਦਾ ਠੀਕ ਹੈ ਉਹ ਦੂਸਰੇ ਲਫ਼ਜ਼ਾਂ 'ਚ ਇਜ਼ਹਾਰ ਕਰਦਾ। ਉਹ ਤੁਹਾਡੀ ਤੇ ਜਮਾਤ ਦੀ ਤਾਲੀਮ ਅਸਲ ਜਿਹੜੀ ਟੈਕਸੀ ਗਰੁੱਪ ਪੇਸ਼ ਕਰਨ ਲੱਗਿਆ ਹੈ ਇਸ ਤੋਂ ਜ਼ਿਆਦਾ ਤਾਂ ਬੰਦਾ ਹੀ ਕੋਈ ਨਹੀਂ ਹੈ ਜਿਹੜੀ ਇਹ ਟੈਕਸੀ ਗਰੁੱਪ ਨੇ ਪੇਸ਼ ਕੀਤਾ। ਅੱਛਾ ਉਹਦੇ ਫਿਰ ਵੀ ਚੁਆਸੜੀਆਂ ਨੇ ਜਦੋਂ ਟੈਕਸੀ ਗਰੁੱਪ ਨਾ ਪਾਇਆ ਉਹਨਾਂ ਦਾ ਐਂ ਤਾਂ ਕਹਿ ਕੇ ਟੈਕਸੀ ਗਰੁੱਪ ਕਹਿ ਕੇ ਮੁਖਾਤਬ ਕਰਨਾ ਕਹਿੰਦਾ ਟੈਕਸੀ ਗਰੁੱਪ ਦੇ ਕੋਲ ਤੂੰ ਜਾ ਕੇ ਇੱਥੇ ਕੋਈ ਬੰਦਾ ਟੈਕਸੀ ਚਲਾ ਰਿਹਾ ਤੁਸੀਂ ਸਾਰੇ ਟੈਕਸੀ ਦੇ ਪੇਸ਼ਾਵਰ ਟੈਕਸੀ ਹੋ ਠੀਕ ਹੈ ਨਾ ਖਾਨਦਾਨੀ ਪੇਸ਼ਾਵਰ ਟੈਕਸੀ ਹੋ। ਹੁਣ ਤੁਸੀਂ ਉਹ ਬੇਸ਼ਰਮੀ ਦੇ ਉੱਤੇ ਆ ਗਏ ਗਾਲਾਂ ਦੇਣ ਤੇ ਆ ਗਏ ਹੋ ਕੋਈ ਗੱਲ ਨਹੀਂ। ਮੈਂ ਕਹਿੰਦਾ ਇੱਥੇ 365 ਦਿਨ ਤੁਸੀਂ ਲਾਓ 365 ਦਿਨ ਦੀ ਗਿਣਤੀ ਅਸੀਂ ਰੱਖਾਂਗੇ ਠੀਕ ਹੈ ਔਰ ਕਵਾਂਗੇ ਜੀ ਅਮਨ ਨਜ਼ੀਰ ਸਾਹਿਬ ਮੋਸਟ ਵੈਲਕਮ ਨੇ ਉਹਨਾਂ ਦਾ ਕਮਰਾ ਉਹ ਆ ਕੇ ਜੋ ਮਰਜ਼ੀ ਜਿਸ ਤਰ੍ਹਾਂ ਰੂਮ ਨੂੰ ਮੈਨੇਜ ਕਰਨਾ ਚਾਹੁੰਦੇ ਨੇ ਬਿਹਤਰ ਸਮਝਦੇ ਨੇ ਕਰੇ ਤੁਹਾਡੀ ਚੂਹਾਂ ਸੜਦੀਆਂ ਨਾ ਸੜਨ। ਤੁਸੀਂ ਉੱਥੇ ਜਿਹੜੇ ਪੁਰਾਣੇ ਮਨਾਜ਼ਰੇ ਨੇ ਸ਼ੀਆ ਸੁਨੀ ਹੋਏ ਨੇ ਉਹ ਵੀ ਕੱਢ ਕੇ ਲਿਆਓ ਤੇ ਕੋਸ਼ਿਸ਼ ਕਰੋ ਬਈ ਕਿ ਵਿਥ ਪਾਸ ਠੀਕ ਹੈ ਨਾ ਤੁਹਾਨੂੰ ਓਪਨ ਚੈਲੰਜ ਮੇਰੀ ਤਰਫੋਂ ਕੋਈ ਇਨਸ਼ਾਅੱਲਾ ਗੱਲ ਪਹਿਲ ਨਹੀਂ ਹੋਈ ਜਿਸ ਤਰ੍ਹਾਂ ਜੀ ਬੋਲਣਾ ਚਾਹੁੰਦੇ ਬੋਲੋ। ਮੈਂ ਤਾਂ ਕਹਿਣਾ ਕਿ ਅੱਜ ਵੀ ਉਹ ਗੱਲ ਕਰਨਾ ਚਾਹਣ ਇਨਸਾਨ ਦੇ ਬੱਚਿਆਂ ਸਾਡੀ ਤਰਫੋਂ ਕੋਈ ਇੱਕ ਲਫ਼ਜ਼ ਵੀ ਕੋਈ ਇੱਕ ਪੋਸਟਰ ਵੀ ਕੋਈ ਤਸਵੀਰ ਨਹੀਂ ਉਹਨਾਂ ਨਾਲ ਵੀ ਲੇਕਿਨ ਜੇ ਉਹ ਕਹਣ ਕਿ ਅਸੀਂ ਮਿਰਜ਼ੇ ਕਾਦੀਆਨੀ ਨੂੰ ਨਬੀ ਪਾਕ ਦੇ ਬਿਲ ਮੁਕਾਬਲ ਉਹਨਾਂ ਦੀ ਬਰਾਬਰੀ ਦੀ ਸੱਤਾ ਦੇ ਕੇ ਜਿਹੜਾ ਮਿਰਜ਼ੇ ਤੇ ਇਤਰਾਜ਼ ਹੋਵੇਗਾ ਅਸੀਂ ਨਬੀ ਪਾਕ ਤੇ ਸੁੱਟਣਾ ਸਾਨੂੰ ਇਹਨਾਂ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ। ਮੈਨੂੰ ਕਿਸੇ ਬੰਦੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਜਿਹੜਾ ਉਸ ਇਤਰਾਜ਼ ਨੂੰ ਉਠਾ ਕੇ ਨਬੀ अलैहिस्सलातु वस्सलाम ਦੀ ਤਰਫ ਉਛਾਲ ਦੇਵੇ ਜਿਹੜਾ ਮਿਰਜ਼ਾ ਕਾਦੀਆਨੀ ਉਹ ਮੈਨੂੰ ਉਹਦੇ ਨਾਲ ਮੈਂ ਐਸੇ ਇਲਜ਼ਾਮੀ ਜਵਾਬ ਤੂੰ ਇਬਤਦਾ ਹੋ ਕੇ ਇੱਥੋਂ ਤੱਕ ਪਹੁੰਚ ਗਈ ਕਿ ਹਰਾਮਜ਼ਾਦੇ ਨੇ ਨੰਗੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਇਹ ਰਾਤੀ ਕੀ ਕਹਿ ਕੇ ਗਿਆ ਉਹ ਸ਼ਹਿਨਸ਼ਾਹ ਦੀ ਬਰਾੜ ਤੇ ਮਲਕ ਕੈਸਰ ਦੀ ਬਰਾੜ ਦੇ ਨੰਗੀਆਂ ਗਾਲਾਂ ਕੱਢ ਕੇ ਗਏ ਮਾਰੀਏ ਕਿਪਤੀਆਂ ਨੂੰ ਉਹ ਹਰਾਮਜ਼ਾਦਾ ਇਹ ਜਿਹਦਾ ਦੂਜੇ ਨੰਬਰ ਤੇ ਨਾਂ ਲਿਖਿਆ ਤੀਸਰੇ ਨੰਬਰ ਤੇ। ਸੋ ਇਹਨਾਂ ਦੀ ਇਸ ਗੰਦਗੀ ਔਰ ਗਲਾਜ਼ਤ ਦਾ ਆਗਾਜ਼ ਹੀ ਇੱਥੋਂ ਹੁੰਦਾ ਹੈ ਜਦੋਂ ਉਹ ਇਹ ਜਵਾਬ ਦਿੰਦੇ ਨੇ ਜਿਹੜਾ ਇਹਨਾਂ ਦੀ ਬੁਨਿਆਦ ਹੈ ਕਿ ਜਦੋਂ ਮਿਰਜ਼ਾ ਕਾਦੀਆਨੀ ਤੇ ਕੋਈ ਬੰਦਾ ਇਤਰਾਜ਼ ਕਰਦਾ ਜੀ ਉਹ ਨਬੂਵਤ ਉਹਨੇ ਇੰਜ ਕੀਤੀ ਜੀ ਉਹ ਪੇਸ਼ਗੋਈ ਝੂਠੀ ਨਿਕਲੀ ਜੀ ਉਹਦੀਆਂ ਗੱਲਾਂ 'ਚ ਤਜ਼ਾਦ ਜਿਹੜਾ ਵੀ ਇਤਰਾਜ਼ ਕਰੋਗੇ ਉਹ ਨਬੀ ਪਾਕ ਵੱਲ ਉਛਾਲਣਗੇ ਉਹਨੂੰ ਉੱਥੇ ਸ਼ਟਅਪ ਕਾਲਸਾਂ ਦੇਣੀ ਹੈ ਉਹਨੂੰ ਚੁੱਕ ਕੇ ਬਾਹਰ ਮਾਰਨਾ ਉਹਦੇ ਨਾਲ ਗੱਲ ਨਹੀਂ ਕਰਨੀ ਨਾ ਕਰੋ ਦੌੜ ਜੋ ਨਾ ਆਵੋ ਇੱਧਰ ਸਾਡੇ ਵੱਲ ਸਾਨੂੰ ਕੋਈ ਤੁਹਾਡੀ ਸੇਰ ਨਹੀਂ ਲੱਗੀ ਅੱਲਾ ਦੀ ਕਸਮ ਕੋਈ ਸੇਰ ਨਹੀਂ ਲੱਗੀ ਜਾਓ ਉੱਥੇ ਜਾ ਕੇ ਫੋਟੋਆਂ ਲਾ ਕੇ ਗਾਲਾਂ ਕੱਢੋ। ਜੇ ਤੁਸੀਂ ਨਬੀ ਪਾਕ ਦੀ ਤਰਫ ਕੋਈ ਇਲਜ਼ਾਮੀ ਜਵਾਬ ਉਛਾਲਿਆ 1 ਸਕਿੰਟ ਤੋਂ ਪਹਿਲਾਂ ਚੁੱਕ ਕੇ ਬਾਹਰ ਮਾਰਾਂਗੇ। ਆਪਣੀਆਂ ਕਿਤਾਬਾਂ ਤੱਕ ਰਹਿ ਕੇ ਗੱਲ ਕਰਨਾ ਚਾਹੁੰਦੇ ਹੋ ਮੋਸਟ ਵੈਲਕਮ ਅਸੀਂ ਤੁਹਾਡੇ ਨਾਲ ਮਿਰਜ਼ਾ ਸਾਹਿਬ ਕਰਕੇ ਜਿਸ ਤਰ੍ਹਾਂ ਅੱਗੇ ਗੱਲ ਕਰਨੀ ਉਸੇ ਤਰ੍ਹਾਂ ਕਰਾਂਗੇ ਲੇਕਿਨ ਜੇ ਤੁਸੀਂ ਇਹ ਸਮਝਦੇ ਹੋ ਕਿ ਇਹਨੂੰ ਤੁਸੀਂ ਨਬੀ ਪਾਕ ਦੇ ਬਿਲ ਮੁਕਾਬਲ ਆਪਣੇ ਦਿਲ 'ਚ ਸਮਝ ਕੇ ਤੇ ਸਾਡੇ ਸਾਹਮਣੇ ਉਸ ਤਰ੍ਹਾਂ ਦਾ ਇਜ਼ਹਾਰ ਕਰੋਗੇ ਉਸ ਕਰਨ ਨਹੀਂ ਦੇਣਾ ਆਪਣੀ ਬਰਾੜ ਦੇ ਉੱਤੇ। ਇਸ ਬਰਾੜ ਤੇ ਅਸੀਂ ਇਮਾਮੁਲ ਅੰਬਿਆ ਦੇ ਬਰਾਬਰ ਕਿਸੇ ਨੂੰ ਸਮਝਦੇ ਹੀ ਨਹੀਂ ਹੈ। ਅਸੀਂ ਇਹ ਲਫ਼ਜ਼ ਸੁਣ ਹੀ ਨਹੀਂ ਸਕਦੇ ਕਿ ਕੋਈ ਹਰਾਮਜ਼ਾਦਾ ਐਸਾ ਵੀ ਦੁਨੀਆ ਦੇ ਉੱਤੇ ਪੈਦਾ ਹੋਵੇਗਾ ਜਿਹੜਾ ਕਿਸੇ ਸ਼ਖਸੀਅਤ ਨੂੰ ਕਿਸੇ ਇਨਸਾਨ ਨੂੰ ਕਿਸੇ ਬਸ਼ਰ ਨੂੰ ਹੱਤਾਂ ਕਿ ਕਿਸੇ ਫਰਿਸ਼ਤੇ ਨੂੰ ਇਮਾਮੁਲ ਅੰਬਿਆ ਦੇ ਬਿਲ ਮੁਕਾਬਲ ਖੜਾ ਕਰ। ਉਹ ਫਰਿਸ਼ਤੇ ਵੀ ਨਹੀਂ ਅੱਲਾ ਹੈ ਉਹਨਾਂ ਤੋਂ। फरिश्ता मत कहो मुझे मेरी तौकीर घटती है मैं मस्जूद मलाइका हूँ मुझे इंसान रहने दो। और नबी अलैहिस्सलातु वस्सलाम बाद अज खुदा बुजुर्ग तो ही किस्सा मुख्तसर अल्लाह तो बाद सब तू अल्लाह हस्ती ने ਜਿਹੜਾ ਹਰਾਮਜ਼ਾਦਾ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਸ਼ਖਸੀਅਤ ਨੂੰ ਕਿਸੇ ਵੀ ਚੀਜ਼ ਨੂੰ ਕਿਸੇ ਵੀ ਜ਼ਾਤ ਨੂੰ ਉਹਨਾਂ ਦਾ ਬਰਾਬਰ ਖੜਾ ਕਰਕੇ ਉਹਨਾਂ ਨਾਲ ਕੋਈ ਮਮਾਸਲਤ ਕਰਦਾ ਹੈ ਕੋਈ ਕੰਪੈਰੀਜ਼ਨ ਕਰਦਾ ਹੈ ਕੋਈ ਉਹਨਾਂ ਤੇ ਇਲਜ਼ਾਮੀ ਜਵਾਬ ਦਿੰਦਾ ਹੈ ਕਿ ਜੇ ਇਹ ਇੰਜ ਨੇ ਤੇ ਫਿਰ ਉਹ ਵੀ ਇੰਜ ਨੇ ਉਸ ਹਰਾਮਜ਼ਾਦੇ ਨਾਲ ਗੱਲ ਨਹੀਂ ਕਰਨੀ। ਇਹ ਲਿਖ ਲਓ ਸਾਡੀ ਬਰਾੜ ਤੋਂ ਨਾ ਆਵੇ। ਹਾਂ ਕਿਰੇ ਰਾਹ 'ਚ ਕਿਰੇ ਗਲੀ ਨੁੱਕਰ 'ਚ ਕਿਰੇ ਟਾਕਰਾ ਹੋ ਗਿਆ ਤੇ ਫਿਰ ਦੇਖ ਲਾਂਗੇ ਇੱਥੇ ਸਾਨੂੰ ਉਹਦੀ ਜ਼ਰੂਰਤ ਨਹੀਂ ਹੈ। ਤੁਸੀਂ ਨਬੀ ਪਾਕ ਵੱਲ ਇੱਕ ਉਂਗਲ ਵੀ ਕੀਤਾ ਸਾਂ ਤੁਹਾਡੀ ਉਂਗਲ ਵੱਢ ਕੇ ਨਾ ਤੇ ਉੱਥੇ ਤੁੰਨ ਦੇਣੀ ਜਿੱਥੋਂ ਨਿਕਲੇ ਸੋ ਤੁਸੀਂ ਕੀ ਸਮਝਦੇ ਹੋ ਕਿ ਮੁਸਲਮਾਨ ਐਡੇ ਬੇਗੈਰਤ ਹੋ ਗਏ ਨੇ ਕਿ ਨਬੀ ਪਾਕ ਦੀ ਤੋਹੀਨ ਤੇ ਗੁਸਤਾਖੀਆਂ ਤੁਹਾਡੇ ਮੂੰਹ 'ਚ ਸੁਣੀ ਜਾਣ।
ਮੈਂ ਚਲੋ ਇਹ ਵੀ ਕੁਫਰ ਹੀ ਸਮਝਣਾ, ਔਰ ਮੈਂ ਸੁਣਦਾ ਰਹਿਣਾ, ਸੁਣ ਕੇ ਇਹ ਜਿਹੜਾ ਤੁਸੀਂ ਲੇਸਲਾ ਤੇ ਲੇਸਲਾਮ ਪੜ੍ਹਦੇ ਹੋ, ਮੈਂ ਬਹੁਤ ਘੱਟ ਰਿਐਕਟ ਕਰਨਾ। ਜਿਸ ਤਰ੍ਹਾਂ ਮੈਂ ਸਮਝਣਾ ਮੈਨੂੰ ਪ੍ਰੋਵੋਕ ਕਰਨ ਲੱਗਿਆ ਬੰਦਾ ਤਾਂ ਮੈਂ ਰਿਐਕਟ ਕਰਨਾ, ਹਾਲਾਂਕਿ ਵੀ ਕੁਫਰ ਹੈ ਔਰ ਇਹ ਵੀ ਨਬੀ ਪਾਕ ਨੂੰ ਝੁਟਲਾਇਆ ਜਾ ਰਿਹਾ ਹੁੰਦਾ, ਤੇ ਮੈਂ ਸਬਰ ਕਰਦਾ ਰਹਿਣਾ। ਮੈਂ ਨਾ ਚਲੋ ਇਹਦੇ ਨਾਲ ਕੋਈ ਇੰਨਾ ਫਰਕ। ਜਦੋਂ ਤੁਸੀਂ ਇਹ ਹਰਾਮਜ਼ਾਦਗੀ ਕਰੋਗੇ ਕਿ ਐਸੀ ਹਸਤੀ ਦੇ ਨਾਲ ਤੁਸੀਂ ਆਪਣੇ ਕਿਸੇ ਦਜਾਲ ਕਜ਼ਾਬ ਦਾ ਕੰਪੈਰੀਜ਼ਨ ਕਰੋਗੇ ਨਾ, ਜਿਸ ਹਸਤੀ ਦੇ ਬਾਰੇ ਸਾਡਾ ਈਮਾਨ ਹੈ, ਹਜ਼ਾਰ ਬਾਰ ਬਸ਼ੋਇਮ ਦਹਨ ਬਮੁਸ਼ਕ ਗੁਲਾਬ, ਹਨੂਜ਼ ਨਾਮ ਤੂੰ ਗੁਫਤਨ ਕਮਾਲ ਬੇਅਦਬੀ ਅਸਤ। ਉਹ ਕਦੇ ਹਜ਼ਾਰ ਵਾਰੀ ਵੀ ਨਾ ਅਰਕੇ ਗੁਲਾਬ ਨਾਲ ਮੂੰਹ ਧੋ ਲਈਏ ਨਾ, ਕੁਰਲੀ ਕਰ ਲਈਏ, ਹਨੂਜ਼ ਨਾਮ ਤੂੰ ਗੁਫਤਨ ਕਮਾਲ ਬੇਅਦਬੀ ਅਸਤ। ਇਹ ਵੀ ਉਹਨਾਂ ਦਾ ਨਾਮ ਹੈ, ਨਾਮੀ ਇਸਮੇ ਗਰਾਮੀ, ਜ਼ਬਾਨ ਤੇ ਲਿਆਉਣਾ ਬੇਅਦਬੀ। ਉਹ ਤੁਸੀਂ ਹਰਾਮਜ਼ਾਦੇ ਹੋ, ਕਿਸੇ ਦਜਾਲ ਨੂੰ ਉਹਨਾਂ ਨਾਲ ਕੰਪੈਰੀਜ਼ਨ ਕਰਦੇ ਹੋ। ਤੁਸੀਂ ਕਿਸ ਸਮਝਦੇ ਹੋ? ਐਡੇ ਹੀ ਬੇਗੈਰਤ ਹੋ ਗਏ ਨੇ ਮੁਸਲਮਾਨ। ਤੁਹਾਡਾ ਇੱਕ ਕੰਪੈਰੀਜ਼ਨ ਵੇਖੀ ਜਾਣਗੇ ਬਹਿ ਕੇ, ਜੇ ਇਹ ਝੂਠਾ ਹੈ ਤਾਂ ਫਿਰ ਸਾਰੇ ਨਬੀ ਝੂਠੇ ਨੇ, ਜੇ ਇਹਦੀਆਂ ਪੇਸ਼ਗੋਈਆਂ ਝੂਠੀਆਂ ਫਿਰ ਸਾਰਿਆਂ ਦਫਾ ਜੋ ਪਰਾਂ ਜਾਓ, ਜਾ ਕੇ ਆਪਣੀਆਂ ਬਰਾਡਾਂ 'ਤੇ ਬਹਿ ਕੇ ਜੋ ਬਕਵਾਸ ਕਰਨੀ ਕਰੋ, ਉੱਥੇ ਬਹਿ ਕੇ ਇਕੱਲੇ ਡੋ ਕਰੋ, ਚੀਖ ਕੇ ਮਾਰ ਜਾਂਦੇ ਨੇ। 10 ਬੰਦੇ ਨਹੀਂ ਇਹਨਾਂ ਦੇ ਕੋਲ ਹੁੰਦੇ। ਮਰਜ਼ੀਆਂ ਦੀ ਪਹਿਲੀ ਪਾਪੂਲੇਸ਼ਨ ਕਿੰਨੀ ਕੁ? ਸਾਡੇ ਹੀ ਬੰਦੇ ਥੱਲੇ ਜਾਂਦੇ ਨੇ, ਸਾਡੇ ਹੀ ਬੰਦੇ ਜਾ ਕੇ ਪੱਥਰ ਪੁੱਥਰ ਮਾਰਦੇ ਨੇ। ਚਲੋ ਇਹ ਸਮਝਦੇ ਨੇ ਵੀ ਬੜੇ ਲੋਕ ਸੁਣਦੇ। ਔਰ ਬੇਵਕੂਫੋ, ਜਾਹਿਲੋ, ਜੇ ਤੁਹਾਡਾ ਮਿਰਜ਼ਾਈਅਤ ਨੂੰ ਕੁਝ ਸੁਣਨਾ ਚਾਹੁੰਦਾ ਹੋਵੇ ਜਾਂ ਉਹਨੂੰ ਪਸੰਦ ਕਰਦਾ ਹੋਵੇ, ਪਸੰਦ ਦੀ ਨਜ਼ਰ ਨਾਲ ਕੋਈ ਸੁਣਦਾ ਪਿਆ ਹੋਵੇ ਨਾ, ਤੇ ਲੋਕ ਮਿਰਜ਼ਾਈ ਹੋਣ, ਤੁਹਾਡੀ ਤਦਾਦ 'ਚ ਇਜ਼ਾਫਾ ਹੋਵੇ, ਤੁਹਾਡੀ ਤਾਂ ਉਲਟੀ ਗਿਣਤੀ ਜਾ ਰਹੀ ਹੈ। ਲੋਕ ਤੁਹਾਡੀ ਗੱਲ ਨੂੰ ਪਸੰਦੀਦਗੀ ਦੀ ਨਿਗਾਹ ਨਾਲ ਵੇਖਣ ਦੀ ਵਜ੍ਹਾ ਤੋਂ ਨਹੀਂ ਸੁਣਦੇ, ਕੰਟਰੋਵਰਸ਼ਲ ਹੋਣ ਦੀ ਵਜ੍ਹਾ ਤੋਂ ਸੁਣਦੇ ਨੇ। ਕਈ ਬੰਦੇ ਜਾ ਕੇ ਥੱਲੇ ਵੀ ਕਿਹੜੀ ਹਰਾਮਜ਼ਾਦਗੀ ਕਰਨ ਲੱਗੇ ਨੇ, ਕਿਹੜਾ ਗੰਦ ਉਛਾਲਣ ਲੱਗੇ ਨੇ। ਮਿਸਾਕੁਨ ਨਬੀਨ ਵਾਲੀ ਆਇਤ, ਜਿਹਦੇ 'ਚ ਨਬੀ ਅਲੈਹਿਸਸਲਾਤੁ ਵਸਲਾਮ ਦੇ ਬਾਰੇ ਅੱਲਾਹ ਤਾਲਾ ਨੇ ਆਖਿਆ, ਨਬੀਆਂ ਕੋਲੋਂ ਅਹਿਦ ਲਿਆ, ਮਿਸਾਕ ਲਿਆ ਕਿ ਜਿਹੜੀ ਤੁਹਾਨੂੰ ਕਿਤਾਬੋ ਹਿਕਮਤ ਦਿੱਤੀ ਗਈ ਹੈ, ਜਦੋਂ ਉਹ ਮੁਸੱਦਕ ਰਸੂਲ ਆਵੇ ਤੁਸਾਂ ਉਹਨਾਂ ਦੀ ਮਦਦ ਕਰਨੀ ਔਰ ਉਹਨਾਂ ਤੇ ਈਮਾਨ ਲਿਆਉਣਾ। ਇਹਨਾਂ ਮਰਜ਼ਾਈਆਂ ਨੇ ਉਹ ਮਿਸਾਕੁਨ ਨਬੀਨ ਵਾਲੀ ਆਇਤ ਮਿਰਜ਼ੇ ਕਾਦੀਆਨੀ ਦੇ ਉੱਤੇ ਫਿੱਟ ਕਰਕੇ ਤੇ ਉਹਨੂੰ ਮੁਸੱਦਕ ਰਸੂਲ ਬਣਾਇਆ। ਮਤਲਬ ਇਸ ਤੋਂ ਬਾਅਦ ਕੋਈ ਗੁੰਜਾਇਸ਼ ਰਹਿ ਜਾਂਦੀ ਹੈ? ਮੁਬਸ਼ਰਮ ਬੇ ਰਸੂਲ ਯਾਤੀ ਮਿਨ ਬਾਦ ਇਸਮੁ ਅਹਿਮਦ ਵਾਲੀ ਆਇਤ, ਜਿਹੜੀ ਈਸਾ ਅਲੈਹਿਸਸਲਾਮ ਦੀ ਪੇਸ਼ਗੋਈ ਸੀ ਨਬੀ ਅਲੈਹਿਸਸਲਾਤੁ ਵਸਲਾਮ ਦੇ ਬਾਰੇ, ਬਾਈਬਲ ਵਿੱਚ ਉਹਨਾਂ ਨੇ ਲਿਖੀ ਨਹੀਂ ਲਿਖੀ ਸਾਨੂੰ ਨਹੀਂ ਪਤਾ, ਸਾਨੂੰ ਉਹਦੇ ਨਾਲ ਦਿਲਚਸਪੀ ਕੋਈ ਨਹੀਂ। ਸਾਨੂੰ ਇੰਨਾ ਪਤਾ ਕਿ ਈਸਾ ਅਲੈਹਿਸਸਲਾਮ ਨੇ ਗੱਲ ਆਖੀ ਸੀ। ਕੁਰਾਨ ਨੇ ਨਹੀਂ ਆਖਿਆ ਬਾਈਬਲ 'ਚ ਲਿਖੀ, ਜਾ ਕੇ ਵੇਖ ਲਓ, ਨਾ। ਕੁਰਾਨ ਨੇ ਆਖਿਆ ਜਦੋਂ ਈਸਾ ਨੇ ਆਖਿਆ ਬਨੀ ਇਸਰਾਈਲ ਨੂੰ ਕਿ ਐ ਬਨੀ ਇਸਰਾਈਲ, ਮੈਂ ਤੁਹਾਡੀ ਤਰਫ ਅੱਲਾ ਦਾ ਰਸੂਲ ਹਾਂ ਔਰ ਉਸ ਕਿਤਾਬ ਦੀ ਤਸਦੀਕ ਕਰਨਾ ਜਿਹੜੀ ਮੇਰੇ ਤੋਂ ਪਹਿਲੇ ਆਈ, ਤੌਰਾਤ, ਨਾਮ ਹੀ ਨਹੀਂ ਉੱਥੇ ਲਿਖਿਆ, ਤੇ ਫਿਰ ਮੈਂ ਉਸ ਰਸੂਲ ਦੀ ਬਿਸ਼ਾਰਤ ਦੇਣਾ ਜਿਹੜੇ ਮੇਰੇ ਤੋਂ ਬਾਅਦ ਆਉਣ ਵਾਲੇ ਨੇ। ਤੇ ਬਸ ਈਸਾ ਅਲੈਹਿਸਸਲਾਮ ਦਾ ਕੌਲ ਨਕਲ ਕੀਤਾ। ਬਾਈਬਲ 'ਚ ਨਾਮ ਹੀ ਮਿਲੇ, ਸਾਡਾ ਯਕੀਨ ਹੈ ਨਬੀ ਅਲੈਹਿਸਸਲਾਮ ਦੇ ਬਾਰੇ ਈਸਾ ਅਲੈਹਿਸਸਲਾਮ ਨੇ ਗੱਲ ਆਖੀ ਸੀ ਬਨੀ ਇਸਰਾਈਲ। ਤਾਂ ਗੱਲ ਇਹ ਹੈ ਕਿ ਜੇ ਤੁਸੀਂ ਉਹਨੂੰ ਵੀ ਇਸ ਦਜਾਲ ਦੇ ਉੱਤੇ ਫਿੱਟ ਕਰੋਗੇ, ਹਰ ਗੱਲ ਨੂੰ ਤੁਸੀਂ ਦਜਾਲ ਦੇ ਉੱਤੇ ਫਿੱਟ ਕਰਕੇ ਤੁਸੀਂ ਨਬੀ ਪਾਕ ਦੇ ਹਰ ਖਾਸੇ ਨੂੰ ਹੱਥ ਪਾਓਗੇ, ਤੇ ਤੁਹਾਡੇ ਵਾਸਤੇ ਮੁਸਲਮਾਨਾਂ ਦੇ ਦਿਲ 'ਚ ਜਿਹਦੇ 'ਚ ਹਮਦਰਦੀ, ਉਹ ਬੇਗੈਰਤ ਨੇ, ਉਹਨਾਂ 'ਚ ਗੈਰਤ ਈਮਾਨੀ ਹੈ ਹੀ ਨਹੀਂ। ਜਿਸ ਮੁਸਲਮਾਨ ਦੇ ਦਿਲ ਵਿੱਚ ਕਿਸੇ ਮਿਰਜ਼ਾਈ ਦੀ ਕੋਈ ਹਮਦਰਦੀ ਹੈ, ਇਹ ਜਾਣਨ ਦੇ ਬਾਅਦ ਕਿ ਮਿਰਜ਼ਾਈ ਹੈ ਸਾਰੀਆਂ ਹਰਾਮਜ਼ਾਦਗੀਆਂ ਕਰਦੇ ਨੇ ਪਏ, ਉਹਦੇ ਵਿੱਚ ਗੈਰਤ ਈਮਾਨੀ ਹੈ ਹੀ ਨਹੀਂ, ਉਹਦੇ ਅੰਦਰੋਂ ਗੈਰਤ ਨਿਕਲ ਗਈ, ਉਹ ਆਪਣੇ ਈਮਾਨ ਦਾ ਜਾ ਕੇ ਗਿਲਾ ਕਰ ਲੈ। ਉਸ ਬੰਦੇ ਦੇ ਅੰਦਰ ਕਾਂ ਦਾ ਈਮਾਨ ਹੈ ਜਿਹਨੂੰ ਪਤਾ ਹੈ ਕਿ ਜਿਹੜੀਆਂ ਆਇਤਾਂ ਕੁਰਾਨ ਕਰੀਮ ਦੇ ਵਿੱਚ ਸਾਡੇ ਮਹਿਬੂਬ ਨਬੀ ਵਾਸਤੇ ਅੱਲਾਹ ਤਾਲਾ ਨੇ ਉਹਨਾਂ ਦੀ ਸ਼ਾਨ ਵਿੱਚ ਨਾਜ਼ਲ ਕੀਤੀਆਂ, ਵਮਾ ਅਰਸਲਨਾਕਾ ਇਲਾ ਰਹਿਮਤਨ ਲਿਲ ਆਲਮੀਨ, ਕਿਹਦੇ ਬਾਰੇ ਆਇਆ? ਇਹ ਦਜਾਲ ਕਹਿੰਦਾ ਮੇਰੇ ਤੇ ਵੀ ਨਾਜ਼ਲ ਹੋਈ ਹੈ। नबी करीम सल्लल्लाहु अलैहि वसल्लम से आया, सिर्फ और सिर्फ नबी से आया, रहमतुल लिल आलमीन सिर्फ नबी पाक ने। ਇਹ ਦਜਾਲ ਕਹਿੰਦਾ ਮੈਂ ਵੀ ਰਹਿਮਤੁਲ ਆਲਮੀਨ ਹਾਂ। ਅੱਛਾ नहीं पता नहीं कि आलम को अपना दूसरा बनाया हुआ है। ਅੱਛਾ ਅਮਰ ਭਾਈ ਵਲਦੀਅਤ ਦਾ ਨਾਂ ਲੈ ਰਿਹਾ ਕਿ ਵਲਦੀਅਤ ਦੇ ਹਾਨੇ 'ਚ ਨਾਂ ਪੂਰ ਕਰਾਓ। ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ, ਉਹਨੇ ਆਪਣੀਆਂ ਤਕਰੀਬਨ 3 ਤੋਂ 4 ਨਸਲਾਂ ਆਪਣੀਆਂ ਉੱਥੇ ਬਿਆਨ ਕੀਤੀਆਂ ਨੇ। ਮਤਲਬ ਫਾਰਸੀ ਉਲ ਨਸਲ ਹੋਣ ਦਾ ਵੀ, ਸਦਾਤ ਹੋਣ ਦਾ ਵੀ, ਮੁਗਲ ਬਰਲਾਸ, ਯਾਨੀ ਕਿ ਤੇ ਜਿਹੜੀਆਂ ਉਹ ਨੇ ਜਿਹੜੀਆਂ ਸਾਡੇ ਮੇਰੇ ਸਾਹਮਣੇ ਜਿਹੜੀਆਂ ਬੋਲੀਆਂ ਗਈਆਂ ਨੇ। क्या मंजी चौक रजब एक याद करवा छड़िया कि जी मैं भी मुगल बरलास हाँ, ठीक है ना। तो मनु कहने लगा भाई वल्दियत के अंदर यजीद का नाम लिखवा, ठीक है ना। वो असल च अपने इमाम गाल कढ़ के गया है, क्योंकि अगर इस हिसाब नाल मिर्जा साहब भी मुगल बरलास ने, मिर्जा या बेग ने,
ਤੇ ਉਹ ਇਹ ਕਹਿਣਾ ਚਾਹ ਰਿਹਾ ਬਈ ਉਹਨਾਂ ਦੀ ਬਲਦੀਅਤ ਦੇ ਅੰਦਰ ਯਜ਼ੀਦਾਂ ਨਾਲ ਲਿਖਿਆ ਜਾਏ। ਹੁਣ ਸਾਨੂੰ ਇਹ ਦੱਸਣ, ਇਹ ਇਬਨ ਬਗਾਰ ਦਾ ਗਰੁੱਪ, ਟੈਕਸੀ ਗਰੁੱਪ ਹੈ, ਦੱਸੇ ਬਸ਼ਮੂਲ ਕਾਲੂ ਕਿ ਜਨਾਬ ਇਹ ਉਹਨਾਂ ਨੇ ਆਪੇ ਇਹ ਕੰਮ ਕਰਨਾ, ਇਹ ਵੀ ਸਾਨੂੰ ਬਰਾੜ ਦੇ ਲਿਖ ਕੇ ਲਾਣਾ ਪੈਣਾ ਬਲਦੀਅਤਾਂ ਦੇ ਨਾਂ। ਉਹ ਲਾਂਤੀ ਉਹ ਤੁਹਾਨੂੰ ਕੋਈ ਸ਼ੈ ਨਹੀਂ ਲੱਭੀ ਤੇ ਸ਼ੀਆ ਸੁੰਨੀ ਵਿਤ ਪਾਣ ਸੇ ਤੁਸੀਂ ਇਹ ਬਗੈਰਤੀ ਤੱਕ ਪਹੁੰਚ ਗਏ। ਮਨੂੰ ਕਹਿ ਰਹੇ ਨੇ, ਉਹ ਇੱਕ ਕਹਿ ਰਿਹਾ ਵੱਟ ਕਹਿ ਰਿਹਾ ਇਹਨੂੰ ਅੱਜ ਤੋਂ ਬਾਅਦ ਕੂਫੀ ਬੁਲਾਓ, ਇਹਨੂੰ ਅੱਜ ਤੋਂ ਬਾਅਦ ਯਜ਼ੀਦੀ ਬੁਲਾਓ, ਇਹ ਸਾਰੇ ਯਜ਼ੀਦੀਆਂ ਦੇ ਨਾਲ ਟੁਰ ਗਿਆ ਯਜ਼ੀਦੀ ਗਰੁੱਪ ਚ। ਉਹ ਲਾਂਤੀ ਉਹ ਜਦੋਂ ਚਲਾਣੀ ਤੁਸੀਂ ਜਨਾਨੀਆਂ ਪਿੱਛੇ ਰੱਖ ਕੇ ਚਲਾਣੀ ਹੈ। ਜਦੋਂ ਤੁਹਾਨੂੰ ਕੋਈ ਕੰਮ ਨਾ ਮਿਲੇ ਨਾਲੀ ਦੇ ਅੰਦਰ ਹੱਥ ਪਾ ਕੇ ਜਦੋਂ ਦੂਸਰੇ ਦੇ ਕੱਪੜੇ ਗੰਦੇ ਕਰਨ ਦੀ ਕੋਸ਼ਿਸ਼ ਕਰੋ, ਕਿਸੇ ਦੀ ਜਨਾਨੀਆਂ ਦੀ ਗੱਲ ਕਰੋ, ਕਿਸੇ ਦੀ ਬੱਟ ਦੀ ਕਿਸਮ ਦੀ ਫੋਟੋ ਪਈ, ਅਸੀਂ ਤੇ ਉਹ ਜਨਾਨੀਆਂ ਦਾ ਨਾਂ ਹੀ ਨਹੀਂ ਲਾਉਂਦੇ, ਠੀਕ ਹੈ ਨਾ। ਉਹ ਤੂੰ ਇੰਨਾ ਬਗੈਰਤ ਬੱਟ ਹੈ, ਫਿਰ ਆਪਣੀ ਖਾਨਦਾਨੀ ਮਸ਼ਹੂਰ ਕੌਲ ਕਿ ਉਹ ਬੱਟ ਨੇ ਜਿਹਨੇ ਬੱਟ ਨਹੀਂ ਮਰਾਈ, ਕਿਹੜੇ ਕੋਲ ਤੋਂ ਫਿਰਨਾ ਹੈ। ਉੱਥੋਂ ਕਿਉਂ ਝਮੀਟ ਮਾਰੀ ਜਦੋਂ ਮੈਂ ਪੁੱਛਿਆ ਕਿ ਭਾਈ ਇਸ ਕੰਮ ਨੂੰ ਦੱਸੇ ਹਾਂ ਮਾਈਕ ਖੋਲ ਕੇ ਜਾਇਜ਼ ਸਮਝਦਾ ਜਿਹੜਾ ਕੰਮ ਫਾਈਟਰ ਕਰਨ ਲੱਗਾ। ਉਹਦਾ ਤੇ ਜ਼ਹਿਨ ਹੀ ਨਹੀਂ ਹੈ, ਉਹ ਤੇ ਕੀ ਕਹਿੰਦਾ ਸ਼ਦੋਲਾ ਵੀ ਉਹਦੀ ਚੂਹੀ ਹੈ ਜਿਹੜੀ, ਉਹਦਾ ਜ਼ਹਿਨ ਜ਼ਿਆਦਾ ਹੋਏਗਾ ਉਹਦੇ ਤੋਂ ਕਿ ਜੀ ਮੈਂ ਲਾਣ ਲੱਗਾ, ਮੈਨੂੰ ਬੜਾ ਕੀ ਕਹਿੰਦਾ ਅਮਰ ਨਜ਼ੀਰ ਜਿਹੜਾ ਬੜਾ ਨਾ ਪਸੰਦ ਹੈ ਤੇ ਮੈਂ ਆਪ ਲਾਣ ਲੱਗਾ। ਇਹ ਸਾਰੀ ਸ਼ੈਤਾਨੀ ਕਰਵਾਉਣ ਵਾਲਾ ਉੱਥੇ ਝਮੀਟ ਮਾਰ ਗਿਆ। ਕਿਉਂ ਨਹੀਂ ਆਖਿਆ ਕਿ ਭਾਈ ਮੈਂ ਇਹਦਾ ਦਫਾ ਕਰਨਾ, ਮੈਂ ਸ਼ੈਰ ਨੂੰ ਦਰੁਸਤ ਸਮਝਣਾ। ਜਾਂ ਤੇ ਸਾਨੂੰ ਇਹ ਦੱਸੋ ਕਿ ਤੁਹਾਡੇ ਮਸੀਹ ਮੌਤ ਦੀ ਤਾਲੀਮ ਹੈ, ਜਾਂ ਤੇ ਇਹ ਦੱਸੋ ਕਿ ਭਾਈ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਆਪਣੀ ਜਮਾਤ ਦੀ ਤਾਲੀਮ ਨੂੰ ਬਰਅਕਸ ਫਿਰਦੇ ਹੋ। ਇੰਨੇ ਦੀ ਗੰਦੀ ਗਾਲ ਕੱਢ ਕੇ ਤੇ ਕਹਿੰਦਾ ਭਾਈ ਮੈਂ ਕੋਈ ਗਾਲ ਕੱਢੀ, ਮੈਨੂੰ ਦੱਸੇ ਮੈਂ ਨਹੀਂ ਖੋਲਣਾ। ਸਾਰੇ ਮੈਸੇਜ ਕਿਉਂ ਡਿਲੀਟ ਕੀਤੇ ਨੇ, ਵਿੱਚੋਂ ਸਾਰਾ ਗਾਲਾਂ ਸਨ। ਕੋਈ ਭੈੜੀ ਜਨਾਨੀ ਤੂੰ ਵੀ ਭੈੜਾ ਮੱਟ, ਅਗਰ ਗਾਲਾਂ ਕੱਢੀਆਂ ਨੇ ਤੇ ਕਹਿ ਬਾਈ ਕੱਢੀਆਂ ਨੇ। ਹਵਾਲਾ ਕੱਲ ਕਹਿੰਦਾ ਪੁੱਛ ਇਹਨੂੰ, ਕਹਿ ਭੈਣ ਦੀ ਗਾਲ ਕੱਢ ਕੇ ਕਹਿੰਦਾ ਤੂੰ ਹਮੇਸ਼ਾ ਗਲਤ ਹਵਾਲਾ ਦੇਣਾ। ਉਹ ਕਿਉਂ ਡਿਲੀਟ ਕੀਤਾ ਇਹ ਮੈਸੇਜ ਬਟ ਇੱਥੇ ਫਿਰ ਤੇਰਾ ਪਲੇ ਕਰਦੇ ਨਾ। ਕਹਿੰਦਾ ਮੈਂ ਕੁੱਤੇ ਬਣ ਸੜੇ ਨੇ, ਤੇਰੀ ਤੇ ਕੁੱਤੀ ਜ਼ੁਬਾਨ ਨੇ ਤੈਨੂੰ ਕਿਸੇ ਮਰਜ਼ੀ ਬਰਾੜ ਜਗ੍ਹਾ ਨਹੀਂ ਛੱਡਿਆ। ਫਾਈਟਰ ਬੰਦ ਕਰਦਾ ਮੈਂ ਵੇਖਣਾ ਨਾਸਰ ਬਟ ਕਿਹੜੀ ਬਰਾੜ ਦਾ ਚੜਦਾ। ਇੱਕੋ ਇਹ ਤੇ ਕਬਾਸ ਦੀ ਉੱਥੇ ਵੀ ਇਹਨਾਂ ਨੂੰ ਬੋਲਣ ਦਿੰਦੇ। ਉਹ ਤੇ ਆਪਣੀ ਕੁੱਤੀ ਜ਼ੁਬਾਨ ਦੇ ਵਿੱਚ ਤੂੰ ਇੰਨਾ ਕੋ ਬੇਸ਼ਰਮਿੰਦਾ ਹੈ ਕਿ ਹੁਣ ਦੀ ਇੱਥੋਂ ਮੌਤ ਹੀ ਖਾਲੀ ਟਿਕਟੋਕ ਤੇ ਕਿ ਕੋਈ ਮਰਜ਼ੀ ਉਹਨੂੰ ਪਸੰਦ ਨਹੀਂ ਕਰਦਾ। ਇਹ ਸ਼ੇਖ ਹੋਰਾਂ ਨੇ ਇਹਨੂੰ ਥੱਲੇ ਲਾ ਕੇ ਜੁੱਤੀਆਂ ਮਾਰ ਕੇ ਮੋਡਰੇਟਰਸ਼ਿਪ ਤੋਂ ਹਟਾਇਆ। ਉਹ ਜਿਹੜਾ ਸਾਲਾ ਸੁਸੱਕਾ ਸਾਲਾ ਉਹ ਉਹਨੂੰ ਨਹੀਂ ਵੜਨ ਦਿੰਦਾ। ਕਿਉਂ ਨਹੀਂ ਜਾ ਕੇ ਬਹਿੰਦਾ ਉਹਦੇ ਕੋਲ? ਉਹਨੇ ਮੋਡਰੇਟਰਸ਼ਿਪ ਤੋਂ ਹਟਾਇਆ। ਮੈਂ ਨਹੀਂ ਕਹਿ ਰਿਹਾ, ਘਰ ਦੀ ਗਵਾਹੀ ਵੱਟ ਜਾਨਣਾ ਕਿਸ ਬੰਦੇ ਨੇ ਗੱਲ ਕੀਤੀ ਹੈ। ਇਬਨ ਬਗਾ ਜਮਾ ਹੋ ਗਏ ਨੇ ਤੇ ਜਦੋਂ ਭੌਂਕ ਰਹੇ ਨਬੀ ਤੇ ਨਬੀ ਦੇ ਅਹਿਲੇ ਬੈਤ ਨੂੰ ਭੌਂਕਣ ਲੱਗੇ ਨੇ ਜੀ ਹਮਾਰਾ ਸਵਾਲ ਹੈ ਮੁਲਹਿਦੀਨ ਦਾ ਸਵਾਲ ਚੁੱਕ ਕੇ ਲਾਇਆ ਵੇ ਹਿਸਾਬ ਲਾ। ਉਹ ਕਿਉਂ ਰੱਖਿਆ ਮੁਲਹਿਦੀਨ ਦੇ 100 ਸਵਾਲ ਤਾਂ ਹੀ ਰੱਖੇ ਨੇ ਕਿ ਬਈ ਜਿੱਥੇ ਮਿਰਜ਼ਾ ਸਾਹਿਬ ਦੀ ਜਾਨ ਖੜਕੀ ਚ ਹੈ ਇੱਥੇ ਇਹ ਪੇਸ਼ ਕਰਕੇ ਕਹੋ ਜੀ ਇਹ ਤੁਸੀਂ ਤੇ ਮੁਲਹਿਦੀਨ ਨੇ, ਉਹ ਤੇ ਮੁਸਲਮਾਨ ਕਹੇ ਹੋਏ ਇਹ ਤੇ ਮੈਂ ਹੀ ਮੁਲਹਿਦ ਸਾਬਿਤ ਹੋ ਗਿਆ, ਮੈਂ ਹੀ ਜਿਹੜਾ ਸਹਾਈ ਸਾਬਿਤ ਹੋ ਗਈ। ਉਹ ਰਿਵਰਸ ਗੇਅਰ ਖਾ ਲਿਆ। ਐਸੇ ਬੇਸ਼ਮ ਨੇ ਉਹ ਜਿਹੜਾ ਖੁਰਮ ਬਾਟੇ ਉਹਨੇ ਤੇ ਉਹ ਤੇ ਸਾਈਆਂ ਦਾ ਚੈलेंज ਜਿਹੜਾ अपनी वीडियो अपलोड की है। देखो जी जो आप हमारे मसीह मौद के ऊपर इल्ज़ाम लगाते थे आज वही इल्ज़ाम जो है ईसाई पेश कर रहे हैं, $1000 इनाम दे रहे हैं कि आप नबी करीम सल्लल्लाहु अलैहि वसल्लम को बाइबल से साबित करें। जो काम आप मसीह मौद के साथ करते थे वही अब आप लोग के साथ हो गया। ते उन इस आने वाले वक्त अंदर इस तो ज़्यादा हरामज़दगी होते जाने ने। बिल्कुल तैयार हो जाओ। इसी तरह ही है। मैं अक्सर एक बात कहता हूँ बेरीन भाई, ये जो असल कादियानियत और मरज़इयत है ना, वो जो मैं टोटल अगर आपको बयान करूँ ना 1-2 मिनट के अंदर, तो वो ये है कि इन लोगों ने ये काम शुरू किया समेत, ये शुरू मिर्ज़ा ग़ुलाम कादियानी ने किया, मिर्ज़ा साहब ने, और आगे ये कादियानी भी उसको लेके चल रहे हैं। जब बात आई ईसाइयों के मुकाबले में तो इन्होंने कहा हम नबी पाक सल्लल्लाहु अलैहि वसल्लम से मोहब्बत करते हैं तो ईसा अलैहिस्सलाम को हम उनके ऊपर नहीं कर सकते, और ईसा अलैहिस्सलाम की तौहीन शुरू कर दी। पीछे क्या रीज़न रखी? रसूल अल्लाह से मोहब्बत करते हैं और ईसा अलैहिस्सलाम की तौहीन इन्होंने खुल के की। और फिर ईसा अलैहिस्सलाम के जो बारे में जो मिर्ज़ा ग़ुलाम कादियानी साहब ने अपनी किताबों के अंदर वो तौहीनें लिखी, और पीछे क्या अपना यूज़ कर रहे हैं वो दजल के हम रसूल अल्लाह से मोहब्बत करते हैं इसलिए ईसा अलैहिस्सलाम की तौहीन कर रहे हैं। ठीक है जी, बात समझ आ गई कि आप रसूल अल्लाह सल्लल्लाहु अलैहि वसल्लम से बहुत ज़्यादा मोहब्बत करते हैं, इतनी मोहब्बत करते हैं कि आप उनकी मोहब्बत में इतने पागल हो गए हैं कि आपने ईसा अलैहिस्सलाम के ऊपर भौंकना शुरू कर दिया। चलो आगे चलते हैं। जब बात आई मिर्ज़ा ग़ुलाम कादियानी के ऊपर, अब ये बात बड़ी काबिल गौर है, सुनने वाली है कि जब बात आई मिर्ज़ा ग़ुलाम अहमद कादियानी साहब के ऊपर इतराज़ उठे तो जो ये मोहब्बत का दावा कर रहे थे कि हम रसूलुल्लाह सल्लल्लाहु अलैहि वसल्लम से बहुत मोहब्बत करते हैं, उन्होंने उन्हीं के ऊपर वो इतराज़ उठा के फेंक दिए। कि जब बात आई मिर्ज़ा ग़ुलाम कादियानी के ऊपर इतराज़ हुए कि ये शराब पीता है या जना करता है या इसने चोरी की है या जो भी इसके ऊपर इल्ज़ाम लगते रहे, इन्होंने वो उठा के नबी पाक सल्लल्लाहु अलैहि वसल्लम के ऊपर एतराज़ किए। एंड पे बचाना किसको था? मिर्ज़ा ग़ुलाम अहमद कादियानी को। वो जो झूठ बोला हुआ था
کہ ہم نبی پاک صلی اللہ علیہ وسلم سے بہت محبت کرتے ہیں، اس لیے ہم نے عیسیٰ علیہ السلام کی توہین کی ہے، وہ سارا ان کا ادھر ہی زیرو ہو گیا جب بات مرزا غلام قادیانی پہ آئی۔ آج بھی آپ دیکھ لیں براڈز کے اوپر نبی پاک صلی اللہ علیہ وسلم کی شاتمیت ہو رہی ہو، توہین ہو رہی ہو، قرآنسٹ آ کے ان کی براڈز کے اوپر بیٹھ کے نبی پاک صلی اللہ علیہ وسلم کے اوپر اعتراض کریں اور یہ وہاں پہ ہنسی ٹھٹا کریں، اور اگر کوئی مسلمان وہاں پہ پہنچ جائے تو اس کو آگے کر دے، بھائی تو بات کر اسے، اب ہم تو نہیں بات کریں گے۔ اور پھر قرآنسٹ کو اور ان سو کالڈ ایتھیسٹ کو انہوں نے گفٹنگ بھی کی، اور یہ ٹک ٹاک نے یہ سارا تماشا یہاں پہ دیکھا کہ انہوں نے کس طرح نبی پاک صلی اللہ علیہ وسلم ایسی رامزدگی دا تے نا انہوں نے مرضیت رکھیا نا، مسلمان نو مسلمان دے نال لڑانا، شیعہ نو سنی دے نال لڑانا، دیوبندیاں نو وہابیاں دے نال لڑانا، بریلویاں دے نال لڑانا۔ وہی قرآنسٹ وہی ایتھیسٹ جب مرزا قادیانی کے اوپر چڑھ گئے، جب ادھر انہوں نے رخ کیا تو انہوں نے ان کو گالیاں نکال لیں اور ان کی ماں بہنیں ایک کر دی اور ان کو اپنی براڈوں سے بلاک کر دیا۔ دیکھیں ان کا دورہ معیار کہ جب تک وہ رسول اللہ کے اوپر اعتراض کرتے رہے، یہ بغلیں بجاتے رہے اور خوش ہوتے رہے کہ اب دیکھیں مسلمانوں کو بڑی تکلیف ہم پہنچا رہے ہیں کہ ہم نے یہاں پہ ملحد بلا لیے ہیں، ہم نے ایتھیسٹ بلا لیے، قرآنسٹ بلا لیے، اور وہ نبی پاک پہ اعتراض کر رہے ہیں۔ پیچھے کیا تھا کہ دیکھا مسلمان مرزا قادیانی پہ اعتراض کرتے ہیں نا، تو اب نبی پاک صلی اللہ علیہ وسلم کے اوپر بھی اعتراض ہو رہا ہے تو خوش ہو رہے ہیں، اور دعوے کیا کر رہے ہیں جھوٹے، لانتی، کذاب اور دجال کہ ہم رسول اللہ صلی اللہ علیہ وسلم سے بڑی محبت کرتے ہیں، اور انبیاء کی توہین کرنے میں یہ سب سے آگے نکل چکے ہیں۔ اس وقت اتنے اعتراض، اتنی توہین ملحد نہیں کر رہے، ایتھیسٹ قرآنسٹ نہیں کر رہے جتنے یہ مرزئی قادیانی کر رہے ہیں۔ اسی لیے تو میں کہتا ہوں نا کہ یہ جو قادیانی ہیں اصل میں یہ ملحدوں کے بھائی ہیں، ان قرآنسٹ کے یہ اصل میں بھائی ہیں۔ اچھا، یہ جو آپ کہہ رہے ہیں نا کہ مطلب یہ اعتراضات کرتے ہیں یا یہ اٹھا کے باتیں مسلمانوں کو آپس میں لڑانے کی یا تفرقہ بازی کی، اصل میں وہ کہتے ہیں نا جیسی فیکٹری ہوتی ہے نا اسی طرح کی پروڈکشن آتی ہے۔ مرزا غلام قادیانی نے جو شروعات کی ہے نا، یہ اسی تعلیم کو لے کر چل رہے ہیں۔ مرزا غلام قادیانی کو جتنی نفرت اور جتنی اس کو عداوت تھی اللہ کے رسول سے، اللہ رب العزت کے حکامات سے، اسلام سے، مسلمانوں سے جتنی نفرت تھی، یہ لوگ اس سے ڈبل جو ہے اس کی نفرت اور اس کی جو غلاظت ہے نا اس کو یہاں پہ نمایاں کر رہے ہیں۔ مرزا غلام قادیانی نے بھی تو یہ حرکتیں کی تھیں نا، نبی پاک علیہ الصلوۃ والسلام کی شانوں کی جب بات ہوئی ہے تو اگر شانیں بیان ہو رہی ہیں تو اسی پیراہے کے اندر مرزا غلام قادیانی نے رسول اللہ صلی اللہ علیہ وسلم کی شانوں کو گھٹانے کی کوشش کی۔ مطلب اگر اپنے کوئی بات کسی نے کاؤنٹر کی ہے کہ یار یہ تم نے یہاں پہ جھوٹ بولا ہے، تم نے غلط بیانی کی ہے، یا دجل کیا تم نے، بے وقوف آدمی یہ تم بکواس کر رہے ہو، تو اسی بات کو لے کر نبی پاک علیہ الصلوۃ والسلام کی طرف پلٹا دیا کہ نعوذ باللہ اگر نبی پاک علیہ الصلوۃ والسلام نے کوئی بات بیان کی ہے تو اس کو بھی جھوٹ کے بارے میں، اگر کوئی حدیث مبارکہ نبی پاک علیہ الصلوۃ والسلام کی لی ہے تو اس کو اپنے معنی پہ نہ کر، چاہے وہ آپ وہ فصل کے حوالے سے لے لیں یا نبی پاک علیہ الصلوۃ والسلام کی دیگر پیش گوئیوں کے حوالے سے جو نبی پاک علیہ الصلوۃ والسلام نے فرمایا تھا کہ ہم عمرہ کریں گے، تو جی جتنے بھی احکامات رسول اللہ صلی اللہ علیہ وسلم کے وہ تو الحمدللہ ہو بہو اسی طرح پورے ہوئے جتنا اللہ اور اس کے رسول کی منشا تھی۔ لیکن یہ وہ دیوس آدمی ہے مرزا غلام قادیانی غلیظ، سوری ٹو سے میں کہہ رہا ہوں کیوں کہ یہ ہمارے جذبات کو یہ جب ٹھیس پہنچائیں گے نا تو ہمارے جذبات تو ان کے اوپر ابھر کے آئیں گے نا۔ تو اس بندے نے کسی بندے کو اس پہ وہ نہیں کیا نبی پاک علیہ الصلوۃ والسلام کی شانوں کو گھٹانے۔ ایک منٹ مجھے ایک منٹ۔ جی بالکل آپ درست فرما رہے ہیں کہ جب بھی مرزا غلام قادیانی کے اوپر کسی نے یہ اعتراض کیا، وہ بڑی مشہور بات ہے کہ کسی عیسائی نے مرزا غلام قادیانی کو یہ کہہ دیا کہ وہ بھائی تیری تو کوئی پیش گوئی سچی نہیں ثابت ہوئی، تو اس نے آگے سے کہہ دیا اس میں ایسی کون سی بری بات ہے، وہ تو اللہ کے جو سچے انبیاء گزرے ہیں پہلے بشمول نبی پاک صلی اللہ علیہ وآلہ وسلم کی ذات، ਇਹ ਜਾਹਿਰ ਮੁਨਾਫਿਕ ਜਿਹੜੇ ਨੇ ਨਾ ਇਹੀ ਲੋਕ ਨੇ ਜਿਹੜੇ ਇਹਨੂੰ ਮੰਨਦੇ ਨੇ, ਦਯੂਸ ਨੂੰ ਆਪਣਾ ਮੁਨੱਜੀ ਮੰਨਦੇ ਨੇ। ਉਹਦੇ ਵਿੱਚ ਆਪਣੇ ਆਪ ਨੂੰ ਹੀ ਰਸੂਲullah ਸੱਲੱਲਾਹੁ ਤਆਲਾ ਅਲੈਹਿ ਵਸੱਲਮ ਦੀ ਹੀ ਸ਼ਖਸੀਅਤ ਆਪਣੇ ਆਪ ਨੂੰ ਬਣਾ ਕੇ ਸੋਹਣਾ ਬਣਾ ਕੇ ਪੇਸ਼ ਕੀਤੀ ਗਈ ਹੈ ਕਿ ਆਇਆ ਅਗਰ ਕਿਸੇ ਨੇ ਮੰਨਣਾ ਹੈ ਤੇ ਰਸੂਲullah ਨੂੰ ਤੇ ਮੈਨੂੰ ਹੀ ਮੰਨ ਲਓ, ਕਿਉਂਕਿ ਮੈਂ ਹੀ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੀ ਸੂਰਤ ਦੇ ਵਿੱਚ ਜ਼ਿੱਲੀ ਔਰ ਬੁਰਜੀ ਤੌਰ ਦੇ ਉੱਤੇ ਦੁਬਾਰਾ ਮਬੂਸ ਹੋ ਗਿਆ ਵਾਂ।
ਹੁਣ ਇਹ ਉਹ ਦਯੂਸ ਆਦਮੀ ਜਿਹੜਾ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਨਾਲ ਇਤਨੀ ਔਰ ਉਹਦਾ ਮਕਸਦ ਇਹ ਵੇ, ਇਹਦਾ ਮਕਸਦ ਇਹ ਸੀ ਸਿਰਫ ਇਸ ਤਰ੍ਹਾਂ ਦੇ ਦਯੂਸ ਆਦਮੀ ਦਾ ਇਹ ਲਿਖਣ ਦਾ ਕਿ ਮੁਸਲਮਾਨਾਂ ਦੇ ਜਿਹੜੇ ਅਕਾਬਰੀਨ ਨੇ, ਮੁਸਲਮਾਨਾਂ ਦੇ ਜਿਹੜੇ ਪੈਗੰਬਰ ਨੇ, ਉਹਨਾਂ ਦੀ ਸ਼ਾਨ ਨੂੰ ਕੁਫਾਰ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ ਕਿਉਂਕਿ ਆਪਣੀ ਸ਼ਖਸੀਅਤ ਪੇਸ਼ ਕਰ ਰਿਹਾ ਨਾ। ਇਹਦੇ ਉੱਤੇ ਚੋਰੀ ਦਾ ਇਲਜ਼ਾਮ, ਇਹਦੇ ਉੱਤੇ ਠੱਗੀ ਦਾ ਇਲਜ਼ਾਮ, ਫਿਰ ਉਹ ਬਾਸ਼ ਨਹੀਂ ਹੁੰਦੇ ਜਿਸ ਤਰ੍ਹਾਂ ਲੋਕਾਂ ਦੀ ਧੀਆਂ ਭੈਣਾਂ ਤੇ ਨਜ਼ਰ ਰੱਖਣ ਵਾਲੇ, ਉਹ ਇਹਦੇ ਤੇ ਇਲਜ਼ਾਮ, ਕੋਠੇ ਤੇ ਜਾਣ ਦਾ ਇਹਦੇ ਤੇ ਇਲਜ਼ਾਮ, ਚੋਰੀ ਦਾ ਇਹਦੇ ਤੇ ਇਲਜ਼ਾਮ, ਡਕੈਤੀ ਦਾ ਇਹਦੇ ਤੇ ਇਲਜ਼ਾਮ, ਆਪਣੇ ਸਕੇ ਰਿਸ਼ਤੇਦਾਰਾਂ ਦੇ ਨਾਲ ਕੇਸ ਕਰਕੇ ਉਹਨਾਂ ਦੀ ਜ਼ਮੀਨ, ਉਹਨਾਂ ਦੀ ਜਾਇਦਾਦ ਨੂੰ ਹਥਿਆਉਣ ਦਾ ਇਲਜ਼ਾਮ ਇਹਦੇ ਤੇ, ਥਾਂ ਥਾਂ ਤੇ ਟੁਕੜੇ ਮੰਗਣ ਦਾ ਇਲਜ਼ਾਮ ਇਹਦੇ ਤੇ, ਲੋਕਾਂ ਨਾਲ ਝੂਠ ਬੋਲ ਕੇ ਉਹਨਾਂ ਕੋਲੋਂ ਠੱਗੀ ਕਰਕੇ ਉਹਨਾਂ ਕੋਲ ਪੈਸੇ ਲੈਣ ਦਾ ਇਲਜ਼ਾਮ ਇਹਦੇ ਤੇ ਸਾਬਤ। ਔਰ ਸਾਰੀਆਂ ਗੱਲਾਂ ਸਾਬਤ ਨੇ, ਸਾਰੀਆਂ ਗੱਲਾਂ ਆਪਣੇ ਹੱਥੋਂ ਲਿਖ ਕੇ, ਆਪਣੀ ਔਲਾਦ ਦੇ ਹੱਥੋਂ ਦੀ ਲਿਖ ਕੇ ਉਹ ਸਾਬਤ ਕੀਤੀਆਂ ਦੁਨੀਆ ਦੇ ਉੱਤੇ ਕਿ ਮੈਂ ਠੱਗ ਹਾਂ, ਚੋਰ ਹਾਂ, ਚੱਕਾ। ਫਿਰ ਆਪਣੇ ਆਪ ਨੂੰ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੀ ਨਿਸਬਤ ਸ਼ੋਅ ਕਰਨਾ, ਇਹ ਸਿਰਫ ਇਸ ਵਾਸਤੇ ਕਿ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਇਸਲਾਮ ਹੈ ਵੇ। ਇਹ ਝੂਠਾ ਦਜਾਲ ਮਕਾਰ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦਾ ਨਾਮ ਲੈ ਲੈ ਕੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਰਿਹਾ। ਔਰ ਜਿਹੜੇ ਮੁਸਲਮਾਨ ਅਲਹਮਦੁਲਿਲਾ ਅਕਾਬਰੀਨ, ਉਹਨਾਂ ਨੇ ਜਿਹੜੀ ਜਦੋਂ ਇਹਦਾ ਮੂੰਹ ਦੇ ਉੱਤੇ ਇਹਦਾ ਨਕਾਬ ਖਿੱਚ ਕੇ ਔਰ ਇਹਦੀ ਤੰਬੀ ਲਾ ਕੇ ਚੌਕ ਦੇ ਵਿੱਚ ਖੜਾ ਕਰਕੇ ਤੇ ਉਹ ਅੰਮਾ ਜਾਨ ਚੌਕ ਦੇ ਵਿੱਚ ਜਦੋਂ ਉਹਨੂੰ ਨਚਾਇਆ ਤੇ ਫਿਰ ਕਲਬ ਕੇ ਨੇ ਕਿਹਾ ਕਿ ਜੀ ਮੈਨੂੰ ਦੂਰ ਦੂਰ ਤੱਕ ਠੱਗ, ਮੈਨੂੰ ਦੁਕਾਨਦਾਰ ਮਸ਼ਹੂਰ ਕਰ ਦਿੱਤਾ ਹੈ, ਮੈਨੂੰ ਫਰਾਡੀਆ ਠੱਗ ਮਸ਼ਹੂਰ ਕਰ ਦਿੱਤਾ ਹੈ। ਬਈ ਤੂੰ ਐਵੇਂ ਠੱਗ, ਤੂੰ ਠੱਗੀ ਕੀਤੀ ਹੈ, ਫਰਾਡ ਕੀਤਾ, ਲੋਕਾਂ ਨਾਲ ਦਗਾਬਾਜ਼ੀ ਕੀਤੀ ਹੈ। ਫਿਰ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੀ ਆਲ ਦੇ ਉੱਤੇ ਉਹ ਬਕਵਾਸ ਕੀਤੀ ਹੈ, ਉਹ ਇਹਨੇ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੀ ਆਲ ਦੇ ਹੋਰ ਫਿਰ ਆਪਣੇ ਵੱਲੋਂ ਕਿ ਜੀ ਮੈਂ ਤਾਰੀਫਾਂ ਬਿਆਨ ਕਰ ਰਿਹਾ, ਇਹ ਤਾਰੀਫ ਬਿਆਨ ਕਰ ਰਿਹਾ। ਅੱਲਾਹ ਰੱਬੁਲ ਇੱਜ਼ਤ ਫਰਮਾ ਰਿਹਾ ਕਤਨ ਮੁਰਦਾ ਨਾ ਕਬੋ, ਤੂੰ ਕਹਿੰਦਾ ਮੁਰਦਾ ਹੈ, ਉਹ ਤੂੰ ਮੁਰਦਾ ਹੈ, ਤੇਰਾ ਖਾਨਦਾਨ ਮੁਰਦਾ ਹੈ, ਤੈਨੂੰ ਜੰਮਣ ਵਾਲੇ ਮੁਰਦਾ, ਜਿਨ੍ਹਾਂ ਨੂੰ ਤੂੰ ਜੰਮੇ ਉਹ ਮੁਰਦਾ ਨੇ ਸਾਰੇ। ਅੱਲਾਹ ਰੱਬੁਲ ਇੱਜ਼ਤ ਨੇ ਜਿਨ੍ਹਾਂ ਨੂੰ ਜ਼ਿੰਦਾ ਕਿਹਾ ਹੈ, ਅੱਲਾਹ ਰੱਬੁਲ ਇੱਜ਼ਤ ਨੇ ਜਿਨ੍ਹਾਂ ਦੀ ਤੌਕੀਰ ਬਿਆਨ ਕੀਤੀ, ਉਹ ਅਲਹਮਦੁਲਿਲਾ ਅੱਜ ਵੀ ਜ਼ਿੰਦਾ ਨੇ, ਤਾਂ ਕਿਆਮਤ ਬਾਅਦ ਵੀ ਜ਼ਿੰਦਾ ਨੇ ਅਲਹਮਦੁਲਿਲਾ। ਔਰ ਮੁਸਲਮਾਨਾਂ ਦਾ ਅਕੀਦਾ, ਔਰ ਮਰ ਗਏ ਉਹ ਜਿਹੜੇ ਕਹਿਣ ਵਾਲੇ ਨੇ ਜੇ ਮਰ ਗਏ, ਮੁਸਲਮਾਨਾਂ ਦੇ ਸਾਰੇ ਤਾਜਦਾਰ ਅਲਹਮਦੁਲਿਲਾ ਜ਼ਿੰਦਾ ਨੇ। ਫਿਰ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੇ ਸਹਾਬਾ ਇਕਰਾਮ ਦੇ ਉੱਤੇ ਬਕਵਾਸ ਕੀਤੀ। ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੇ ਹਰ ਉਸ ਮੰਨਣ ਵਾਲੇ ਦੇ ਜਿਹੜੇ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੇ ਅਹਿਕਾਮਾਤ ਨੂੰ ਮੰਨਦਾ, ਉਹ ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੇ ਕਹਿਣ ਦਿੱਤੇ ਉਸ ਖੁਦਾ ਨੂੰ ਮੰਨਦਾ ਜਿਹਦੀ ਪਹਿਚਾਨ ਅੱਲਾਹ ਦੇ ਪਿਆਰੇ ਰਸੂਲ ਨੇ ਕਰਵਾਈ। ਇਹ ਉਹ ਦਯੂਸ ਆਦਮੀ ਜਿਹਨੇ ਕਿਹਾ ਨਹੀਂ, ਮੈਨੂੰ ਮੇਰੇ ਖੁਦਾ ਨੇ ਕਿਹਾ ਮੈਂ ਤੂੰ ਮੇਰਾ ਪੁੱਤਰ ਹੈ, ਤਾਂ ਮੈਨੇ ਵੀ ਮੰਜ਼ਲਤ ਵਲਦੀ, ਤੂੰ ਮੇਰੇ ਵਾਸਤੇ ਮੇਰੇ ਔਲਾਦ ਪੁੱਤਰ ਦੀ ਜਗ੍ਹਾ ਨੇ। ਉਹ ਤੂੰ ਦਯੂਸ ਆਦਮੀ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ ਕਿ ਮਤਲਬ ਜਿੱਥੇ ਗਿਆ ਉੱਥੇ ਮੂੰਹ ਮਾਰਨਾ ਸ਼ੁਰੂ ਕਰ ਦਿੰਦਾ। ਜੇ ਈਸਾਈਆਂ ਕੋਲ, ਕ੍ਰਿਸਚਨ ਦੇ ਕੋਲ ਚਲਾ ਗਿਆ, ਉੱਥੇ ਜਾ ਕੇ ਉਹਨਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਕਿ ਮੈਂ ਕਿ ਮੁਕੱਦਸ ਤਸਲੀਸ ਦਾ ਮੈਂ ਹਾਮੀ ਹਾਂ, ਮੈਂ ਤੇ ਮੁਕੱਦਸ ਤਸਲੀਸ ਨੂੰ ਮੰਨਣਾ ਵਾ। ਤੇ ਫਿਰ ਜੇ ਹਿੰਦੂਆਂ ਦੇ ਕੋਲ ਚਲਾ ਗਿਆ, ਉਹਨੇ ਕਹਾ ਨਹੀਂ ਤੁਸੀਂ ਤਾਂ ਬੇਵਕੂਫ ਹੈ, ਮੈਨੂੰ ਮੰਨੋ, ਕਿਉਂ ਕਿ ਮੈਂ ਹੀ ਕ੍ਰਿਸ਼ਨ ਹਾਂ, ਮੈਂ ਹੀ ਰੁਦਰ ਗੋਪਾਲ ਹਾਂ, ਮੈਨੂੰ ਮੰਨ ਲਓ। ਫਿਰ ਜੇ ਬੁੱਧਾ ਕੋਲ ਗਿਆ, ਉਹਨਾਂ ਨੂੰ ਜਾ ਕੇ ਕਹਿ ਦਿੱਤਾ ਕਿ ਮੈਂ ਉਹ ਜਿਹੜਾ ਬੁੱਧੇ ਦੀ ਤੁਸੀਂ ਇੰਤਜ਼ਾਰ ਕਰ ਰਹੇ ਹੋ ਮੈਂ ਵਾਂ। ਸਿਰਫ ਇਸ ਵਾਸਤੇ ਆਪਣੇ 4 ਪੈਸੇ ਕਮਾਉਣ ਵਾਸਤੇ, 2 ਟਕੇ ਦੀ ਰੋਟੀ ਆਪਣੀ ਕਮਾਉਣ ਵਾਸਤੇ ਥਾਂ ਥਾਂ ਤੇ ਜਾ ਕੇ ਲੋਕਾਂ ਦੇ ਤਰਲੇ ਮਿੰਤਾਂ ਕਰਕੇ ਪੈਸਿਆਂ ਦੀ ਖਾਤਰ ਸਿਰਫ ਇਹ ਡਰਾਮਾ ਰਚਾਉਂਦਾ ਰਿਹਾ। ਉਹਦੀ ਜਿਹੜੀ ਜ਼ੁਰੀਅਤ ਹੈ ਅੱਜ ਇੱਥੇ ਬਹਿ ਕੇ ਬਕਵਾਸ ਕਰਦੀ ਪਈ ਹੈ, ਜਿਨ੍ਹਾਂ ਨੂੰ ਆਪਣੀ ਮਾਂ ਪਿਓ ਦਾ ਨਹੀਂ ਪਤਾ। ਔਰ ਮੈਂ ਲਿਖ ਕੇ ਦਿੰਦਾ, ਮੈਂ ਇਹਨਾਂ ਚੋਂ ਲਿਆਉ ਨਾ ਜਿਹੜੇ ਇਹ ਨੁਤਫੇ ਨੇ, ਜਿਹੜੇ ਰਾਜਪਾ ਦੇ ਜ਼ੁਰੀਅਤੁਲ ਬਗਾਇਆ ਜਿੰਨੇ ਵੀ ਨੇ, ਇਹਨਾਂ ਨੂੰ ਬੁਲਾ ਕੇ ਪੁੱਛ ਲਓ ਇਹਨਾਂ ਦਾ ਪਿਓ ਕੌਣ ਹੈ, ਕਿਸੇ ਨੂੰ ਨਹੀਂ ਪਤਾ। ਉਹ ਕੱਲ ਉਹ ਕਹਿ ਰਿਹਾ ਸੀ ਉਹਨੇ 2-4 ਆਪਣੇ ਪਿਓ ਬਣਾਏ ਨੇ, ਉਹ 1122, ਉਹ ਕੱਲ ਉਹ ਕਹਿ ਰਿਹਾ ਸੀ ਕਿ ਮੇਰਾ ਪਿਓ ਜਿਹੜਾ ਨਾ ਉਹ ਕਦੀ ਕਹਿੰਦਾ ਮਰ ਗਿਆ, ਕਦੀ ਕਹਿੰਦਾ ਜ਼ਿੰਦਾ, ਕਦੀ ਕਹਿੰਦਾ ਮਰ ਗਿਆ, ਕਦੀ ਕਹਿੰਦਾ ਜ਼ਿੰਦਾ। ਆਪਣੇ ਸਗੇ ਪਿਓ ਨੂੰ ਕਤਲ ਕਰਕੇ ਤੇ ਆਪਣੀ ਮਾਂ ਦਾ ਕਿਸੇ ਹੋਰ ਨਾਲ ਨਿਕਾਹ ਕਰਵਾ ਕੇ ਤੇ ਉਹਨੂੰ ਪਿਓ ਬਣਾ ਕੇ ਲੱਗੇ ਫਿਰਦੇ ਨੇ। ਬਈ ਤੁਸੀਂ ਅੰਬੀਆ ਦੇ ਉੱਤੇ ਭੌਂਕੋਗੇ, ਤੁਸੀਂ ਬਕਵਾਸ ਕਰੋਗੇ, ਨਬੀ ਪਾਕ ਅਲੈਹਿ ਸਲਾਤੂ ਵਸਲਾਮ ਦੀ ਜ਼ਾਤ ਦੇ ਉੱਤੇ, ਉਮਹਾਤੁਲ ਮੋਮਿਨੀਨ ਦੇ ਉੱਤੇ, ਨਫੂਸ ਕੁਦਸੀਆ ਦੇ ਉੱਤੇ ਤੁਸੀਂ ਭੌਂਕੋਗੇ ਬਗੈਰ ਤੋਂ ਤੁਹਾਡੀ ਜ਼ੁਬਾਨ ਖਿੱਚ ਕੇ ਕੁੱਤਿਆਂ ਨੇ ਨਹੀਂ, ਕਿਉਂਕਿ ਤੁਹਾਡੀ ਇਸ ਤਰ੍ਹਾਂ ਦੀ ਜ਼ੁਬਾਨ ਕੁੱਤਿਆਂ ਨੇ ਖਾਣੀ ਵੀ ਨਹੀਂ, ਤੁਹਾਡੀ ਜ਼ੁਬਾਨ ਖਿੱਚ ਕੇ ਤੁਹਾਡੀ ਦੁਬਰ ਦੇ ਵਿੱਚ ਦੇ ਦਿਆਂਗੇ। ਸਾਹਮਣੇ ਆਓ, ਇੱਥੇ ਛੁਪ ਕੇ, ਮੂੰਹ ਲੁਕਾ ਕੇ ਤੇ ਆਵਾਜ਼ਾਂ ਬਦਲ ਕੇ, ਨਾਮ ਬਦਲ ਕੇ, ਤਸਵੀਰਾਂ ਛੁਪਾ ਕੇ, ਆਪਣੇ ਆਪ ਨੂੰ ਕੈਮੋਫਲੇਜ ਕਰਕੇ ਆ ਕੇ ਧਮਕੀਆਂ ਦੇਣਾ, ਇਹ ਬੜਾ ਆਸਾਨ ਹੈ। ਬੜੀ ਲੋਕੀ, ਬੜੀ ਦੁਨੀਆ, ਬੜੇ ਤੁਹਾਡੇ ਵਰਗੇ ਗੋਲੇ ਕਰਦੇ ਰਹਿੰਦੇ ਨੇ, ਸੁਣਨੇ ਆ। ਜੇ ਵਾਕਈ ਕਿਸੇ ਜਣੇ ਦੇ ਹੋ, 2-4 ਪਿਓਆਂ ਦੀ ਔਲਾਦ ਨਹੀਂ, ਉਹ ਤੇ ਸਾਹਮਣੇ ਆ ਕੇ ਗੱਲ ਕਰੋ ਨਾ, ਪਤਾ ਲੱਗੇ ਕਿੰਨੇ ਜੋਗੇ ਪੁੱਤਰ, ਪਤਾ ਲੱਗੇ। ਉਹ ਸਹੀ ਸਾਕੀ ਭਾਈ ਕਹਿੰਦਾ ਇਹ ਤੇ ਉਹਨਾਂ ਦਾ ਉਹ ਤੇ ਹੁਣ ਉਸ ਤਰ੍ਹਾਂ ਦੀ ਲਫ਼ਜ਼ ਬੋਲਦਾ ਕਿ ਇਹਨਾਂ ਦਾ ਵਜ਼ੂ ਵੀ ਉੱਥੇ ਟੁੱਟੇ ਨਾ, ਤੇ ਉੱਥੇ ਵੀ ਉਂਗਲ ਆਪਣੀ ਦੁਬਰ 'ਚ ਦੇ ਲੈਂਦੇ ਨੇ ਕਿ ਤੇ ਆਵਾਜ਼ ਨਾ ਆ ਜਾਏ, ਹਵਾ ਦੀ ਆਵਾਜ਼ ਨਾ ਆ ਜਾਏ, ਕਿ ਪਤਾ ਲੱਗੇਗਾ ਇਹਨਾਂ ਨੂੰ। ਤੁਹਾਡੀ ਇੰਨੀ ਔਕਾਤ ਨਹੀਂ, ਉੱਥੋਂ ਦੀ ਆਏ ਹੋ ਡੰਕੀਆਂ ਲਾ ਕੇ ਤੇ ਭੱਜ ਨੱਸ ਕੇ ਆ ਕੇ ਦੁਨੀਆ ਦੇ ਕੋਨੇ ਤੇ ਖਲੋ ਕੇ ਆ ਕਹਿੰਦੇ ਓਏ ਅਸੀਂ ਬੜੇ ਵੱਡੇ ਸ਼ਾਹੂਕਾਰ ਹਾਂ, ਅਸੀਂ ਮਸੀਹ ਦੇ ਸ਼ੇਰ ਹਾਂ। ਤੁਸੀਂ ਮਸੀਹ ਦੇ ਸ਼ੇਰ, ਮਾਂ ਦਾ ਫੁੱਦਾ ਗੱਲ ਜੋ ਸੋਹਣੀ ਕਰਨਾ ਵਿੱਚ ਬਦਮਾਸ਼ੀ ਕਰਨਾ, ਤੇਰੀ ਮਾਂ ਦਾ ਫੁੱਦਾ ਬਦਮਾਸ਼ੀ ਦਾ ਸ਼ੇਰ ਹੋ।
ਯਾਦ ਨਹੀਂ ਮੈਂ ਤੇਰੀ ਕਰਨ ਦੇ ਤੇ ਗੁਲਾਮ ਕਾਦੀਆਨੀ ਦੇ ਸ਼ੇਰ ਨਹੀਂ, ਤੁਸੀਂ ਮਸਲੀ ਦੇ ਸ਼ੇਰ ਹੋ। ਬੁੰਡ ਬਦਮਾਸ਼ ਉਹ ਵੀ ਆਪਣੀ ਦੁਬਰ ਦੇ ਵਿੱਚ ਆਪਣੀ ਦੁਬਰ ਦੇ ਵਿੱਚ ਡੰਡਾ ਲੈ ਕੇ ਰੱਖਦਾ ਸੀ, ਕਿਉਂਕਿ ਮੁਸਲਮਾਨ ਅਕਾਬਰੀ ਉਹਨੂੰ ਬੋਲਣ ਨਹੀਂ ਸੀ ਦਿੰਦੇ। ਉਹ ਵੀ ਆਪਣੀ ਦੁਬਰ ਦੇ ਵਿੱਚ ਉਂਗਲ ਰੱਖ ਕੇ ਕਹਿੰਦਾ ਸੀ। ਯਾਰ ਤਬਲੀਗ ਸੁਣਨ ਦਿਓ ਜਨਾਬ, ਯੂਸਫੀ ਖਲੋ ਜਾ, ਤਬਲੀਗ ਸੁਣਨ ਦੇ ਮਰਜ਼ੀਆਂ ਦੀ ਯਾਰ ਸੁਣਾਓ। ਹਾਂਜੀ ਸੁਣਾਓ ਜਨਾਬ। ਅਸਲ ਮੈਨੂੰ ਮੋਡਰੇਟਰ ਬਣਾਣਾ ਹੈ, ਮੇਰੀ ਆਈਡੀ ਮੋਡਰੇਟਰ ਨਹੀਂ ਹੈ। ਤੁਹਾਨੂੰ ਵੀ ਆਈਡੀ ਹੈ ਤੁਹਾਡੀ? ਇੱਕ ਮਿੰਟ ਖਲੋ ਜਾ। ਅਹਿਮਦ ਜ਼ਈ ਹੈ ਯਾਰ ਇਹ ਜਿੰਨਾ ਆਈਡੀ ਬਣਾਈ ਹੈ ਮੌਲਾਨਾ ਹਾਜੀ ਦਾ, ਕਿ ਪਤਾ ਨਹੀਂ ਕੀ ਲਿਖਿਆ। ਹਾਂ ਬੋਲ ਨਾ ਦਜੂਸ ਦੇ ਮੰਨਣ ਵਾਲੇ, ਬੋਲ ਝੂਠੇ ਕਜ਼ਾਬ ਦੇ ਮੰਨਣ ਵਾਲੇ, ਕਜ਼ਾਬ ਦਜਾਲ ਦੇ ਗੱਲ ਤੇ ਸੁਣੋ, ਗਸ਼ਤੀ ਦਿਓ ਬੱਚਿਓ, ਗੱਲ ਬੋਲ ਕਜ਼ਾਬ ਦਜਾਲ ਦੇ ਮੰਨਣ ਵਾਲੇ ਬੋਲ, ਉੱਚੀ ਆਵਾਜ਼ ਨਾਲ ਬੋਲ ਜਰਾ, ਤੇਰੀ ਆਵਾਜ਼ ਨਹੀਂ ਖਜ਼ਾਨ ਖੋਲੀਓ। ਅੱਛਾ ਚਲੋ ਜਰਾ ਨਬੀ ਪਾਕ ਦੀ ਰੋਸ਼ਨੀ ਪਾਓ ਨਾ ਜਰਾ, ਚਲੋ। ਉਹ ਪਹਿਲੇ ਗੁਲਾਮ ਕਾਦੀਆਨੀ ਨੂੰ ਤੇ ਪਹਿਲੇ ਛੁਡਾਉਣਾ ਹੈ, ਪਹਿਲੇ ਉਹਨੂੰ ਜਿਹੜਾ ਕਬੂਤਰਾਂ ਦੇ ਖੁੱਡੇ ਤੇ ਬੰਦ ਕੀਤਾ ਉਹਨੂੰ ਛੁਡਾ। ਗੱਲ ਸੁਣ, ਤੇਰੀ ਭੈਣ ਦਾ ਫੁੱਦਾ ਸਾਹਿਬ ਬਹਾਦਰ ਗਸ਼ਤੀ ਦੇ ਐਸੀ ਪਹਿਲੇ ਉਹ ਜਿਹੜਾ ਖੁੱਡੇ ਤੇ ਤਾੜਿਆ ਨਾ ਮੁਰਗੀਆਂ ਦੇ ਖੁੱਡੇ ਦੇ ਵਿੱਚ, ਉਹਨੂੰ ਕੱਢ ਬਾਹਰ ਪਹਿਲੇ। ਨਹੀਂ ਤੂੰ ਕੁੱਤੇ ਦੇ ਪੁੱਤਰਾ ਇੱਥੇ ਭੈਣ ਨੂੰ ਲਾਨੀ ਆ, ਜਿਵੇਂ ਬਾਹਰ ਆਇਆ ਲੋਕਾਂ ਨੂੰ ਡਿੰਕੀਆਂ ਬਦਮਾਸ਼ਾ, ਤੇਰੀ ਧੌਣ ਵੱਢ ਕੇ ਤੇਰੀ ਤੂੰ ਡੰਕੀ ਮਾਰ ਕੇ ਆਇਆ ਤੇ ਤੂੰ ਆਪਣੀ ਦੁਬਰ ਦੇ ਵਿੱਚ ਆਪਣੀ ਦੁਮ ਦੇਖ ਕੇ ਰੱਖਣਾ। ਤੇਰੀ ਮਾਂ ਦੇ ਫੁੱਦੇ ਚ ਆਪਣੀ ਦੁਮ ਦੇਖ ਕੇ ਤੇਰੀ ਮਾਂ ਦਾ ਫੁੱਦਾ ਖੋਲ ਲਿਆ। ਡੰਕੀ ਮਾਰ ਕੇ ਆਇਆ, ਉਹ ਵੀ ਰਾਤੋਂ ਰਾਤ ਉੱਤੇ ਭੱਜ ਕੇ ਆਇਆ, ਉਹਦੀ ਜ਼ਰੂਰਤ ਨਹੀਂ ਉੱਥੋਂ ਨਿਕਲ ਕੇ ਜਾਵੇ ਬਾਹਰ। ਅੱਛਾ ਜਾ, ਉਹ ਵੀ ਉੱਥੇ ਡੰਕੀ ਮਾਰ ਕੇ ਉੱਥੇ ਬੈਠਾ। ਮਾਂ ਨੂੰ ਤੈਨੂੰ ਬੜੀ ਚਪੜ ਆਉਂਦੀ ਹੈ, ਤੇਰੀ ਮਾਂ ਦੇ ਸਿਰ ਤੇ ਬੈਠਾ, ਉਹਦੀ ਔਕਾਤ ਨਹੀਂ, ਤੇਰੀ ਮਾਂ ਦਾ ਸਿਰ ਪਾੜ ਦਿਆ ਕੁੱਤੇ ਦੇ ਆ ਪੁੱਤਰਾ। ਹਾਂ ਤਾਂ ਖੋਲ ਕੈਮਰਾ, ਮਾਂ ਨੂੰ ਮਾਰਾਂ ਮੈਂ। ਖੋਲ ਕੈਮਰਾ, ਦੱਸ ਮੈਨੂੰ ਕਿੰਨੇ ਜੋਗਾ ਪੁੱਤੇ ਨੇ। ਖੋਲ ਕੈਮਰਾ। ਉਹ ਆਪਣਾ ਖੋਲ, ਗਸ਼ਤੀ ਦੇ ਬੱਚਾ ਤੂੰ ਸਾਹਿਬ ਬਹਾਦਰ ਬਣਿਆ, ਭੈਣ ਦੀ ਲੰਨ ਨਹੀਂ ਲੈਣੇ ਅੱਗੇ YouTube ਖੋਲ ਕੇ ਬਹਿ ਜਾਂਦੀ ਹੈ ਤੁਹਾਡੀ ਲੰਨ ਨੂੰ, ਇੱਥੇ ਬਹਿ ਕੇ ਲੋਕਾਂ ਨੂੰ ਕੁੱਤੇ ਦਿਓ ਪੁੱਤਰੋ ਮੁਨਾਫਕਤ ਕਰਦੇ ਹੋ। ਟੈਕਸੀ ਗਰੁੱਪ ਨੇ ਕੱਲਿਆ, ਟੈਕਸੀ ਗਰੁੱਪ ਨੇ ਮਾਂ ਦਾ ਖੁਦਾ ਨਜਫ, ਤੂੰ ਵੀ ਭੈਣ ਦੀ ਲੰਨ ਲੈਣੇ ਆ ਕੁੱਤੀ ਦੇ ਆ ਬੱਚਾ। ਕੈਮਰਾ ਖੋਲਨੇ, ਤੇਰੀ ਲੰਨ ਮਾਰ ਬੰਦ ਕਰ। ਤੇਰੇ ਵੱਡੇ ਮਿਰਜ਼ੇ ਦੀ ਭੈਣ ਦੇ ਫੁੱਦੇ ਜਲਾਨ, ਤੇਰੇ ਮਿਰਜ਼ਾ ਕਾਦੀਆਨੀ ਦੇ ਭੈਣ ਦੇ ਫੁੱਦੇ ਜਲਾਨ, ਤੇਰੇ ਬਸ਼ੀਰ ਮਹਿਮੂਦ ਦੇ ਮੂੰਹ ਦੇ ਫੁੱਦੇ ਜਲਾਨ। तो ये तो जो तबलीग नहीं है, वही उसी तरह अगर हमने गालियों का जवाब देना है तो फर्क क्या है? ਉਹ ਕੈਮਰੇ 'ਚ ਮੇਰਾ ਲੰਨ ਵੇਖਣੀ ਕੰਜਰੀ ਦੀਆਂ ਬੱਚਿਆ। ਨਹੀਂ ਮਿਰਜ਼ਾ ਕਾਦੀਆਨੀ ਵੇਣਾ ਤੇਰੀ ਲੰਨ ਦੇ ਥਾਂ ਤੇ, ਤੇਰੀ ਭੈਣ ਦਾ ਮਿਰਜ਼ਾ ਕਾਦੀਆਨੀ ਵਹਾ ਆਪਣੀ ਤਲਵਾਰ ਕੋਲ। ਮਾਸ਼ੇ ਮੈਂ ਦੇ ਲੋਕੇਸ਼ਨ ਤੇਰੀ ਭੈਣ ਦਾ ਖੁਦਾ ਪੂਰੇ ਖਾਨਦਾਨ ਨੂੰ ਕਤਲ ਨਾ ਹੋਇਆ ਤਾਂ ਗੱਲ ਕਰੀ। ਕੈਮਰਾ ਤੇ ਸਾਰਾ ਨਜ਼ਰ ਆ ਜਾਏਗਾ। ਇਹ ਲੋਕੇਸ਼ਨ ਮੈਂ ਖੋਲੋ, ਤਸਕਰਾ ਖੋਲੋ। ਤਨੂਜ਼ਾਰ ਤੇਰੀ ਮਾਂ ਦਾ ਗਸ਼ਤੀ ਦੀਆਂ ਬੱਚਿਆ। ਹੋਸ਼ੇਬੂ ਤੇਰੀ ਮਾਂ ਦੇ ਫੁੱਦੇ ਦੇ ਟੇਪ ਲਾਗ ਉਹਦਾ ਮੈਂ ਅਨਮਿਊਟ ਪੱਟ ਦਿਆਂ। ਗਸ਼ਤੀ ਦੇ ਬੱਚਾ ਚੁੱਪ ਕਰ, ਗੱਲ ਕਰਨ ਦੇ। ਤਸਕਰਾ ਖੋਲੇ, ਰਾਨੀ ਖਜ਼ਾਨ ਖੋਲੀ। ਉਹ ਮੈਨੂੰ ਲੋਕੇਸ਼ਨ ਦੇ, ਤੇਰੀ ਭੈਣ ਦਾ ਫੁੱਦਾ ਸਾਹਿਬਜ਼ਾਦਾ, ਮੈਂ ਤੇਰੀ ਸਾਰੀ ਫੈਮਿਲੀ ਦੇ ਗੱਲ ਕਰੀ। ਸ਼ੇਬ ਯਾਰ ਇੱਕ ਮਿੰਟ ਯਾਰ ਬੰਦ ਕਰ। ਕੁੱਤੇ ਸਾਹਿਬਜ਼ਾਦੇ ਦੀ ਮਾਂ ਦੇ ਫੁੱਦੇ ਚ ਲੰਨ ਮਾਰਾਂ ਮੈਂ, ਗਸ਼ਤੀ ਦੇ ਬੱਚਿਆ। ਤੇਰੀ ਮਾਂ ਨਾਲ ਜ਼ਨਾ ਕਰਾਂ ਮੈਂ। ਖੋਲ ਜੇ ਬਾਕੀ ਜੇ ਇੱਕ ਪਿਓ ਦਾ ਖੋਲ ਕੈਮਰਾ। ਇਹ ਬੈਠੇ ਤੇਰਾ ਪਿਓ ਸਾਹਿਬ ਬਹਾਦਰ, ਆਪਣੀ ਲੋਕੇਸ਼ਨ ਦੇ। ਤੇਰੀ ਇਹ ਬੈਠੇ ਤੇਰਾ ਪਿਓ ਸਾਹਿਬ ਬਹਾਦਰ, ਖੋਲ ਕੈਮਰਾ। ਲੈ ਦੇ ਲੋਕੇਸ਼ਨ ਵੀ ਦੇ। ਕੈਮਰਾ ਆਪਣੀ ਮਾਂ ਦਾ ਦੁੱਧ ਪੀਤੇ ਹੀ ਲੋਕੇਸ਼ਨ ਦੇ, 1-2 ਘੰਟੇ ਦਾ ਨਾਲ ਦੇ ਲੋਕੇਸ਼ਨ ਦੇ, ਲੋਕੇਸ਼ਨ ਦੇ ਪਹਿਲੇ ਲੋਕੇਸ਼ਨ ਪਹਿਲੇ ਟੱਟਿਓ ਡਰਪੋਕ ਤੁਸੀਂ, ਤੁਹਾਡੀ ਮਾਂ ਦਾ ਫੁੱਦਾ ਡਰਪੋਕ ਕੁੱਤੇ ਦਿਓ ਪੁੱਤਰੋ। ਦੇ ਲੋਕੇਸ਼ਨ। ਖੋਲ ਕੈਮਰਾ, ਮੈਂ ਤੈਨੂੰ ਆਪਣੀ ਲੋਕੇਸ਼ਨ ਦੇਣਾ ਵਾ। ਖੋਲ ਕੈਮਰਾ, ਮੈਂ ਤੈਨੂੰ ਲੋਕੇਸ਼ਨ ਆਪਣੀ ਮਾਂ ਦਾ ਤੁਖਮ ਹੈ ਕੁਰਾਨ ਪਾਕ ਦੇ ਉੱਤੇ ਹੱਥ ਰੱਖ, ਚਲੋ ਜਿੰਨੂੰ ਵੀ ਤੁਸੀਂ ਮੰਨਦੇ ਹੋ। ਮੈਂ ਤੈਨੂੰ ਲੋਕੇਸ਼ਨ ਦੇਣਾ ਵਾ, ਮੈਂ ਤੈਨੂੰ ਲੋਕੇਸ਼ਨ ਦੇਣਾ। ਖੋਲ ਕੈਮਰਾ ਕਰ, ਕੈਮਰਾ ਕਰ। ਓਏ ਕੈਮਰਾ ਆਨ, ਮੈਂ ਤੈਨੂੰ ਫੁੱਦਾ ਚੁੱਪ ਰਹਿ। ਗਸ਼ਤੀ ਆ ਬੱਚਿਆ ਤੂੰ, ਭੈਣ ਨੂੰ ਲੰਨ ਲੈਣੀ। ਖੋਲ ਕੁੜੀ ਦੀ ਫੁੱਦੀ ਆਵੇ ਰੋਟੀ ਦੇ ਲੋਕਾਂ ਦੀ ਮੁਖਾਲਫਤ ਪਵਾ ਰਹੇ ਹੋ। ਤੁਹਾਡੀ ਮਾਂ ਦੀ ਮੁਖਾਲਫਤ ਵਿੱਚ ਲੰਨ ਮਾਰਾਂ। ਦਯੂਸ ਦੇ ਮੰਨਣ ਵਾਲਾ ਮਿਰਜ਼ਾ ਗੁਲਾਮ ਕਾਦੀਆਨੀ, ਦਯੂਸ ਤੇਰੀ ਲੰਨ ਭੈਣ ਨੂੰ ਗਸ਼ਤੀ ਦੇ ਬੱਚਿਆ। 2 ਨੰਬਰ ਖੋਲ ਕੈਮਰਾ। ਜੇ ਵਾਕਈ ਤੂੰ ਦਯੂਸ ਦਾ ਮੰਨਣ ਵਾਲਾ ਤਾਂ ਖੋਲ ਕੈਮਰਾ, ਮੈਂ ਤੈਨੂੰ ਦੇਣਾ ਲੋਕੇਸ਼ਨ ਆਪਣਾ। ਮੇਰਾ ਐਡਰੈਸ ਹੈ, ਮੇਰੀ ਆਈਡੀ ਦੇ ਵਿੱਚ ਹੈ। ਅੱਛਾ ਇੱਥੇ ਵੇਚੇ ਮੇਰਾ ਐਡਰੈਸ, ਮੇਰੇ ਘਰ ਦੀ ਤਸਵੀਰਾਂ ਵੇਚਨੇ। ਜੇ ਗੱਲ ਸੁਣ, ਮੈਂ ਤੈਨੂੰ ਇੱਕ ਛੋਟੀ ਗੱਲ ਸਮਝਾਣਾ। ਗਸ਼ਤੀ ਦਾ ਬੱਚਾ ਗੱਲ ਸੁਣ, ਤੇਰੇ ਹੁੰਦੇ ਨੇ ਜਿੰਨੀਆਂ ਗਾਲਾਂ ਕੱਢੀਆਂ ਕੱਢ, ਮੈਨੂੰ ਤੂੰ ਕੈਮਰਾ ਖੋਲ ਕੇ ਮੈਨੂੰ ਦੱਸ। ਅੱਛਾ ਜੀ, ਕੈਮਰਾ ਖੋਲ ਕੇ ਦੱਸ। ਵਾਹ ਜੀ ਵਾਹ। ਯਾਦ ਕਰੋ, ਮੈਂ ਤੈਨੂੰ ਕੈਮਰਾ ਮੈਂ ਤੈਨੂੰ ਦੇਣਾ ਆਪਣਾ ਐਡਰੈਸ। ਜੇ ਤੂੰ ਨਾ ਆਵੇਂ, ਓਏ ਤੇਰੇ ਸਾਹਿਬ ਬਹਾਦਰ ਦੀ ਮਾਂ ਦਾ ਫੁੱਦਾ, ਗੱਲ ਹੋਲੀ ਕਰ। ਗਸ਼ਤੀ ਦੇ ਬੱਚਾ ਪਿੱਛੇ ਕੋ ਤੇਰੀ ਮਾਂ ਨੂੰ ਤੇ ਮੇਰੇ ਕੋ ਐਡਰੈਸ, ਤੇਰੀ ਮਾਂ ਜਿੱਦੀ ਗਈ ਹੈ ਪਿੱਛੇ। ਹੋਲੀ ਮੇਰੀ ਮਾਂ ਜਾ ਗਿਆ ਮਿਲਦਾ। ਚੱਲ ਖੋਲ ਕੈਮਰਾ। ਦਾ ਫੁੱਦਾ ਤੂੰ ਮੇਰੇ ਤੇ ਵੀ ਟੈਗ ਲਾਏ।
ਤੇਰੀ ਲੰਨ ਭੈਣ ਨੂੰ ਸਾਹ ਬਹਾਦਰ ਤੂੰ ਬਣਿਆ ਫਿਰਨਾ ਕੁੱਤੇ ਦੇ ਆ ਪੁੱਤਰਾ ਟੱਟੀ ਵਰਗਾ ਤੂੰ ਬੰਦਾ ਨਹੀਂ ਤੇਰਾ ਪਿਓ ਸਾਹਿਬ ਬਹਾਦਰ ਹੈ ਮੂੰਹ ਤੇਰੇ ਤੇ ਲਾਨਤ ਪੈ ਗਈ ਏ ਭੈਣ ਦੀ ਲੰਨ ਲੈਣੇ ਆ ਚੱਲਿਆ ਖੋਲ ਕੈਮਰਾ ਲੋਲੇ ਵੇਖਣੇ ਮੇਰਾ ਕਿਸ਼ਤੀ ਦਾ ਬੱਚਾ ਲੋਕੇਸ਼ਨ ਪਾ ਤੇਰੀ ਭੈਣ ਦਾ ਕੁਸਾ ਮੂੰਹ ਤੇ ਲਵਾਇਆ ਹੀ ਭੈਣ ਦੀ ਲੰਨ ਲੈਣੇ ਆ ਰੋਸ਼ਨੀ ਪਾ ਹਦਰਾ ਹੁਣ ਤੇਰੀ ਲੰਨ ਭੈਣ ਨੂੰ ਤੇਰਾ ਦੀਸਾਂ ਖੋਲ ਤੇਰੀ ਭੈਣ ਦਾ ਛੋਲਾ ਪਤਾ ਲੱਗ ਜਾਏਗਾ ਖੋਲ ਕੈਮਰਾ ਜੀ ਮਾਂ ਨੂੰ ਲੰਨ ਮਾਰਾਂ ਕੁੱਤੀ ਪੁੱਤਰਾ ਇਹ ਮਿਰਜ਼ਾ ਵੀ ਬੋਂਡੀ ਸੀ ਤੇ ਇਹਨਾਂ ਦੇ ਜਿਹੜੇ ਮੰਨਣ ਵਾਲੇ ਨੇ ਵੀ ਸਾਰੇ ਬੋਂਡੀ ਨੇ ਨਾ ਕੈਮਰਾ ਦਾ ਖੁਦਾ ਖੋਲਣਾ ਨਹੀਂ ਰਾਣਾ ਸਾਹਿਬ ਸਬਰ ਠੰਡੇ ਰਵੋ ਰਾਣਾ ਤੁਰ ਗਏ ਬਸ ਦੌੜ ਗਏ ਉੱਲੂ ਦਾ ਪੱਠਾ ਦੌੜ ਗਿਆ नहीं मैं थले लायक कोई उधर गाने रह गए कस भी नहीं है तस्करा खोल लिया सु रूहानी खजान खोल लिए करेगा रूहानी खजान खोल लिया कुछ ना कुछ करेगा ओ कम्युनिटी मेनू क्यों गाल कर रहे हैं तेरी चल सीट तब्दील हमारा कैमरा खोल दे कैमरा ऑन कर दे गाने कचाल नु मैं की लान भैन नु मारा तेनू ए समझा रहा कुत्ती दियो पुत्रो ना ਦੇ ਕਾਣੇ ਕਚਾਲ ਨੂੰ ਪਹਿਲੇ ਕੱਢ ਸਾਨੂੰ ਬਾਦੋਂ ਕੱਢੀ ਓਏ ਕम्युनिटी अपनी मां दा फुदा मारा मां दी लान लेने ਮੇਰਾ ਐਡਰੈਸ ਲੈ ਕੇ ਪਹੁੰਚ ਗਿਆ ਤੂੰ ਨਾ ਪਹੁੰਚਿਆ लाल दिया मोमना दी ब्राड है हमारा काम ये नहीं है थले ले जा कम्युनिटी तेरी मां दे फुदे च लान गाल क्यों कड्डी है मेनू थले ले जा तबलीग नहीं है वही तेरे मिर्जे सानू लगदा मेनू और तेरे मिर्जे दी कब्र च पेशाब करा ये मरजोटा तेरे मिर्जे दी कब्र च पेशाब करा ओए मरजाई अपनी जुबान गंदी ना नहीं ये मुसलमान है मोमन भाई है मेरा कल भी है मेरे नाल बैठा सी जा मैं जा तू लोकां दे शनाख्ती कार्ड लेके जा तू लोकां दी ले के शनाख्ती कार्ड फिरना पे फलाना मुसलमान है ते फला आ तेरे यार ने इन्ना मेरे ते टैग लाया मरदइयां दा भैन नु लंन लेने कुत्ती दियो बच्चो ਤੁਹਾਡੀ ਮਿਰਜ਼ੇ ਦੀ ਮਾਂ है तू मरजाई ਤੁਸੀਂ ਕੁੱਤੀ ਦਿਓ ਬੱਚਿਓ ਵਿੱਚ ਭੈਨ ਨੂੰ ਲੰਨ ਲੈਣੇ ਮੁਖਾਲਫਤਾਂ ਪਾਉਂਦੇ ਹੋ ਲੱਤਰ ਮੁਲੇ ਤੋਂ ਕਿੰਜ ਬੰਦਾ ਆਂਦਾ ਜਿੰਨੂੰ ਮਿਰਜ਼ਾ ਝੂਠਾ ਤੇ ਸਟੈਂਡਾ ਇੰਜ ਹੀ ਆਂਦਾ ਇਹ ਕੋਈ ਵੱਡੀ ਗੱਲ ਨਹੀਂ ਤੂੰ ਨਵਾਂ ਕੰਮ ਨਹੀਂ ਕਰ ਰਿਹਾ ਬਾਕੀ ਨਹੀਂ ਵੀ ਕਈ ਨੇ ਉਹ ਮਿਰਜ਼ੇ ਨੂੰ ਰਾਣਾ ਸਾਹਿਬ ਗਾਲਾਂ ਕੱਢਦਾ ਮਿਰਜ਼ੇ ਨੂੰ ਓਏ ਤੁਹਾਡੇ ਮਿਰਜ਼ੇ ਦੀ ਮਾਂ ਦਾ ਫੁੱਦਾ ਨੁਸਰਤ ਬਿਕਮ ਜਹਾਨ ਦੀ ਫੁੱਦੀ ਮਾਰਾਂ ਦਿਨ ਰਾਤ ਤੁਸੀਂ ਮੇਰੇ ਤੇ ਆਹੋ ਜਦੋਂ ਹਲਾਲ ਦਾ ਨਹੀਂ ਜਦੋਂ ਬੰਦਾ ਮੁਲਹਿਦ ਹੋ ਜਾਂਦਾ ਇੰਜ ਕੱਢਦਾ ਰਾਣਾ ਸਾਹਿਬ ਇੱਕ ਸੈਕਿੰਡ ਰਾਣਾ ਸਾਹਿਬ ਇੱਕ ਇੰਜ ਗਾਲਾਂ ਕੱਢਦਾ ਤੁਸੀਂ ਮੁਨਾਫਿਕ ਹੋ ਓਏ ਹਾਜੀ ਸਾਹਿਬ ਤੇਰੀ ਮਾਂ ਦਾ ਫੁੱਦਾ ਹਾਜੀ ਸਾਹਿਬ ਤੇਰੀ ਲੰਨ ਮਾਂ ਨੂੰ ਮਾਰਾ यार इधर मुंह बंद करा ले नजफ यार बैठा ਇੱਕ ਮਿੰਟ नजफ बैठा मैं आ रहा ਤੁਸੀਂ ਮੈਨੂੰ ਟੈਗ ਦਿੱਤਾ ਗਲਤ ਤੁਹਾਡੀ ਮਾਂ ਦਾ साजी बैठे हो ना ਜਹਾਨ ਦੀ ਫੁੱਦੀ ਮਾਰ ਭੈਨ ਨੂੰ ਲੰਨ ਲੈ ਓਏ ਗੱਲ ਸੁਣ ਐਨੇ ਜੋਗਾ ਤੂੰ मोमन भरा है मौलाना साहब ना करो ओ मैंटी ओए जाहिल ओए जाहिल थल्ले यार इसमें एंटी नो कोई ना चुके हो ना तू कोई ना चुके ओके करो इंसान ਜਿਹੜਾ ਬੰਦਾ ਜਿਹੜਾ ਬੰਦਾ ਕੈਮਰਾ ਆਨ ਕਰਕੇ ਨਹੀਂ ਵਹਾ ਸਕਦਾ ਮਿਰਜ਼ੇ ਨੂੰ ਗਾਲਾਂ ਕੱਢੇ ਜਾਂ ਮੁਸਲਮਾਨਾਂ ਨੂੰ ਗਾਲਾਂ ਕੱਢੇ ਉਹ ਮਰਜ਼ਾਈ ਹੈ ਉਹ ਮੁਲਹਿਦ ਹੋਇਆ ਹੈ ਉਹ ਮਿਰਜ਼ੇ ਨੂੰ ਵੀ ਗਾਲਾਂ ਕੱਢੇਗਾ ਉਹ ਪੈਗੰਬਰ ਇਸਲਾਮ ਨੂੰ ਵੀ ਗਾਲਾਂ ਕੱਢ ਸਭ ਨੂੰ ਗਾਲਾਂ ਕੱਢੇਗਾ ਕਿਉਂਕਿ ਲਾਨਤ ਤੁਹਾਡੇ ਅੱਗੇ ਵੀ ਸਭ ਓਏ ਕੋਈ ਮਾਂ ਕੰਮ ਦੀ ਜੇ ਤੂੰ ਕੈਮਰਾ ਆਨ ਕਰਕੇ ਨਹੀਂ ਵਹਾ ਸਕਦਾ ਆਪਣੀ ਸ਼ਕਲ ਓਏ ਗੱਲ ਸੁਣ ਜੇ ਤੂੰ ਆਪਣਾ ਕੈਮਰਾ ਆਨ ਕਰਕੇ ਸ਼ਕਲ ਨਹੀਂ ਵਹਾ ਸਕਦਾ ਤੂੰ ਉਹ ਹੀ ਪੱਕਾ ਮਰਜ਼ਾਤਾ ਮੁਲਹਿਦ ਮਰਜ਼ਾਤਾ ਬੱਚਿਆ ਗਾਲਾਂ ਦਾ ਕੋਈ ਮਸਲਾ ਨਹੀਂ ਤੂੰ ਗਾਲਾਂ ਕੱਢੀ ਜ਼ੀਰੋ ਤੇਰੀ ਲੰਨ ਮਾਂ ਨੂੰ ਕੱਢੀ ਜਾ ਤੇਰਾ ਮਿਰਜ਼ਾ ਵੀ ਸਾਰੀ ਜ਼ਿੰਦਗੀ ਗਾਲਾਂ ਕੱਢਦਾ ਮਰ ਗਿਆ ਉਹ ਵੀ ਗਾਲਾਂ ਕੱਢਦਾ ਮਰ ਗਿਆ ਭੌਂਕ ਭੌਂਕ ਕੇ ਮਰ ਗਿਆ ਤੂੰ ਵੀ ਕੱਢ ਲਿਆ ਜ਼ੀਰੋ ਬੁੱਢੂ ਹਾਂ ਬਸ ਠੀਕ ਹੈ ਬੁੱਢੇ ਚੰਮ ਤੇਰੀ ਲੰਨ ਬੁੱਢੂ ਚੰਮ ਕਸ਼ਤੀ ਦੇ ਬੱਚਿਆ ਇਹ ਟਰਾਈ ਕਰਕੇ ਇਹ ਕੋਈ ਕੋਸ਼ਿਸ਼ ਕਰਕੇ ਵੇਖ ਮੈਂ ਕਿਸੇ ਨੂੰ ਘੱਲ ਕੇ ਵੇਖ ਤੈਨੂੰ ਪਤਾ ਲੱਗ ਜਾਦਾ ਐਡਾ ਬੁੱਢਾ ਨਹੀਂ ਮੈਂ ਅਮਰ ਭਾਈ ਮੇਰਾ ਖਿਆਲ ਹੈ ਲਾਨਤ ਭੇਜੋ ਦਫਾ ਕਰੋ ਪਲੀਜ਼ ਤੁਹਾਡਾ ਸਟੈਂਡਰਡ ਨਹੀਂ ਹੈਗਾ ਤੁਹਾਡਾ ਲੈਵਲ ਨਹੀਂ ਹੈਗਾ ਲਾਨਤ ਚਲਾਓ ਆਡੀਓ ਚਲਾਓ ਜਿਹੜੀ ਆਡੀਓ ਚਲਾਉਣ ਲੱਗੇ ਸੋ ਚਲਾਓ ਮੈਂ ਫਿਰ ਨਾ ਛੁੱਟੀ ਤੇ ਮੈਂ ਤੁਹਾਡੀ ਸੇਵਾ ਦਾ ਲੰਮਾ ਪਿਆ ਜਿੰਨਾ ਅਮਰ ਭਾਈ ਨੇ ਮਸ਼ੀਨਾਂ ਨੂੰ ਜ਼ਲੀਲ ਕਰਤਾ ਨਾ ਦੁਨੀਆ ਦੇ ਉੱਤੇ ਖੁਦਾ ਦੀ ਕਸਮੇ ਬਸ ਅੱਲਾਹ ਤਾਲਾ ਤੁਹਾਨੂੰ ਇਹਦੀ ਇੱਜ਼ਤ ਦੇਗਾ ਔਰ ਦੇ ਰਿਹਾ ਤੁਸੀਂ ਇਹ ਵੇਖੋ
ਕਿ ਹਰ ਜਗ੍ਹਾ ਦੇ ਉੱਤੇ ਚੀਕਾਂ ਦੀ ਆਵਾਜ਼ ਆ ਰਹੀ ਤੁਹਾਡੀ ਵਜ੍ਹਾ ਤੋਂ। ਇਹ ਅੱਲਾ ਨੇ ਤੁਹਾਡੇ ਕੋਲ ਕਿੱਡਾ ਸੋਹਣਾ ਕੰਮ ਲਿੱਤਾ ਹੋਇਆ। ਅਲਹਮਦੁਲਿਲਾ। ਹਾਂ, ਅੱਲਾ ਦਾ ਬਸ ਸ਼ੁਕਰ ਅਦਾ ਕਰਿਆ ਕਰੋ, ਅੱਲਾ ਦਾ ਸ਼ੁਕਰ ਅਦਾ ਕਰਿਆ ਕਰੋ। ਔਰ ਚੀਕਾਂ ਇਹਨਾਂ ਦੀਆਂ ਵੇਖੋ ਤੁਸੀਂ, ਹਰ ਜਗ੍ਹਾ ਤੇ ਚੀਕਾਂ। ਉਹਨੂੰ ਵੇਖੋ ਨਾਸਰ ਭੱਟ ਨੂੰ, ਅਜੇ ਸਿਰਫ ਉਹਦੀਆਂ ਫੋਟੋਆਂ ਅਜੇ ਮਾਰਕੀਟ 'ਚ ਨਹੀਂ ਆਈਆਂ ਤੇ ਉਹਦਾ ਕੀ ਹਾਲ ਹੈ, ਅੰਦਾਜ਼ਾ ਕਰੋ। ਇਹ ਉਹਨਾਂ ਦੀ ਔਕਾਤ ਹੈਗੀ, ਇਹ ਕਲਾਸ ਹੀ ਨਹੀਂ ਹੈਗੀ ਤੁਹਾਡੀ। ਇਹ ਤੁਹਾਡੇ ਪੈਰਾਂ ਦੀ ਜਿਹੜੀ ਜੁੱਤੀ ਹੈ ਨਾ, ਉਹਦੇ ਥੱਲੇ ਜਿਹੜੀ ਧੂਲ ਹੈਗੀ, ਇਹ ਉਹਦੇ ਵਰਗੇ ਵੀ ਨਹੀਂ ਹੈਗੇ ਮਰਜ਼ਈ। ਜਿੰਦੇ ਵਾਸਤੇ ਰਹੋ। ਲਵ ਯੂ ਸੋ ਮਚ। ਮੇਰੀ ਜਾਨ, ਮੇਰੀ ਔਲਾਦ ਤੁਹਾਡੇ ਤੋਂ ਕੁਰਬਾਨ। ਜਜ਼ਾਕੱਲਾ ਵਾਸੀ। ਉਹ ਹਾਜੀ ਸਾਹਿਬ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਨਾ ਅਸੀਂ ਮੁਸਲਮਾਨ ਆ, ਉਹ ਮਾਫੀ ਮੰਗਣਾ ਚਾਹੁੰਦੇ ਨੇ। ਉਹ ਯਾਰ ਛੱਡ ਦਿਓ ਇਹੋ ਜਿਹੇ ਜਾਹਲਾਂ ਨੂੰ। ਮਾਫੀ ਮੰਗਣਾ ਚਾਹੁੰਦੇ ਨੇ, ਅਸੀਂ ਉਹਦੇ ਕੋਲੋਂ ਲੈਣਾ ਹੈ, ਮੱਝ ਲੈਣੀ ਅਸੀਂ ਅਗਲੇ ਸਾਲ ਲੈਰੀ। ਜਿਹੋ ਜਿਹਾ ਜਲੀਵਮੈਂਟ ਤੇ ਇਹ ਤੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਗੰਦਮੰਦ ਢੇਰ ਪੇ ਫਿਰਦਾ ਹੈ, ਨਾ ਉਹਨਾਂ ਦਾ ਕੋਈ ਪਤਾ ਹੈ ਕੌਣ ਨੇ ਮੁਲਹਿਦ ਨੇ। ਜਿਹੜੇ ਮਿਰਜ਼ਾਈਅਤ ਨੂੰ ਛੱਡ ਕੇ ਮੁਲਹਿਦ ਹੋਏ ਨੇ, ਉਹ ਮਿਰਜ਼ੇ ਨੂੰ ਵੀ ਗਾਲਾਂ ਪੇ ਕੱਢਦੇ ਨੇ। ਇਹੋ ਜਿਹੇ ਬੰਦੇ ਨੂੰ ਲੈ ਕੇ ਤੇ ਉੱਤੇ ਸਫਾਈਆਂ, ਇਹ ਮੈਂਟੀ ਇੰਜ ਜਿਵੇਂ ਇਹਦੇ ਨਾਲ ਬੰਟੇ ਖੇਡਦਾ ਰਿਹਾ ਨਿੱਕੇ ਹੁੰਦੇ, ਇੰਜ ਸਫਾਈਆਂ ਦੇਣ ਲੱਗੇ। ਲੈ ਕਰਾਂ ਅਮਰ ਭਾਈ, प्ले करो जी ऑडियो खुरम सिरान। बिस्मिल्लाहिर्रहमानिर्रहीम। दोस्तों, आपने मौलवी सनाउल्लाह अमरसरी साहब का नाम तो सुना होगा और साथ में आपने ये कब भी सुनी होगी कि हजरत मिर्जा गुलाम अहमद कादियानी अलैहिस्सलातु वस्सलाम ने मौलवी सनाउल्लाह अमरसरी साहिब को मुबाहिले का चैलेंज दिया और उसी मुबाहिले के नतीजे में हजरत मिर्जा साहिब अलैहिस्सलातु वस्सलाम की अपनी वफात हो गई, जो कि झूठ के सिवा कुछ नहीं। इससे पहले कि मैं आपको हकाइक बताऊं, मैं आपको ये बताता चलता हूं कि इंशाअल्लाह ताला अनकरीब मैं एक ऐसी वीडियो बनाकर अपने इस अकाउंट के ऊपर डालूंगा जिसके अंदर मैं असल अखबारात और रसालों के वो स्कैन दिखाऊंगा, जिससे